इसके अलावा कैलगरी, वैंकूवर, एडमिंटन और रिजाना के नंबर आप eAwards.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eAwards.com। डाउनलोड करें 3 eAwards ऑफिशियल ऐप, रेडियो 770 AM, WhatsApp community. For more details, visit eAwards.com. You are listening to WTOR 770 AM, Youngstown, Toronto. ਸੈਵਨ 70 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ। ਰੇਡੀਓ ਜ਼ਿੰਦਾਬਾਦ। ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, the best rates, up to 80% discounts on car insurance। ਗੱਲ ਕੀ auto, home, life, trucking fleets and non-fleets, disability, group benefits, ਕਿੱਦਾਂ ਦੀ ਵੀ ਕਵਰੇਜ ਲਵੋ। ਆਰਮਰ ਚੇਤੇ ਰੱਖੋ, Armor Insurance is partners with leading Canadian insurance companies। 24/7 online quotes 2-3 ਮਿੰਟਾਂ ਵਿੱਚ ਲਵੋ। Armor Insurance Brokers 9054525127 905 452 5127। ਰੇਡੀਓ ਜ਼ਿੰਦਾਬਾਦ ਦੇ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਜੀ ਆਇਆਂ। ਸਾਡੇ ਨਾਲ ਫੇਸਬੁੱਕ ਦੇ ਦੁਆਰਾ ਜਾਂ ਐਪ ਦੇ ਦੁਆਰਾ ਜਿੱਥੇ ਵੀ ਸਾਰੀ ਦੁਨੀਆ ਸਾਡੇ ਸੁਣਨ ਵਾਲੇ ਜੁੜੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਜੀ ਆਇਆਂ। ਅੱਜ ਹਮੇਸ਼ਾ ਦੀ ਤਰ੍ਹਾਂ, ਹਰ ਐਤਵਾਰ ਦੀ ਤਰ੍ਹਾਂ ਤੁਹਾਡੇ ਨਾਲ ਇੱਕ ਨਵਾਂ ਐਸਾ ਸਬਜੈਕਟ ਲੈ ਕੇ ਰੂਬਰੂ ਹੋਏ ਹਾਂ, ਜੋ ਐਸਾ ਸਬਜੈਕਟ ਹੈ ਜਿਹਦੇ ਬਾਰੇ ਖਾਸ ਤੌਰ 'ਤੇ ਸਾਡੀ ਕਮਿਊਨਿਟੀ ਜਿਹੜੀ ਆ ਉਹ ਬਹੁਤ ਘੱਟ ਗੱਲ ਕਰਦੀ ਹੈ। ਐਸਾ ਸਬਜੈਕਟ ਹੈ ਜੋ ਹਰ ਤੁਹਾਨੂੰ, ਮੈਨੂੰ, ਸਾਰਿਆਂ ਨੂੰ ਉਹਦਾ ਅਸਰ ਹੁੰਦਾ ਹੈ। ਔਰ ਸਭ ਤੋਂ ਖਾਸ ਚੀਜ਼ ਉਸ ਸਬਜੈਕਟ ਦੀ ਇਹ ਹੈ ਕਿ ਜਿਸ ਵੀ ਕਿਸੇ ਸਾਡੇ ਨਾਲ ਦੇ ਨੂੰ, ਭੈਣ ਭਰਾ ਨੂੰ, ਜੇ ਕਿਸੇ ਦਾ ਉਸ ਚੀਜ਼ ਦਾ ਅਸਰ ਹੁੰਦਾ, ਉਹ ਉਸ ਚੀਜ਼ ਤੋਂ ਬੇਖਬਰ ਰਹਿੰਦੇ ਨੇ। ਉਹ ਟੌਪਿਕ ਹੈ ਮੈਂਟਲ ਹੈਲਥ। ਔਰ ਖ਼ਾਸ ਤੌਰ 'ਤੇ ਅੱਜ ਅਸੀਂ ਗੱਲ ਕਰਾਂਗੇ ਕਿ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਮੈਂਟਲ ਹੈਲਥ ਜਿਹੜਾ ਆ ਉਹਦਾ ਕੀ ਇਸ਼ੂ ਹੈ, ਉਹਦੀ ਵਜ੍ਹਾ ਕੀ ਹੈ, ਕਿਵੇਂ ਦੇ ਸਾਡੇ ਲਈ ਚੈਲੰਜਸ ਨੇ, ਔਰ ਕੀ ਵਜ੍ਹਾ ਹੈ ਕਿ ਅਸੀਂ ਬਿਮਾਰ ਹੋਣਾ ਪਸੰਦ ਕਰਦੇ ਹਾਂ, ਉਹਨੂੰ ਐਕਸੈਪਟ ਕਰਕੇ ਉਹਦਾ ਇਲਾਜ ਕਰਾਉਣਾ ਜਿਹੜਾ ਉਹਦੇ ਤੋਂ ਚੱਕਦੇ ਹਾਂ। ਕੀ ਇਹ ਸਾਡੀ ਕਲਚਰ ਦੀ, ਸਾਡੀ ਕਮਿਊਨਿਟੀ ਦੀ ਕੋਈ ਐਸੀ ਸਾਡੀ ਪਰਸਨੈਲਿਟੀ ਇਸ਼ੂਜ਼ ਨੇ ਜਿਹਦੇ ਕਰਕੇ ਅਸੀਂ ਬਹੁਤ ਘੱਟ ਮੈਂਟਲ ਹੈਲਥ ਬਾਰੇ ਗੱਲ ਕਰਦੇ ਹਾਂ, ਬਹੁਤ ਘੱਟ ਇਸ ਚੀਜ਼ ਨੂੰ ਐਕਸੈਪਟ ਕਰਦੇ ਹਾਂ ਕਿ ਮੈਨੂੰ ਕੋਈ ਵੀ ਇਸ਼ੂ ਹੈ, ਸਾਨੂੰ ਕੋਈ ਡਿਪਰੈਸ਼ਨ ਹੈ, ਸਾਨੂੰ ਕੋਈ ਐਂਗਜ਼ਾਇਟੀ ਹੈ, ਸਾਨੂੰ ਕੋਈ ਪਰਸਨੈਲਿਟੀ ਡਿਸਆਰਡਰਸ ਨੇ। ਬਹੁਤ ਸਾਰੇ ਇਸ਼ੂਜ਼ ਜਿਹੜੇ ਨੇ ਮੈਂਟਲ ਹੈਲਥ ਵਿੱਚ ਕਵਰ ਹੁੰਦੇ ਨੇ। ਮਗਰ ਅੱਜ ਅਸੀਂ ਜਿਹੜੇ ਟੌਪਿਕ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਕਿ ਸਾਊਥ ਏਸ਼ੀਅਨ ਕਮਿਊਨਿਟੀ ਵਿੱਚ ਡਿਪਰੈਸ਼ਨ ਖਾਸ ਤੌਰ 'ਤੇ ਉਹਦਾ ਕੀ ਵਜ੍ਹਾ ਹੈ, ਕੀ ਉਹਦੇ ਸਿੰਪਟਮਸ ਨੇ, ਔਰ ਸਾਡੇ ਸੁਣਨ ਵਾਲੇ ਜਿਹੜੇ ਨੇ ਉਹ ਕਿਵੇਂ ਉਹਦਾ ਜਿਹੜਾ ਆ ਫਾਇਦਾ ਲੈ ਸਕਦੇ ਨੇ। ਸਾਡੇ ਨਾਲ ਅੱਜ ਸਟੂਡੀਓ 'ਚ ਗੱਲਬਾਤ ਕਰਨ ਨੂੰ ਇੱਕ ਹੋਰ ਐਕਸਪਰਟ ਨੇ, ਸਤਵਿੰਦਰ ਖੁਰਮੇ ਜੀ। ਉਹ ਸੋਸ਼ਲ ਵਰਕਰ ਨੇ, ਰਜਿਸਟਰਡ ਸਾਈਕੋਥੈਰੇਪਿਸਟ ਨੇ, ਔਰ ਬਹੁਤ ਹੀ ਸਾਲਾਂ ਤੋਂ ਉਹ ਐਸੇ ਟੌਪਿਕਸ ਜਿਹੜੇ ਨੇ ਉਹਨਾਂ ਦੇ ਕਲਾਇੰਟਸ, ਉਹਨਾਂ ਦੇ ਪੇਸ਼ੈਂਟਸ, ਉਹਨਾਂ ਲੋਕਾਂ ਨੂੰ ਉਹ ਟਰੀਟ ਵੀ ਕਰਦੇ ਰਹੇ ਨੇ। ਮੈਂ ਸਤਵਿੰਦਰ ਜੀ ਦਾ ਬਹੁਤ ਬਹੁਤ ਸਵਾਗਤ ਕਰਦਾ। ਸਤਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ 770 'ਤੇ। ਤੁਸੀਂ ਰੇਡੀਓ ਜ਼ਿੰਦਾਬਾਦ 'ਤੇ ਆਏ ਹੋ ਔਰ ਸਾਡੀ ਸਾਰੀ ਕਮਿਊਨਿਟੀ ਨੂੰ ਰੂਬਰੂ ਹੋਏ ਹੋ, ਔਰ ਇਸ ਟੌਪਿਕ ਉੱਤੇ ਅਸੀਂ ਗੱਲ ਕਰਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਤੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਸਵਾਲ ਦੇ ਜਵਾਬ ਜਿਹੜੇ ਉਹ ਲੱਭ ਸਕੀਏ ਕਿ ਕੀ ਸਾਡੀ ਕਮਿਊਨਿਟੀ ਦੇ ਕੀ ਮੇਜਰ ਇਸ਼ੂਜ਼ ਨੇ, ਖਾਸ ਤੌਰ 'ਤੇ ਡਿਪਰੈਸ਼ਨ ਲੈ ਕੇ।
ਕਿਹੋ ਜਿਹੇ ਐਸੇ ਹਾਲਾਤ ਨੇ ਜੋ ਸਾਨੂੰ ਜ਼ਿਆਦਾ ਲਾਗੂ ਨੇ ਜਾਂ ਸਾਡੇ ਨਾਲ ਜ਼ਿਆਦਾ ਵਰਤਦੇ ਨੇ, ਕਿਉਂ ਅਸੀਂ ਇਸ ਚੀਜ਼ ਨੂੰ ਬੋਲਣ ਤੋਂ ਝੱਕਦੇ ਹਾਂ, ਔਰ ਕਿਉਂ ਸਾਡੇ ਕਮਿਊਨਿਟੀ ਦੇ ਵਿੱਚ ਮੈਂਟਲ ਹੈਲਥ ਨੂੰ ਲੈ ਕੇ ਇੱਕ ਬਹੁਤ ਵੱਡਾ ਸਟਿਗਮਾ ਬਣਿਆ ਹੋਇਆ, ਇੱਕ ਬਹੁਤ ਵੱਡਾ ਐਸਾ ਇੱਕ ਇਹਨੂੰ ਨੈਗੇਟਿਵ ਤੌਰ ਤੇ ਲਿਆ ਜਾਂਦਾ ਹੈ ਕਿ ਜੇ ਕੋਈ ਆਦਮੀ ਜਾਂ ਕੋਈ ਵੀ ਔਰਤ, ਕੋਈ ਭੈਣ ਭਰਾ ਇਹ ਕਹਿੰਦਾ ਹੈ ਕਿ ਮੈਨੂੰ ਡਿਪਰੈਸ਼ਨ ਹੈ ਜਾਂ ਮੈਨੂੰ ਕੋਈ ਇਸ਼ੂ ਹੈ ਜਾਂ ਮੈਂ ਐਂਗਜ਼ਾਇਟੀ ਤੋਂ ਜਾਂ ਮੈਨੂੰ ਘਬਰਾਹਟ ਹੋ ਰਹੀ ਹੈ ਜਾਂ ਮੈਨੂੰ ਕਿਸੇ ਵੀ ਤਰ੍ਹਾਂ ਦਾ ਐਸਾ ਇਸ਼ੂ ਹੈ, ਉਹ ਇਸ ਚੀਜ਼ ਨੂੰ ਨਾ ਤਾਂ ਕਹਿੰਦਾ ਹੈ, ਨਾ ਸਾਡੀ ਸੁਸਾਇਟੀ ਜਿਹੜੀ ਆ ਉਹਨੂੰ ਸਹੀ ਤਰੀਕੇ ਨਾਲ, ਸਪੋਰਟਿਵ ਤਰੀਕੇ ਨਾਲ ਐਕਸੈਪਟ ਕਰਦੀ ਹੈ। ਕਿਉਂ ਨਹੀਂ ਕਰਦੀ, ਉਹਦੀ ਵਜ੍ਹਾ ਕੀ ਹੈ, ਉਹਨੂੰ ਅਸੀਂ ਪ੍ਰੋਗਰਾਮ ਵਿੱਚ ਅੱਗੇ ਜਾਣਾਂਗੇ। ਜਦ ਕਿ ਬੜੀ ਮਸ਼ਹੂਰ ਇੱਕ ਐਸੀ ਕਹਾਵਤ ਹੈ ਕਿ ਈਵਨ ਜਿਹੜਾ ਥੈਰੇਪਿਸਟ ਵੀ ਹੈ, ਜਿਹੜਾ ਇਲਾਜ ਕਰਨ ਵਾਲਾ ਵੀ ਆ, ਉਹਨੂੰ ਵੀ ਕੋਈ ਇਲਾਜ ਕਰਨ ਵਾਲਾ ਚਾਹੀਦਾ, ਕਿਉਂਕਿ ਪ੍ਰੋਬਲਮ ਜਿਹੜੀ ਆ ਉਹਨੂੰ ਵੀ ਆ ਸਕਦੀ ਹੈ। ਸੋ ਜਦ ਕਿ ਇੱਕ ਥੈਰੇਪਿਸਟ ਨੂੰ ਵੀ ਥੈਰੇਪਿਸਟ ਦੀ ਲੋੜ ਪੈ ਸਕਦੀ ਹੈ, ਤੇ ਕਿਉਂ ਅਸੀਂ ਇਸ ਵੇਲੇ ਆਪਣੀ ਕਮਿਊਨਿਟੀ ਦੇ ਵਿੱਚ ਖਾਸ ਤੌਰ ਤੇ ਅਸੀਂ ਰੈਫਰ ਕਰਾਂਗੇ ਕੋਵਿਡ-19, ਕਿਉਂਕਿ ਕੋਵਿਡ-19 ਨੇ ਇਸ ਇਸ਼ੂ ਨੂੰ ਬਹੁਤ ਵਧਾਇਆ। ਫੈਕਟਸ ਔਰ ਫਿਗਰਸ ਬਾਹਰ ਆ ਰਹੀਆਂ ਨੇ, ਸਟੈਟਿਸਟਿਕਸ ਬਾਹਰ ਆ ਰਹੇ ਨੇ, ਜਿਹਦੇ ਕਰਕੇ ਬਹੁਤ ਸਾਰਾ ਗੁੱਸਾ, ਡਿਪਰੈਸ਼ਨ, ਐਂਗਜ਼ਾਇਟੀ ਕੋਵਿਡ-19 ਨੇ ਜਿਹੜੀ ਆ ਉਹ ਵਧਾਈ ਹੈ। ਇਸ ਟੌਪਿਕ ਉੱਤੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ। ਅਸੀਂ ਬਹੁਤ ਸਾਰੀਆਂ ਸਾਨੂੰ ਕਾਲਸ ਲਾਈਵ ਆਉਂਦੀਆਂ ਨੇ, ਅਸੀਂ ਸਾਰਿਆਂ ਤੋਂ ਪਹਿਲਾਂ ਹੀ ਖਿਮਾ ਮੰਗਦੇ ਹਾਂ ਕਿਉਂਕਿ ਟੌਪਿਕ ਇੰਨਾ ਇੰਪੋਰਟੈਂਟ ਹੈ। ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਆ ਇਸ ਟੌਪਿਕ ਨੂੰ ਕਵਰ ਕਰ ਸਕੀਏ ਔਰ ਆਪਣੇ ਐਕਸਪਰਟਸ ਜਿਹੜੇ ਨੇ ਉਹਨਾਂ ਤੋਂ ਉਹਨਾਂ ਦਾ ਫਾਇਦਾ ਲੈ ਸਕੀਏ। ਜਿਵੇਂ ਕਿ ਹਮੇਸ਼ਾ ਦੀ ਤਰ੍ਹਾਂ ਅਸੀਂ ਕਿਸੇ ਨਾ ਕਿਸੇ ਐਸੇ ਸੁਨੇਹਾਦਾਰ, ਜਿਹੜਾ ਸੁਨੇਹਾ ਦੇਣ ਵਾਲਾ ਗੀਤ ਹੈ, ਉਹਦੇ ਤੋਂ ਇਹ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਅਸੀਂ ਵਾਪਸ ਤੁਹਾਡੇ ਨਾਲ ਜੁੜਦੇ ਹਾਂ ਇੱਕ ਖੂਬਸੂਰਤ ਗੀਤ ਦੇ ਬਾਅਦ, ਔਰ ਇਹ ਗੀਤ ਜਿਹੜਾ ਆ ਸਾਨੂੰ ਸਾਰਿਆਂ ਨੂੰ ਲਾਗੂ ਹੈ ਕਿਉਂਕਿ ਅਸੀਂ ਆਪਣੇ ਸੁਪਨੇ ਲੈ ਕੇ, ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੇ ਦੇਸ਼ਾਂ 'ਚ ਇੱਥੇ ਆਏ ਹਾਂ, ਔਰ ਦੋਵੇਂ ਪਾਸੇ ਜਿਹੜੇ ਆ ਉਹ ਚੈਲੰਜਸ ਜਿਹੜੇ ਨੇ ਹੁੰਦੇ ਆ, ਜਿਹਦੇ ਕਾਰਨ ਅਸੀਂ ਐਂਗਜ਼ਾਇਟੀ, ਸਟ੍ਰੈਸ ਜਾਂ ਡਿਪਰੈਸ਼ਨ ਜਾਂਦੇ ਹਾਂ। ਸੋ ਤੁਹਾਡੇ ਨਾਲ ਜੁੜਦੇ ਹਾਂ, ਸਾਡੇ ਐਕਸਪਰਟਸ ਦੇ ਨਾਲ ਗੱਲ ਕਰਾਂਗੇ ਇਸ ਗਾਣੇ ਤੋਂ ਬਾਅਦ। ਮੈਨੂੰ ਪੀਣ ਲਈ ਨਾ ਆਖੋ ਚਾਹ, ਹਾਲੇ ਤਾਂ ਆਬਾਦ ਨੇ। ਮੈਨੂੰ ਪੀਣ ਲਈ ਨਾ ਆਖੋ ਚਾਹ, ਹਾਲੇ ਤਾਂ ਆਬਾਦ ਨੇ। ਮੈਨੂੰ ਮੇਰੇ ਬਾਪੂ ਦੇ ख्वाब ਸਾਰੇ ਯਾਦ ਨੇ। ਮੈਨੂੰ ਮੇਰੇ ਬਾਪੂ ਦੇ ख्वाब ਸਾਰੇ ਯਾਦ ਨੇ। ਰਾਖੇਤ ਮੇਰੇ ਦੇ ਨਿੱਤ ਔਂਸੀਆਂ ਪਾਉਂਦੇ ਨੇ। ਫੁੱਲ ਨਰਮੇ ਵਾਲੇ ਪਖੜੇ ਵਾਂਗ ਸਤਾਉਂਦੇ ਨੇ। ਰਾਖੇਤ ਮੇਰੇ ਦੇ ਨਿੱਤ ਔਂਸੀਆਂ ਪਾਉਂਦੇ ਨੇ। ਫੁੱਲ ਨਰਮੇ ਵਾਲੇ ਪਖੜੇ ਵਾਂਗ ਸਤਾਉਂਦੇ ਨੇ। ਕਣਕਾਂ ਨੂੰ ਪਾਣੀ ਆਪੇ ਲਾਈ ਜਾਂਦਾ ਕੱਲਾ ਹੋ ਗਿਆ ਵਲੈਤੀ ਪੁੱਤ ਖੁਸ਼ੀਆਂ 'ਚ ਚੱਲਾ ਹੋ। ਕਣਕਾਂ ਨੂੰ ਪਾਣੀ ਆਪੇ ਲਾਈ ਜਾਂਦਾ ਕੱਲਾ ਹੋ ਗਿਆ ਵਲੈਤੀ ਪੁੱਤ ਖੁਸ਼ੀਆਂ 'ਚ ਚੱਲਾ ਹੋ। ਚਾਹ ਵੀ ਤਾਂ ਤੋੜੇ ਹੋਣੇ ਮਹਿੰਗੀ ਹੋਈ ਖਾਦ ਨੇ। ਚਾਹ ਵੀ ਤਾਂ ਤੋੜੇ ਹੋਣੇ ਮਹਿੰਗੀ ਹੋਈ ਖਾਦ ਨੇ।
ਸੰਪਤ ਰਾਏ ਗੇਟ ਤੇ ਲਿਖਾਉਣ ਨੂੰ ਆਖਿਆ ਸੀ ਕੋਠੇ ਤੇ ਚੁਬਾਰਾ ਇੱਕ ਪਾਉਣ ਨੂੰ ਸੁਖ ਸੰਪਤ ਰਾਏ ਗੇਟ ਤੇ ਲਿਖਾਉਣ ਨੂੰ ਮਾਪਿਆਂ ਨੂੰ ਆਸਾਂ ਹੈਪੀ ਹੁੰਦੀਆਂ ਔਲਾਦ ਤੇ ਮਾਪਿਆਂ ਨੂੰ ਆਸਾਂ ਹੈਪੀ ਹੁੰਦੀਆਂ ਔਲਾਦ ਤੇ ਮੈਨੂੰ ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਫੇਰ ਤੋਂ ਸਵਾਗਤ। ਹੁਣ ਅਸੀਂ ਗੱਲ ਕਰਾਂਗੇ ਮੈਂਟਲ ਹੈਲਥ ਉੱਤੇ ਕਿ ਕੀ ਵਜ੍ਹਾ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਮੈਂਟਲ ਹੈਲਥ ਨੂੰ ਲੈ ਕੇ ਇੱਕ ਬਹੁਤ ਵੱਡਾ ਨੈਗੇਟਿਵ ਜਿਹੜਾ ਇੱਕ ਇੰਪ੍ਰੈਸ਼ਨ ਬਣਿਆ ਹੋਇਆ ਹੈ। ਇੱਕ ਐਸਾ ਸਟਿਗਮਾ ਹੈ ਕਿ ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ, ਇਕੱਲੇ ਬੈਠ ਕੇ ਈਵਨ ਪਰਿਵਾਰ ਦੇ ਨਾਲ ਵੀ ਅਸੀਂ ਜਿਹੜੀ ਆ ਗੱਲ ਕਰਨ ਤੋਂ ਡਰਦੇ ਹਾਂ ਕਿ ਇਹ ਕਹਿਣਾ ਕਿ ਮੈਂ ਆਪਣੇ ਆਪ ਨੂੰ ਕਮਜ਼ੋਰ ਫੀਲ ਕਰ ਰਿਹਾ ਜਾਂ ਲੋ ਫੀਲ ਕਰ ਰਿਹਾ ਜਾਂ ਐਂਗਜ਼ਾਇਟੀ ਹੋ ਰਹੀ ਹੈ ਜਾਂ ਮੈਨੂੰ ਘਬਰਾਹਟ ਹੋ ਰਹੀ ਹੈ ਜਾਂ ਮੈਨੂੰ ਕਿਸੇ ਚੀਜ਼ ਦੀ ਐਪਰੀਹੈਂਸ਼ਨਸ ਨੇ, ਮੈਨੂੰ ਕਿਸੇ ਤਰ੍ਹਾਂ ਦੀ ਸਟ੍ਰੈਸ ਹੋ ਰਹੀ ਹੈ। ਇਹ ਸ਼ਬਦ ਅਸੀਂ ਕਹਿਣ ਤੋਂ ਬਹੁਤ ਡਰਦੇ ਹਾਂ ਔਰ ਜਦ ਕਿ ਉਹਨਾਂ ਦੇ ਉਹ ਜਿਹੜਾ ਸਾਨੂੰ ਅਸਰ ਹੋ ਰਿਹਾ ਹੋਏਗਾ ਉਹਦੇ ਨਾਲ ਸਾਡੀ ਪਰਿਵਾਰਿਕ ਲਾਈਫ ਜਿਹੜੀ ਆ ਉਹਦੇ 'ਤੇ ਅਸਰ ਹੁੰਦਾ ਹੈ, ਸਾਡੇ ਬੱਚਿਆਂ 'ਤੇ ਅਸਰ ਹੁੰਦਾ ਹੈ, ਸਾਡੇ ਬਿਹੇਵੀਅਰ ਦੇ ਉੱਤੇ ਅਸਰ ਹੁੰਦਾ ਹੈ। ਸੋ ਅੱਜ ਅਸੀਂ ਜਤਿੰਦਰ ਜੀ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿੱਦਾਂ ਤੁਸੀਂ ਗੱਲ ਸੁਣੀ ਆ ਕਿ ਕੀ ਵਜ੍ਹਾ ਹੈ ਕਿ ਜਦ ਕਿ ਪੂਰੀ ਵੈਸਟਰਨ ਵਰਲਡ ਜਿਹੜੀ ਹੈ, ਡਿਵੈਲਪ ਕੰਟਰੀ ਜਿਹੜੇ ਆ ਉਹਦੇ 'ਤੇ ਲੱਖਾਂ ਹੀ ਡਾਲਰ ਜਿਹੜੇ ਆ ਉਹ ਖਰਚ ਕਰ ਰਹੇ ਨੇ ਮੈਂਟਲ ਹੈਲਥ ਉੱਤੇ ਔਰ ਇਹ ਜੇ ਮੈਂ ਸਹੀ ਹੋਵਾਂ ਤੇ ਇਹ ਇੱਕ ਵਰਲਡ ਦੀ ਸਭ ਤੋਂ ਵੱਡੀ ਬਿਮਾਰੀ ਹੈ, ਠੀਕ ਹੈ। ਤੇ ਸਾਡੇ ਕੀ ਵਜ੍ਹਾ ਹੈ ਕਿ ਕਿਉਂ ਅਸੀਂ ਐਜ਼ ਸਾਊਥ ਏਸ਼ੀਅਨਸ, ਖਾਸ ਤੌਰ ਤੇ ਆਪਣੇ ਹੁਣ ਪੰਜਾਬੀ ਲੋਕ ਇੰਡੀਆ ਪਾਕਿਸਤਾਨ ਸਾਰੇ ਸੁਣ ਰਹੇ ਨੇ, ਕੀ ਵਜ੍ਹਾ ਹੈ ਕਿ ਅਸੀਂ ਐਜ਼ ਅ ਪੰਜਾਬੀ ਇਸ ਚੀਜ਼ ਨੂੰ ਅਸੀਂ ਐਕਸੈਪਟ ਕਰਨ ਤੋਂ ਕਿਉਂ ਡਰਦੇ ਹਾਂ? ਸਾਨੂੰ ਕਿਉਂ ਇਹ ਲੱਗਦਾ ਕਿ ਇਹ ਇੱਕ ਬਹੁਤ ਵੱਡੀ ਕਮਜ਼ੋਰੀ ਹੋਏਗੀ ਜੇ ਮੈਂ ਤੁਹਾਡੇ ਕੋਲ ਆਇਆ ਐਜ਼ ਤੁਸੀਂ ਐਕਸਪਰਟ ਹੋ, ਤੁਸੀਂ ਸਾਈਕੋਥੈਰੇਪਿਸਟ ਵੀ ਹੋ, ਕਿ ਮੈਂ ਆ ਕੇ ਤੁਹਾਨੂੰ ਕਹਾਂ ਕਿ ਜੀ ਮੈਨੂੰ ਪ੍ਰੋਬਲਮ ਹੈ, ਮੈਂ ਵੀਕ ਫੀਲ ਕਰ ਰਿਹਾ ਜਾਂ ਮੈਂ ਲੋ ਹੈਗਾ ਜਾਂ ਮੈਨੂੰ ਘਬਰਾਹਟ ਹੋ ਰਹੀ ਹੈ, ਮੈਨੂੰ ਜ਼ਿੰਦਗੀ ਚੰਗੀ ਨਹੀਂ ਲੱਗ ਰਹੀ। ਬਹੁਤ ਸਾਰੀਆਂ ਚੀਜ਼ਾਂ ਅਸੀਂ ਸਵੇਰ ਤੋਂ ਸ਼ਾਮ ਤੱਕ ਕਈ ਚੀਜ਼ਾਂ ਨਾਲ ਜੂਝਦੇ ਹਾਂ ਤੇ ਤੁਸੀਂ ਐਜ਼ ਐਕਸਪਰਟ ਇੰਨੇ ਸਾਲਾਂ ਦੇ ਤੁਸੀਂ ਸਾਡੀ ਕਮਿਊਨਿਟੀ ਨਾਲ ਹੀ ਕੰਮ ਕਰ ਰਹੇ ਹੋ। ਸੋ ਥੋੜ੍ਹਾ ਦੱਸੋ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਕਿ ਕੀ ਵਜ੍ਹਾ ਹੈ, ਕੀ ਤੁਹਾਨੂੰ ਫੇਸ ਕਰਨਾ ਪੈਂਦਾ? ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਥੈਂਕ ਯੂ ਵੈਰੀ ਮੱਚ ਰੁਪਿੰਦਰ ਜੀ, ਤੁਸੀਂ ਮੈਨੂੰ ਸੱਦਿਆ ਔਰ ਬਹੁਤ ਹੀ ਅੱਛੇ ਟੌਪਿਕ ਤੇ ਆਪਾਂ ਗੱਲ ਕਰਨ ਲੱਗੇ ਹਾਂ। ਸੋ ਬਿਲਕੁਲ ਸਹੀ ਕੁਐਸਚਨ ਆ ਜਿਹੜਾ ਸ਼ੁਰੂ ਕੀਤਾ ਹੈ ਕਿ ਆਪਣੀ ਕਮਿਊਨਿਟੀ ਨੂੰ ਇਹੋ ਜਿਹੀ ਲਾਈਕ ਸੋਸ਼ਲ ਸਟਿਗਮਾ ਜਿਹੜਾ ਸ਼ਬਦ ਤੁਸੀਂ ਸ਼ੁਰੂ ਕੀਤਾ ਸੀ, ਬੋਲਿਆ ਸੀ, ਸੋਸ਼ਲ ਸਟਿਗਮਾ ਕਿਉਂ ਹੁੰਦਾ ਹੈ? ਜਿੱਥੇ ਮੈਂ ਅਗਰ ਸਹੀ ਸ਼ਬਦਾਂ ਦੇ ਵਿੱਚ ਬੋਲਾਂ, ਜਿੱਥੇ ਲੈਕ ਆਫ ਐਜੂਕੇਸ਼ਨ ਹੈ, ਜਿੱਥੇ ਅਵੇਅਰਨੈਸ ਦੀ ਕਮੀ ਹੈ, ਜਿੱਥੇ ਉਸ ਚੀਜ਼ ਦੇ ਬਾਰੇ 'ਚ ਮੈਨੂੰ ਪਤਾ ਹੀ ਨਹੀਂ, ਨਾ ਹੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਤੇ ਜਿੱਥੇ ਅਵੇਅਰਨੈਸ ਦੀ ਕਮੀ ਹੋਗੀ ਉੱਥੇ ਅੰਧ ਵਿਸ਼ਵਾਸ ਕਹਿ ਲਓ ਜਾਂ ਬਸ ਸੋਸ਼ਲ ਸਟਿਗਮਾ ਜਿਹੜਾ ਹੈਗਾ ਉਹ ਆ ਜਾਂਦਾ ਹੈ। ਇਹ ਮੈਂ ਤੁਹਾਡੀ ਪਹਿਲੀ ਗੱਲ ਦਾ ਜਵਾਬ ਦੇਣਾ ਚਾਹੂੰਗੀ। ਇਹ ਇੱਕ ਬਹੁਤ ਵੱਡੀ ਚੀਜ਼ ਹੈ, ਲੇਕਿਨ ਜਿਸ ਕੰਟਰੀ ਦੇ ਵਿੱਚ ਅਸੀਂ ਆਏ ਹਾਂ ਇੱਥੇ ਅਵੇਅਰਨੈਸ ਦੀ ਕਮੀ ਨਹੀਂ ਹੈਗੀ ਹੈ। ਇੱਥੇ ਬਹੁਤ ਅਵੇਅਰਨੈਸ ਦਿੱਤੀ ਜਾ ਰਹੀ ਹੈ, ਲੇਕਿਨ ਉਹਦੇ ਬਾਵਜੂਦ ਵੀ ਅਸੀਂ ਕਿਉਂ ਨਹੀਂ ਅਵੇਅਰ ਹੋ ਰਹੇ, ਇਹ ਇੱਕ ਕੁਐਸਚਨ ਜਿਹੜਾ ਹੈ ਉਹ ਆਪਾਂ ਉਠਾ ਸਕਦੇ ਹਾਂ। ਨਹੀਂ, ਪਰ ਵਜ੍ਹਾ ਕੀ ਹੈ? ਵੇਖੋ ਮੈਨੂੰ ਕੀ ਲੱਗਦਾ, ਕਿਉਂਕਿ ਮੈਂ ਇੱਕ ਆਦਮੀ ਹਾਂ, ਮੇਬੀ ਸਾਡੀ ਕਲਚਰ 'ਚ ਜਿਵੇਂ ਸਾਨੂੰ ਪੈਦਾ ਕੀਤਾ ਗਿਆ, ਜਿਵੇਂ ਵੱਡਾ ਕੀਤਾ ਗਿਆ, ਸਾਨੂੰ ਇਹ ਕਿਹਾ ਜਾਂਦਾ ਵੀ ਕਿ ਮੁੰਡਾ ਰੋਣ ਲੱਗ ਪਿਆ ਉਹਨੂੰ ਕਹਿੰਦਾ ਤੂੰ ਰੋਣ ਲੱਗ ਪਿਆ। ਈਵਨ ਰੋਣਾ ਵੀ ਜਿਹੜਾ ਆ ਉਹ ਇੱਕ ਜੈਂਡਰ ਬਾਇਸ ਹੋ ਜਾਂਦਾ। ਓਕੇ, ਕਿ ਤੁਸੀਂ ਜੇ ਜਾ ਕੇ ਕਿਸੇ ਨੂੰ ਕਹਿੰਦੇ ਹੋ ਯਾਰ ਮੈਂ ਆਈ ਨੋਟ ਫੀਲਿੰਗ ਗੁੱਡ, ਜਾਂ ਮੈਨੂੰ ਬਈ ਘਬਰਾਹਟ ਹੋ ਰਹੀ ਹੈ, ਜਾਂ ਮੈਨੂੰ ਚੰਗਾ ਨਹੀਂ ਲੱਗ ਰਿਹਾ, ਜਾਂ ਮੈਂ ਲੋ ਫੀਲ ਕਰ ਰਿਹਾ, ਮੇਰਾ ਜੀਣ ਨੂੰ ਜੀ ਨਹੀਂ ਕਰ ਰਿਹਾ, ਬਹੁਤ ਸਾਰੀਆਂ ਚੀਜ਼ਾਂ ਨੇ ਵੇਖੋ। ਮਗਰ ਤੁਹਾਨੂੰ ਇਹ ਲੱਗਾ ਕਦੀ ਕਿ ਸਾਡੀ ਕਮਿਊਨਿਟੀ ਵਿੱਚ ਆਦਮੀ ਜਿਹੜੇ ਨੇ ਜੈਂਡਰ ਬਾਇਸ ਵੀ ਇਹ ਚੀਜ਼ ਹੈ ਕਿ ਵੀ ਉਹ ਜ਼ਿਆਦਾ ਮੁਸ਼ਕਿਲ ਮਹਿਸੂਸ ਕਰਦੇ ਆ ਤੁਹਾਡੇ ਕੋਲ ਆ ਕੇ ਐਜ਼ ਅ ਐਕਸਪਰਟ ਕਨਫੈਸ ਕਰਨਾ ਕਿ ਵੀ ਮੈਂ ਐਜ਼ ਅ ਆਦਮੀ ਮੈਂ ਕਮਜ਼ੋਰ ਹੈਗਾ, ਜਾਂ ਮੈਨੂੰ ਡਿਪਰੈਸ਼ਨ ਆ, ਜਾਂ ਮੈਨੂੰ ਕੋਈ ਐਂਗਜ਼ਾਇਟੀ ਹੈਗੀ ਹੈ? ਕੀ ਤੁਹਾਡਾ ਕੀ ਐਕਸਪੀਰੀਅੰਸ ਹੈਗਾ? ਬਿਲਕੁਲ ਸਹੀ ਗੱਲ। ਹੁਣ ਜਿਵੇਂ ਤੁਸੀਂ ਕਿਹਾ ਕਿ ਸਾਡੀ ਪਰਵਰਿਸ਼ ਹੀ ਐ ਹੁੰਦੀ
है। तो फिर मैं वो क्या है कि जिथे अवेयरनेस नहीं है माँ बाप ਨੂੰ ਉਸ ਚੀਜ਼ ਦੀ ਪਰਵਰਿਸ਼ ਦੇਣ ਵਿੱਚ, ਜਿੱਥੇ ਕੁੜੀ ਤੇ ਮੁੰਡਾ ਜਾਂ ਲਾਈਕ ਅ ਬॉय ਤੇ ਜਿਵੇਂ ਕਹੇ ਕਿ ਸਨ ਤੇ ਡਾਟਰ ਨੂੰ ਇੱਕ ਅੱਡ ਤਰੀਕੇ ਨਾਲ ਉਹਦੀ ਪਰਵਰਿਸ਼ ਕੀਤੀ ਜਾਂਦੀ ਹੈ, ਉਸ ਪਰਵਰਿਸ਼ ਦੇ ਵਿੱਚ ਹੀ ਬਹੁਤ ਕੁਝ ਹੈਗਾ। ਕੁੜੀਆਂ ਇਹ ਗੱਲ ਬਾਹਰ ਨਹੀਂ ਕਰ ਸਕਦੀਆਂ, ਮੁੰਡੇ ਤੁਸੀਂ ਰੋ ਨਹੀਂ ਸਕਦੇ, ਕੁੜੀਆਂ ਤੁਸੀਂ ਐ ਨਹੀਂ ਕਰ ਸਕਦੀਆਂ। ਇਹ ਚੀਜ਼ ਜਿਹੜੀ ਹੈਗੀ ਪਰਵਰਿਸ਼, ਇਹ ਹੀ ਇੱਕ ਲੈਕ ਆਫ ਐਜੂਕੇਸ਼ਨ ਹੈ ਜਿਹੜੀ ਕਿ ਸ਼ੁਰੂਆਤ ਪਰਵਰਿਸ਼ ਤੋਂ ਹੁੰਦੀ ਹੈ ਔਰ ਅੱਗੇ ਜਾ ਕੇ ਪਰਵਰਿਸ਼ ਹੀ ਅੱਗੇ, ਚਾਹੇ ਉਹ ਸਕੂਲ ਦੇ ਵਿੱਚ ਅੱਗੇ ਆਓ ਚਾਹੇ ਪ੍ਰੋਫੈਸ਼ਨਲ ਲਾਈਨ ਦੇ ਵਿੱਚ ਅੱਗੇ ਆਓ, ਪਰ ਉਹ ਜਿਹੜੀ ਪਰਵਰਿਸ਼ ਹੈ ਉਹ ਸਾਡੀ ਜਿਹੜੀ ਰੂਟ ਹੈ, ਜੇ ਰੂਟ ਦੀ ਗੱਲ ਤੁਸੀਂ ਇਵਨ ਕੀਤੀ ਕਿ ਆਪਾਂ ਜਿਸ ਦੇਸ਼ਾਂ ਨੂੰ ਛੱਡ ਕੇ, ਜਿਹੜੇ ਆਪਾਂ ਦੇਸ਼ ਨੂੰ ਛੱਡ ਕੇ ਇੱਥੇ ਆਏ ਹੈ, ਆਪਾਂ ਰੂਟ ਤਾਂ ਉੱਥੋਂ ਹੀ ਹੋਏ। ਯੈਸ, ਸੋ ਉਸ ਰੂਟ ਦੇ ਵਿੱਚ ਸਾਡੀ ਪਰਵਰਿਸ਼ ਸਾਨੂੰ ਕਿਹੋ ਜਿਹੀ ਮਿਲੀ ਸੀ। ਨਹੀਂ, ਪਰ ਹੈਰਾਨੀ ਵਾਲੀ ਚੀਜ਼ ਇਹ ਹੈ ਕਿ ਬਹੁਤ ਸਾਰੇ ਵੇਖੋ, ਅਸੀਂ ਹੁਣ ਸਾਨੂੰ ਕਈਆਂ ਨੂੰ ਇੱਥੇ ਆਇਆਂ ਨੂੰ ਬਹੁਤ ਸਾਲ ਹੋ ਗਏ, ਮਗਰ ਕੀ ਇਹ ਐਸਾ ਟੌਪਿਕ ਹੈ ਕਿ ਤੁਸੀਂ ਹੁਣ ਇੰਨੇ ਸਾਲਾਂ ਦੇ ਐਡਵਾਈਸ ਦੇ ਰਹੇ ਹੋ, ਟਰੀਟ ਵੀ ਕਰ ਰਹੇ ਹੋ ਲੋਕਾਂ ਨੂੰ, ਕਾਉਂਸਲਿੰਗ ਕਰ ਰਹੇ ਹੋ, ਕਿ ਵਜ੍ਹਾ ਕੀ ਹੈ ਕਿ ਵੀ ਮੈਨੂੰ, ਕਿਉਂਕਿ ਮੈਂ ਬਹੁਤ ਵਾਰੀ ਇਹ ਮਹਿਸੂਸ ਕੀਤਾ ਹੈ ਕਿ ਈਵਨ ਜੇ ਮੈਨੂੰ ਵੀ ਕੋਈ ਚੀਜ਼ ਫੀਲ ਹੋ ਰਹੀ ਹੈ ਜਾਂ ਮੈਂ ਆਪਣੇ ਬੱਚਿਆਂ ਅੱਗੇ ਕਮਜ਼ੋਰ ਬਣਨਾ ਚਾਹੁੰਦਾ ਐਜ਼ ਅ ਫਾਦਰ, ਜਿਵੇਂ ਅਸੀਂ ਗਾਣਾ ਵੀ ਸੁਣਿਆ, ਜਿਹੜੇ ਸਾਡੇ ਪੇਰੈਂਟਸ ਨੇ ਉਹ ਇੰਡੀਆ 'ਚੋਂ ਉਹ ਉੱਥੇ ਸਟਰਗਲ ਕਰ ਰਹੇ ਨੇ, ਉਹਨਾਂ ਦੀ ਸਟ੍ਰੈਸ ਵੀ ਸਾਨੂੰ ਆਉਂਦੀ ਹੈ ਕਿਉਂਕਿ ਉਹਨਾਂ ਨੂੰ ਜਿਹੜੀਆਂ ਮੁਸ਼ਕਿਲਾਂ ਆਉਂਦੀਆਂ ਨੇ ਅਸੀਂ ਉਹ ਵੀ ਲੈਂਦੇ ਹਾਂ, ਜਿਹੜੀਆਂ ਘਰ 'ਚ ਇੱਥੇ ਮੁਸ਼ਕਿਲਾਂ ਆ ਰਹੀਆਂ ਨੇ ਉਹ ਵੀ ਅਸੀਂ ਲੈਂਦੇ ਹਾਂ। ਅਸੀਂ ਆਪਣੀ ਵਾਈਫ ਨਾਲ ਗੱਲ ਨਹੀਂ ਕਰ ਸਕਦੇ, ਆਪਣੇ ਫਰੈਂਡਸ ਨਾਲ ਗੱਲ ਨਹੀਂ ਕਰਦੇ, ਕਿਉਂਕਿ ਅਸੀਂ ਹਰੇਕ ਨੂੰ ਕੀ ਹੈ, ਦੇਖੋ ਅਸੀਂ ਹਰੇਕ ਬੰਦੇ ਨੂੰ ਹੱਸ ਕੇ ਵਿਖਾਉਂਦੇ ਹਾਂ, ਕਿਉਂਕਿ ਸਾਡੇ 'ਚ ਕਿਤੇ ਨਾ ਕਿਤੇ ਹਾਸੇ ਦੀ ਕਮੀ ਹੈ। ਠੀਕ ਹੈ, ਅਸੀਂ ਇਹ ਕਹਿ ਦਿੰਦੇ ਹਾਂ ਜੀ ਮੈਂ ਬਿਜ਼ੀ ਹਾਂ, ਐਕਚੁਅਲੀ ਉਹਦਾ ਮਤਲਬ ਇਹ ਹੈਗਾ ਕਿ ਵੀ ਮੈਂ ਲੋ ਹੈਗਾ। ਬਹੁਤ ਵਾਰੀ ਲੋਕ ਕਿਸੇ ਨੂੰ ਪੁੱਛੋ ਤੂੰ ਗੱਲ ਨਹੀਂ ਕਰਦਾ, ਉਹਦਾ ਜਵਾਬ ਇਹ ਚੀਜ਼ ਆਉਂਦੀ ਹੈ ਕਿ ਜੀ ਮੈਂ ਬਿਜ਼ੀ ਹੈਗਾ। ਠੀਕ ਹੈ, ਬਹੁਤ ਵਾਰ ਜਿਹੜੇ ਆ ਲੋਕ ਦੂਜਿਆਂ ਦੀ ਕਾਉਂਸਲਿੰਗ ਕਰ ਰਹੇ ਹੁੰਦੇ ਆ, ਦੂਜਿਆਂ ਨੂੰ ਸਪੋਰਟ ਦੇ ਰਹੇ ਹੁੰਦੇ ਆ, ਐਕਚੁਅਲੀ ਉਹ ਆਪ ਸਪੋਰਟ ਮੰਗ ਰਹੇ ਹੁੰਦੇ ਆ, ਕਿਉਂਕਿ ਉਹਨਾਂ ਨੂੰ ਮਹਿਸੂਸ ਹੋ ਰਿਹਾ ਹੁੰਦਾ ਕਿ ਜੇ ਕਿਵੇਂ ਲੱਗਦਾ ਜੇ ਕੋਈ ਸਪੋਰਟ ਮੰਗਦਾ ਤੇ ਉਹ ਜੇ ਨਾ ਉਹਨੂੰ ਮਿਲੇ ਤੇ ਉਹਨੂੰ ਕਿਵੇਂ ਲੱਗਦਾ, ਰਾਈਟ। ਨਾਲ ਹੀ ਕੀ ਵਾਰ ਇਹ ਵੀ ਵੇਖਿਆ ਗਿਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਹਾਸੇ ਵੀ ਜਿਹੜੇ ਆ ਉਹ ਫੇਕ ਹੋ ਗਏ। ਠੀਕ ਹੈ, ਅਕਸਰ ਵੇਖੋ ਫੇਸਬੁੱਕ ਇੱਕ ਬਹੁਤ ਵਧੀਆ ਸਾਧਨ ਹੈ, ਹੁਣ ਲੋਕੀ ਇਹਨੂੰ ਫੇਕ ਬੁੱਕ ਕਹਿਣ ਲੱਗ ਪਏ। ਦੇਖੋ, ਕਿਉਂਕਿ ਉੱਥੇ ਸਾਰਾ ਕੁਝ ਹੀ ਫੇਕ ਹੈ, ਜੋ ਫੋਟੋ ਹੱਸ ਕੇ ਪਾ ਰਿਹਾ ਅੰਦਰੋਂ ਬੰਦਾ ਨਹੀਂ ਪਤਾ ਨਹੀਂ ਕਿੰਨਾ ਕੁ ਰੋ ਰਿਹਾ। ਠੀਕ ਹੈ, ਜੋ ਇੱਕ ਬਹੁਤ ਵਧੀਆ ਰਿਲੇਸ਼ਨਸ਼ਿਪ ਨੂੰ ਸ਼ੋਅ ਕਰ ਰਿਹਾ, ਹੋ ਸਕਦਾ ਘਰ 'ਚ ਉਹਨਾਂ ਦੀ ਬਿਲਕੁਲ ਕੋਈ ਕਮਿਊਨੀਕੇਸ਼ਨ ਨਹੀਂ ਹੈਗੀ। ਤੇ ਮੇਰਾ ਜਿਹੜਾ ਐਨਾਲਿਸਿਸ ਹੈਗਾ, ਦੇਖੋ ਤੁਸੀਂ ਐਕਸਪਰਟ ਹੋ, ਉਹ ਇਹ ਰਿਹਾ ਹੈ ਕਿ ਕਿਤੇ ਨਾ ਕਿਤੇ ਬੇਸ਼ੱਕ ਵਰਚੁਅਲ ਮੀਡੀਆ ਆ ਗਿਆ, ਬੜੀ ਗੱਲਬਾਤ ਆ ਗਈ, ਕਿਤੇ ਨਾ ਕਿਤੇ ਜਿਹੜੀਆਂ ਉਹ ਸਾਡੀਆਂ ਪੇਂਡੂ ਕਲਚਰ ਸੀਗੀ ਨਾ, ਕਿ ਇਕੱਠੇ ਪਰਿਵਾਰ ਬਹਿ ਕੇ ਹੱਸਦੇ ਸੀ, ਗੱਲਬਾਤ ਕਰਦੇ ਸੀ, ਕਿ ਨਾਨਕੇ ਜਾਂਦੇ ਸੀ, ਮਾਸੀ ਕੋਲ ਜਾਂਦੇ ਸੀ, ਉੱਥੇ ਜਾ ਕੇ ਪੜਾਸ ਨਿਕਲ ਜਾਂਦੀ ਸੀ। ਖਾਸ ਤੌਰ ਤੇ ਇਹਨਾਂ ਦੇਸ਼ਾਂ ਦੇ ਵਿੱਚ ਸਾਰੇ ਬੰਦੇ ਇਕੱਲੇ ਬੈਠੇ ਆ, ਹਰ ਬੰਦਾ ਪੈਸੇ ਦੇ ਪਿੱਛੇ ਭੱਜ ਰਿਹਾ ਕਿਉਂਕਿ ਇੱਥੇ ਲੋੜ ਆ। ਠੀਕ ਹੈ, ਤੇ ਤੁਹਾਡਾ ਕੀ ਐਨਾਲਿਸਿਸ ਹੈਗਾ ਕਿ ਸਾਡੀ ਕਮਿਊਨਿਟੀ ਨੂੰ, ਕਿਉਂਕਿ ਅਸੀਂ ਮਾਈਗ੍ਰੈਂਟਸ ਹੈਗੇ ਸਾਰੇ, ਸਾਡੇ ਕਿਤੇ ਨਾ ਕਿਤੇ ਪਰਿਵਾਰ ਉੱਥੇ ਵੀ ਬੈਠੇ ਆ, ਉੱਥੇ ਉਹਨਾਂ ਦੀਆਂ ਡਿਮਾਂਡਾਂ ਵੀ ਹੈਗੀਆਂ ਕਿ ਯਾਰ ਮਾਂ-ਬਾਪ ਦੀਆਂ ਬਹੁਤ ਡਿਮਾਂਡਾਂ ਹੁੰਦੀਆਂ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕੈਨੇਡਾ ਗਿਆ ਬੱਚਾ, ਉਹ ਜੀ ਕੋਠੀ ਪਾਉਣੀ ਹੈ, ਕਿਤੇ ਲੱਗਦਾ ਵੀ ਸਾਡੀ ਜਿਹੜੀ ਇਹੋ ਜਿਹੀਆਂ ਵੀ ਸਾਡੀਆਂ ਰਿਸਪੌਂਸਿਬਿਲਿਟੀਜ਼ ਨੇ। ਇਹ ਵੀ ਰੀਜ਼ਨ ਹੈਗਾ ਸਾਡੀ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਮੈਂਟਲ ਹੈਲਥ ਦੇ ਇਸ਼ੂਜ਼ ਦਾ, ਡਿਪਰੈਸ਼ਨ ਦਾ, ਜਿੱਥੇ ਲੋਕੀ ਐਕਸਪ੍ਰੈਸ ਹੀ ਨਹੀਂ ਕਰ ਰਹੇ। ਤੁਸੀਂ ਬਿਲਕੁਲ ਸਹੀ ਕਿਹਾ। ਤਾਂ ਇਸ ਲਈ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਅਵੇਅਰਨੈਸ ਦੀ, ਉਹ ਇਹ ਹੈ ਕਿ ਮੇਰੀਆਂ ਵੈਲਿਊਜ਼ ਜਿਹੜੀਆਂ ਹੈ ਉਹ ਮੈਨੂੰ ਕਹਿ ਰਹੀਆਂ ਹੈ, ਜਾਂ ਮਾਂ-ਬਾਪ ਕਹਿੰਦੇ ਤੇਰੀਆਂ ਵੈਲਿਊਜ਼ ਹੈ ਕਿ ਤੂੰ ਆਪਣੇ ਮਾਂ-ਬਾਪ ਦਾ ਧਿਆਨ ਰੱਖਣਾ ਹੈ, ਤੂੰ ਜਿੱਥੇ ਮਰਜ਼ੀ ਚਲਾ ਗਿਆ, ਤੂੰ ਜਿੰਨੀ ਦੂਰ ਚਲਾ ਗਿਆ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਡਿਪਰੈਸ਼ਨ, ਇਹ ਤਾਂ 3rd ਸਟੇਜ ਹੈ। ਪਹਿਲੀ ਸਟੇਜ ਤਾਂ ਸ਼ੁਰੂ ਹੋਈ ਐਂਜ਼ਾਈਟੀ ਤੋਂ, ਜਾਂ ਪਹਿਲੀ ਸਟੇਜ ਸ਼ੁਰੂ ਹੋਈ ਸਟ੍ਰੈਸ ਤੋਂ। ਮੈਨੂੰ ਕਿਸੇ ਵੀ ਚੀਜ਼ ਦਾ ਸਟ੍ਰੈਸ ਸ਼ੁਰੂ ਹੋਇਆ, ਮਾਂ-ਬਾਪ ਨੇ ਕਿਹਾ ਤੂੰ ਪੈਸਾ ਨਹੀਂ ਭੇਜਿਆ, ਹੁਣ ਮੈਂ ਫੇਰ ਦੱਬ ਕੇ ਕੰਮ ਕਰ ਰਿਹਾ, ਹੁਣ ਮੈਂ ਇੱਥੇ ਵੀ ਆਪਣਾ ਘਰ ਚਲਾਉਣਾ ਹੈ, ਉੱਥੇ ਵੀ ਆਪਣਾ ਘਰ, ਉੱਥੇ ਵੀ ਉਹਨਾਂ ਨੂੰ ਦੇਣਾ ਹੈ। ਜਦੋਂ ਮੈਂ ਕੰਮ ਜ਼ਿਆਦਾ ਕਰੂੰਗਾ ਮੈਂ ਆਪਣਾ ਧਿਆਨ ਨਹੀਂ ਰੱਖੂੰਗਾ। ਸੋ ਇਹ ਜਿਹੜੀ ਹੈ ਕਿ ਮੈਂ ਆਪਣੀ ਫਿਜ਼ੀਕਲ ਹੈਲਥ ਨੂੰ, ਤਾਂ ਮੈਂਟਲ ਹੈਲਥ ਤਾਂ ਛੱਡ ਹੀ ਦਿਓ, ਫਿਜ਼ੀਕਲ ਹੈਲਥ ਨੂੰ ਵੀ ਅਸੀਂ ਪ੍ਰੋਪਰ ਕੇਅਰ ਨਹੀਂ ਕਰਦੇ। ਜਦੋਂ ਅਸੀਂ ਫਿਜ਼ੀਕਲ ਹੈਲਥ ਦੀ ਤਰਫ ਕੇਅਰ ਨਹੀਂ ਕਰਦੇ, ਤੁਸੀਂ ਦੇਖੋ ਫਿਰ ਉਹਨੇ ਮੈਂਟਲ ਹੈਲਥ, ਵਾਟ ਇਜ਼ ਮੈਂਟਲ ਹੈਲਥ ਇਜ਼ ਲਾਈਕ ਅ ਮਾਈਂਡ ਬੋਡੀ ਕਨੈਕਸ਼ਨ। whatever we act, ਜਿਵੇਂ ਆਪਾਂ ਕਹੀਏ ਕੋਈ ਵੀ ਐਕਸ਼ਨ ਅਸੀਂ ਕਰਦੇ ਹਾਂ, ਉਹਦੇ ਪਿੱਛੇ ਸਾਡਾ ਦਿਮਾਗ ਹੈ ਜਿਹੜਾ ਸਾਨੂੰ ਡਾਇਰੈਕਟ ਕਰਦਾ ਰਹਿੰਦਾ। ਲੇਕਿਨ ਜਦੋਂ ਸਾਡਾ ਦਿਮਾਗ ਜਿਹੜਾ ਕਿਉਂ ਲੋ ਹੋ ਗਿਆ, ਕਿਉਂਕਿ ਅਸੀਂ ਆਪਣੇ ਸਰੀਰ ਨਾਲ ਜਿਹੜਾ ਕੰਮ ਕਰੀ ਜਾਂਦੇ ਆ ਇੰਨਾ ਥਕਾ ਦਿੰਦੇ ਆ, ਉਹਦੀ ਤਾਂ ਸੁਣਦੇ ਹੀ ਨਹੀਂ। ਦਿਮਾਗ ਨੂੰ ਤਾਂ ਅਸੀਂ ਸੁਣਨਾ ਹੀ ਬੰਦ ਕਰ ਦਿੰਦੇ। ਮਾਈਂਡ ਕਹਿ ਰਿਹਾ ਕਿ ਦੇਖ ਤੈਨੂੰ ਸੋਣਾ ਪਊਗਾ, ਆਰਾਮ ਕਰਨਾ ਪਊਗਾ। ਆਈ ਨੋ ਵੀ ਹੈਵ ਦ ਅਨਦਰ ਕੁਐਸਚਨ, ਆਈ ਥਿੰਕ ਪਹਿਲਾਂ ਵੀ ਹੋਰ ਉਸ ਤੋਂ ਅੱਗੇ। ਤੇ ਵੈਲਿਊ ਸਾਡੀਆਂ ਜਿਹੜੀਆਂ ਹੈਗੀਆਂ, ਜਿਹੜੀਆਂ ਕਿ ਅਸੀਂ ਪਿੱਛੋਂ ਲੈ ਕੇ ਆਏ, ਵੈਲਿਊਜ਼ ਦੇ ਵਿੱਚ ਵੀ ਬਹੁਤ ਸਾਰੀਆਂ ਕਿ ਤੈਨੂੰ ਕਰਨਾ ਪਊਗਾ, ਤੈਨੂੰ ਐਂ ਕਰਨਾ ਪਊਗਾ, ਇਹ ਸਾਨੂੰ ਬਹੁਤ ਸਾਰੇ ਸਟ੍ਰੈਸ ਦਿੰਦੀਆਂ ਔਰ ਬਹੁਤ ਸਾਰੀ ਐਂਜ਼ਾਈਟੀ ਸਾਡੇ ਅੰਦਰ ਕ੍ਰੀਏਟ ਕਰ ਦਿੰਦੀਆਂ। ਕਿਉਂ ਅਸੀਂ ਬਹੁਤ ਚੀਜ਼ਾਂ ਦੇ ਵਿੱਚ
ਠੀਕ ਨਹੀਂ ਹੈ, ਪੂਰੇ ਨਹੀਂ ਹੈ, ਕੰਪਲੀਟ ਨਹੀਂ ਹੈ, ਅਵੇਅਰ ਨਹੀਂ ਹੈ, ਐਜੂਕੇਸ਼ਨ ਨਹੀਂ ਹੈ, ਕੰਪਲੀਟ ਐਕਸਲ ਨਹੀਂ ਹੈ, ਉਹਦੇ ਵਿੱਚ ਆਪਾਂ ਇਸ ਲਈ ਸਾਡੇ ਅੰਦਰ ਐਂਗਜ਼ਾਇਟੀ ਵੀ ਬਹੁਤ ਆਉਂਦੀ ਹੈ, ਫਿਰ ਅਸੀਂ ਸਟ੍ਰੈਸ ਲੈਂਦੇ ਹਾਂ, ਮੈਨੂੰ ਕਰਨਾ ਪਊਗਾ, ਫਿਰ ਉਹ ਜਿਹੜਾ ਸਟ੍ਰੈਸ ਹੈ ਉਹ ਅੱਗੇ ਹੌਲੀ ਹੌਲੀ ਡਿਪਰੈਸ਼ਨ ਦੇ ਵਿੱਚ ਜਾਊਗਾ ਹੀ ਜਾਊਗਾ। ਦੈਟ ਇਜ਼ ਅ ਥਰਡ ਸਟੇਜ। ਪਰ ਮੈਂ ਵੇਖੋ ਖਾਸ ਤੌਰ ਤੇ ਆਪਣੀ ਜਿਹੜੀ ਆ ਇਹ ਵੇਖੋ, ਇੱਕ ਤਾਂ ਸਾਡੀ ਇਹ ਕਲਚਰ ਆ, ਠੀਕ ਹੈ, ਔਰ ਮਾਂ-ਬਾਪ ਦੀ ਸੇਵਾ ਜਿਹੜੀ ਆ ਬੱਚਿਆਂ ਨੇ ਕਰਨੀ ਵੀ ਆ, ਪਰ ਕਿਤੇ ਨਾ ਕਿਤੇ ਵੇਖੋ ਸਾਰੇ ਹੀ ਸਟ੍ਰੈਸ 'ਚ ਨੇ। ਜੇ ਤੁਸੀਂ ਐਕਚੁਅਲੀ ਵੇਖਦੇ ਹੋ ਜਿਹੜੇ ਮਾਂ-ਬਾਪ ਇੰਡੀਆ ਬੈਠੇ ਆ, ਉਹਨਾਂ ਦੀਆਂ ਐਕਸਪੈਕਟੇਸ਼ਨ ਜਿਹੜੀਆਂ ਨੇ ਕਿਸੇ ਤਰ੍ਹਾਂ ਦੀਆਂ ਨੇ, ਉਹ ਇਕੱਲੇ ਨੇ, ਉਹਨਾਂ ਦਾ ਬੱਚਾ ਉਹਨਾਂ ਲਾਗੇ ਨਹੀਂ ਹੈਗਾ, ਉਹਨਾਂ ਨੂੰ ਸਟ੍ਰੈਸ ਆ। ਜਿਹੜਾ ਬੱਚਾ ਇੱਥੇ ਆ ਉਹ ਸ਼ਾਇਦ ਕਈ ਵਾਰ ਉਹਨਾਂ ਦੀ ਐਕਸਪੈਕਟੇਸ਼ਨ ਪੂਰੀਆਂ ਕਰਦਾ, ਕਿਉਂਕਿ ਡਿਸਟੈਂਸ, ਠੀਕ ਹੈ, ਉਹਦੇ ਕੋਲ ਟਾਈਮ ਨਹੀਂ ਆ, ਦੋਵਾਂ ਨੂੰ ਇੱਕ ਦੂਜੇ ਦੇ ਜਿਹੜੇ ਸਿਚੁਏਸ਼ਨਸ ਆ ਉਹਦੀ ਅਵੇਅਰਨੈਸ ਨਹੀਂ ਹੈਗੀ। ਉਹ ਜਿਹੜੇ ਆ ਉਹ ਬੱਚਾ ਜਿਹੜਾ ਉਹਨੂੰ ਹਮੇਸ਼ਾ ਹੀ ਇਹ ਫੀਲ ਹੁੰਦਾ ਹੈ ਕਿ ਸ਼ਾਇਦ ਦੇਰ ਇਜ਼ ਅ ਗਿਲਟ ਫੀਲਿੰਗ, ਰਾਈਟ, ਕਿ ਮੈਂ ਜਿਹੜੀ ਆ ਇਹ ਮਾਂ-ਬਾਪ ਦੀ ਜਿਹੜੀਆਂ ਚੀਜ਼ਾਂ ਨੇ ਉਹ ਪੂਰੀਆਂ ਨਹੀਂ ਕਰ ਰਿਹਾ। ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਦੇ ਵੱਖਰੇ ਚੈਲੰਜਸ ਨੇ, ਬਿਕੋਜ਼ ਜਿਨ੍ਹਾਂ ਦੇ ਜੇ ਹੁਣ ਫੈਮਿਲੀਜ਼ ਉੱਥੇ ਨੇ ਉਹ ਕਿਸੇ ਨੂੰ ਦੱਸ ਨਹੀਂ ਸਕਦੀਆਂ, ਉਹ ਹਮੇਸ਼ਾ ਆਪਣੇ ਮਾਂ-ਬਾਪ ਨੂੰ ਵਧੀਆ ਵਧੀਆ ਪਿਕਚਰ ਜਿਹੜੀ ਆ ਉਹ ਪੇਂਟ ਕਰਦੀਆਂ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜੇ ਦੱਸਾਂਗੇ ਉਹਨਾਂ ਕਰ ਵੀ ਕੀ ਲੈਣਾ, ਓਕੇ, ਲਾਗੇ ਕੋਈ ਸੋਸ਼ਲ ਸਪੋਰਟ ਸਿਸਟਮ ਨਹੀਂ ਹੈਗਾ। ਸੋ ਮੈਨੂੰ ਇਹ ਹਮੇਸ਼ਾ ਹੈਰਾਨੀ ਰਹਿੰਦੀ ਆ ਕਿ ਇਵੇਂ ਕਿਵੇਂ ਚੱਲੇਗਾ ਕਿ ਵੀ ਮਾਂ-ਬਾਪ ਵੀ ਸਟ੍ਰੈਸ 'ਚ ਨੇ, ਠੀਕ ਹੈ, ਜੇ ਲੜਕੀਆਂ ਨੇ ਉਹ ਵੀ ਸਟ੍ਰੈਸ 'ਚ ਨੇ, ਤੇ ਲੜਕਾ ਜਿਹੜਾ ਆ ਕੋਈ ਉਹ ਜੇ ਕੋਈ ਟਰੱਕ ਚਲਾ ਰਿਹਾ, ਕੋਈ ਕੰਮ ਕਰ ਰਿਹਾ, ਉਹ ਵੀ ਸਟ੍ਰੈਸ 'ਚ ਹੈ, ਠੀਕ ਹੈ। ਤੇ ਇਹ ਜਿਹੜੀ ਸਾਰੀ ਚੀਜ਼ ਹੈ, ਜਿੱਦਾਂ ਆਪਾਂ ਅੱਗੇ ਅਸੀਂ ਗੱਲ ਕਰਾਂਗੇ ਕਿ ਜਿਹੜੇ ਸਿੰਪਟਮਸ ਨੇ, ਹੁਣ ਸਭ ਤੋਂ ਪਹਿਲਾਂ ਜਿਹੜਾ ਸਟ੍ਰੈਸ ਦਾ ਸਿੰਪਟਮ ਤੇ ਜਿਹੜਾ ਲੋਕਾਂ ਨੂੰ ਅਕਸਰ ਮਿਲਦਾ, ਉਹ ਕਹਿੰਦੇ ਜੀ ਇਹ ਖਿਜਿਆ ਰਹਿੰਦਾ, ਇਹ ਗੁੱਸੇ 'ਚ ਆ, ਉਹਦੇ ਨਾਲ ਫਰਦਰ ਕਮਿਊਨੀਕੇਸ਼ਨ ਜਿਹੜਾ ਟੁੱਟੀ ਜਾ ਰਿਹਾ। ਤੇ ਇਹਦਾ ਫਿਰ ਇਹ ਕਿੱਧਰ ਨੂੰ ਜਾਏਗਾ? ਸਮਾਜ ਜਿਹੜਾ ਆ ਸਾਡਾ, ਖਾਸ ਤੌਰ ਸਾਡੀ ਕਮਿਊਨਿਟੀ, ਕਿਉਂਕਿ ਵੇਖੋ ਅੰਗਰੇਜ਼ਾਂ ਇੱਥੇ ਕੈਨੇਡੀਅਨ ਵਿੱਚ ਤਾਂ ਬੜਾ ਸਿੰਪਲ ਆ, 16 ਸਾਲ ਦਾ ਬੱਚਾ ਆਇਆ, ਚਲੋ ਜੀ ਥੈਂਕ ਯੂ, ਉਹਨਾਂ ਉੱਤੇ ਉਹ ਐਕਸਪੈਕਟੇਸ਼ਨ ਦੀ ਜਿਹੜੀ ਆ ਲੋਡ ਜਿਹੜਾ ਬਹੁਤ ਘੱਟ ਆ। ਲੜਕੀਆਂ ਜਿਹੜੀਆਂ ਨੇ ਉਹ ਵੀ ਆਪਦੇ ਡਿਸੀਜ਼ਨ ਬਣਾਉਂਦੀਆਂ ਨੇ, ਰਾਈਟ, ਚਾਹੇ ਕਿਸੇ ਦਾ ਵਿਆਹ ਦਾ ਇਸ਼ੂ ਹੈ, ਉਹ ਜੀ 1 ਸੈਕਿੰਡ ਲੱਗਦਾ ਕਿ ਉਹ ਸੈਪਰੇਟ ਹੋ ਜਾਂਦੇ ਆ, ਦੇ ਡੋਂਟ ਬਿਲੀਵ ਇਨ ਕਿ ਵੀ ਤੁਸੀਂ ਸਟ੍ਰੈਸ ਕੰਟੀਨਿਊ ਕਰੀ ਜਾਓ। ਸੋ ਆਪਣੀ ਕਮਿਊਨਿਟੀ ਦਾ ਜਦੋਂ ਤੁਸੀਂ ਗੌਰ ਨਾਲ ਸੋਚਦੇ ਹੋ, ਤੁਹਾਨੂੰ ਇਹ ਲੱਗਦਾ ਕਿ ਅਸੀਂ ਤਾਂ ਸਾਰੇ ਪਾਸੇ ਹੀ ਕਰੇ ਹੋਏ ਹਾਂ। ਸਾਡੀ ਕਲਚਰ ਐਕਸਪੈਕਟੇਸ਼ਨ ਹੋਰ ਦੱਸ ਰਹੀ ਹੈ, ਸਾਡੇ ਘਰ ਦੀਆਂ ਰਿਸਪੌਂਸਿਬਿਲਿਟੀਜ਼ ਹੋਰ ਚੀਜ਼ਾਂ ਦੱਸ ਰਹੀਆਂ ਨੇ, ਸੋਸਾਇਟੀ ਸਾਨੂੰ ਐਕਸੈਪਟ ਨਹੀਂ ਕਰਦੀ ਕਿ ਵੀ ਤੁਸੀਂ ਕੋਈ ਵੀ, ਚਾਹੇ ਤੁਸੀਂ ਸੈਪਰੇਸ਼ਨ ਲੈਣੀ ਆ ਤਾਂ ਨਹੀਂ ਐਕਸੈਪਟ ਕਰਨਾ, ਜੇ ਤੁਸੀਂ ਬਾਹਰ ਰੋਣਾ ਆ ਤਾਂ ਨਹੀਂ ਐਕਸੈਪਟ ਕਰਨਾ, ਓਕੇ, ਫਿਰ ਇਲਾਜ ਕੀ ਹੈਗਾ? ਕੋਈ ਹੱਥੋਂ ਪਾਈ ਹੁੰਦਾ, ਡੋਮੈਸਟਿਕ ਵਾਇਲੈਂਸ ਵੱਧਦੀ ਹੈ, ਕਿਤੇ ਸ਼ਰਾਬ ਵੱਧ ਜਾਂਦੀ ਹੈ, ਕਿਤੇ ਤੰਬਾਕੂ ਵੱਧ ਜਾਂਦਾ। ਸੋ ਵਾਟ ਇਜ਼ ਯੋਰ ਐਕਸਪੀਰੀਅੰਸ? ਤੁਸੀਂ ਕੀ ਐਜ਼ ਅ ਐਕਸਪਰਟ ਤੁਸੀਂ ਕੀ ਸੋਚਦੇ ਹੋ ਕਿ ਸਾਡਾ ਜਿਹੜਾ ਸਮਾਜ ਆ, ਸਾਡਾ ਭਾਈਚਾਰਾ, ਇਹਨਾਂ ਦੇ ਤੇ ਬਹੁਤ ਵੱਡੇ ਚੈਲੰਜਸ ਨੇ। ਓਕੇ, ਸੋ ਹੁਣ ਜਿਵੇਂ ਤੁਸੀਂ ਗੱਲ ਕੀਤੀ ਕਿ ਸਟ੍ਰੈਸ, ਉਹ ਜਿਹੜਾ ਸਟ੍ਰੈਸ ਹੈ ਜੋ ਸਾਡੇ ਉੱਤੇ ਪਿਆ ਹੈ, ਉਹ ਸਾਨੂੰ ਨਾ ਇੱਥੇ ਖੁਸ਼ੀ ਨਾਲ ਜਿਉਣ ਦੇ ਰਿਹਾ ਹੈ, ਔਰ ਅਸੀਂ ਫੇਕ ਜਿਹੜੀਆਂ ਹੈਗੀਆਂ ਫੋਟੋ ਭੇਜਦੇ ਹਾਂ ਆਪਣੇ ਮਾਂ-ਬਾਪ ਨੂੰ ਖੁਸ਼ ਕਰਨ ਵਾਸਤੇ। ਇਹਦੇ ਹੀ ਨੂੰ ਸਮਝ ਲਓ ਕਿ ਸਟ੍ਰੈਸ ਮੈਂ ਪਹਿਲੇ ਤਾਂ ਆਪਣੀ ਰਿਸਪੌਂਸਿਬਿਲਿਟੀ ਨੂੰ ਸਟ੍ਰੈਸ ਹੀ ਕਿਉਂ ਸਮਝਿਆ। ਦਿਸ ਇਜ਼ ਕਾਲਡ ਮੈਂਟਲ ਹੈਲਥ। ਵਾਈ ਮੈਂ ਇਹ ਕਿਉਂ ਫੀਲ ਕਰ ਰਹੀ ਹਾਂ ਕਿ ਉਹ ਮੈਂ ਉਹਨਾਂ ਦੀ ਕੇਅਰ ਕਰਨੀ ਹੈ, ਮੈਂ ਇੱਥੇ ਵੀ ਕੇਅਰ ਕਰਨੀ ਹੈ, ਤੇ ਦਿਸ ਇਜ਼ ਅ ਸਟ੍ਰੈਸ। ਇਹ ਸਟ੍ਰੈਟਜੀ ਨੰਬਰ 1 ਹੈ ਇੱਥੇ ਕਿ ਪਹਿਲਾਂ ਤਾਂ ਮੈਨੂੰ ਸਟ੍ਰੈਸ ਸਮਝਣਾ ਬੰਦ ਕਰਾਂ। ਐਂਡ ਦੂਜੀ ਗੱਲ ਐਕਸਪੈਕਟੇਸ਼ਨ ਇਹ ਸ਼ਬਦ ਮੈਂ ਅਵੇਅਰ ਹੋ ਗਿਆ ਕਿ ਉਹ ਮੈਥੋਂ ਐਕਸਪੈਕਟ ਕਰ ਰਹੇ ਆ, ਮੈਨੂੰ ਇਹ ਕਮਿਟਮੈਂਟ ਪੂਰੀ ਕਰਨੀ ਪੈਣੀ ਹੈ, ਇਹ ਕਮਿਟਮੈਂਟ ਪੂਰੀ ਕਰਨੀ ਪੈਣੀ ਹੈ, ਦੇ ਹੈਵ ਦ ਐਕਸਪੈਕਟੇਸ਼ਨ। ਇਹ ਚੀਜ਼ਾਂ ਮੇਰੇ ਦਿਮਾਗ 'ਚ ਆਈਆਂ ਹੀ ਕਿਉਂ? ਜਿਸ ਤਰੀਕੇ ਨਾਲ ਮੈਨੂੰ ਪਿਆਸ ਲੱਗੀ, ਪਾਣੀ ਪੀਣਾ, ਇਹ ਮੈਂ ਇੰਨਾ ਨੈਚੁਰਲ ਕਿਉਂ ਨਹੀਂ ਬਣਾ ਸਕਦਾ? ਦੈਟ ਇਜ਼ ਕਾਲਡ ਅਵੇਅਰਨੈਸ। ਜਿੰਨੀ ਜ਼ਿਆਦਾ ਅਸੀਂ ਐਜ਼ ਅ ਕਾਉਂਸਲਰ ਕਰਦੇ ਕੀ ਹੈ, ਇਹ ਸਟ੍ਰੈਟੇਜੀਜ਼ ਪ੍ਰੋਵਾਈਡ ਕਰਦੇ ਕਿ ਇਹਨੂੰ ਤੂੰ ਨਾਰਮਲਾਈਜ਼ ਕਿਉਂ ਨਹੀਂ ਕਰ ਸਕਦਾ, ਕਿਉਂ ਦਿਮਾਗ ਦੇ ਵਿੱਚ ਲੋਡ ਪਾਉਣਾ ਹੈ। ਔਰ ਦੂਜੀ ਗੱਲ, ਇਹ ਮੈਂ ਜਿਹੜੀ ਵੈਲਿਊ ਦੀ ਗੱਲ ਕਰ ਰਹੀ ਹਾਂ ਜਾਂ ਲੈਕ ਆਫ ਅਵੇਅਰਨੈਸ ਦੀ ਗੱਲ ਕਰ ਰਹੀ ਹਾਂ, ਇਹ ਮੈਂ ਇੱਥੇ ਜ਼ਰੂਰ ਕਹਿਣਾ ਚਾਹੂੰਗੀ, ਆਪਾਂ ਆਪਣੇ ਮਾਂ-ਬਾਪ ਤੋਂ 20 ਸਾਲ 25 ਸਾਲ 30 ਸਾਲ ਅੱਗੇ ਹੈ। ਸਭ ਤੋਂ ਪਹਿਲੀ ਲਾਈਨ ਹੈ, ਇਹਨੂੰ ਕਿਤੇ ਨਾ ਕਿਤੇ ਲਿਖ ਕੇ ਰੱਖ ਲਓ। ਜਦੋਂ ਅਸੀਂ ਅੱਗੇ ਹੈ, ਅੱਗੇ ਦਾ ਮਤਲਬ ਅਸੀਂ ਉਹਨਾਂ ਤੋਂ ਵੱਡੇ ਨਹੀਂ ਹੋ ਗਏ, ਅੱਗੇ ਹੈ ਅਸੀਂ ਏਜ ਵਾਈਜ਼, ਅੱਗੇ ਹੈ ਅਸੀਂ ਐਕਸਪੀਰੀਅੰਸ ਵਾਈਜ਼, ਅੱਗੇ ਹੈ ਅਸੀਂ ਐਜੂਕੇਸ਼ਨ ਵਾਈਜ਼। ਅਗਰ ਮੇਰੇ ਕੋਲ ਅੱਜ ਦੀ ਟੈਕਨੋਲੋਜੀ ਪੜ੍ਹ ਕੇ ਬਹੁਤ ਸਾਰੀ ਇਨਫੋਰਮੇਸ਼ਨ ਅਵੇਅਰਨੈਸ ਆ ਗਈ, ਹੁਣ ਮੇਰਾ ਕੰਮ ਹੈ ਉਹਨਾਂ ਨੂੰ ਅਵੇਅਰ ਕਰਾਉਣਾ। ਅਵੇਅਰ ਕੀ? ਮੰਮੀ ਪਾਪਾ ਜੋ ਵੀ ਛੋਟੇ ਜਿਹੜੇ ਪੇਰੈਂਟਸ ਹੈਗੇ ਉਹਨਾਂ ਨੂੰ ਦੱਸਣਾ, ਮੰਮੀ ਇੱਥੋਂ ਦੀ ਲਾਈਫ ਇਹ ਹੈ। ਮੈਨੂੰ ਪਤਾ, ਆਈ ਕੈਨ ਅੰਡਰਸਟੈਂਡ ਕਿ ਨਹੀਂ ਸਮਝਣਗੇ, ਲੇਕਿਨ ਇਹ ਲਾਈਨ ਨਹੀਂ ਸਮਝਣਗੇ, ਇਹਨੂੰ ਕਿਤੇ ਨਾ ਕਿਤੇ ਗਾਰਬੇਜ ਦੇ ਵਿੱਚ ਜਾਂ ਡਸਟਬਿਨ 'ਚ ਪਾਣੀ ਪਊਗੀ, ਕਿਉਂਕਿ ਇਹ ਨਹੀਂ ਸਮਝਣ ਵਾਲੀ ਗੱਲ ਹੈ। ਮੈਂ ਆਪਣੇ ਮੈਂਟਲ ਹੈਲਥ ਵਿੱਚ ਪਾ ਲਈ, ਹੁਣ ਮੈਂ ਉਹਨਾਂ ਨੂੰ ਕਿਵੇਂ ਅਵੇਅਰ ਕਰੂੰਗਾ? ਮੈਂ ਹੀ ਆਪਣੇ ਆਪ ਨੂੰ ਇੰਨਾ ਸਟਿਫ ਬਣਾ ਲਿਆ ਕਿ ਉਹ ਸਮਝਣਗੇ ਨਹੀਂ। ਪਰ ਕਦੇ ਮੈਂ ਸੋਚਿਆ ਕਿ ਅਗਰ ਮੈਂ ਸ਼ੁਰੂ ਕਰੂੰਗਾ ABCD ਤੋਂ, ਤਾਂ ਉਹ ਜ਼ਰੂਰ ਸਮਝਣਗੇ, ਬਿਕੋਜ਼ ਦੇ ਆਰ ਮਾਂ-ਬਾਪ। ਉਹ ਸਾਨੂੰ ਖੁਸ਼ ਰਹਿਣਾ
ਖੁਸ਼ ਰੱਖਣਾ ਚਾਹੁੰਦੇ ਆ, ਖੁਸ਼ੀ ਦੇਖਣਾ ਚਾਹੁੰਦੇ ਆ, ਔਰ ਆਪਾਂ ਵੀ ਇਹ ਚਾਹੁੰਦੇ ਆ। ਜਦੋਂ ਦੋਨਾਂ ਦਾ ਗੋਲ ਹੀ ਇੱਕ ਹੈਗਾ ਤਾਂ ਫਿਰ ਅਸੀਂ ਪਿੱਛੇ ਕਿਉਂ ਹਟਦੇ ਹਾਂ, ਕਿਉਂ ਨਹੀਂ ਅਸੀਂ ਵੇਅਰ ਕਰਾ ਸਕਦੇ? ਸੋ ਤੁਹਾਨੂੰ ਇਹ ਲੱਗਦਾ ਕਿ ਜਿਹੜਾ ਵੀ ਬੱਚਾ ਜੋ ਇੱਥੇ ਹੈ ਕੈਨੇਡਾ ਦੇ ਵਿੱਚ, ਉਹਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ ਕਿ ਉਹ ਇੱਕ ਹਕੀਕਤ ਜਿਹੜੀ ਹੈ, ਨੈਚੁਰਲ ਲਾਈਫ, ਜਿਹੜੀ ਰਿਐਲਿਟੀ ਦੀ ਲਾਈਫ ਹੈ ਰੋਜ਼ ਦੀ, ਚਾਹੇ ਉਹ ਚੰਗੀ ਹੈ ਮਾੜੀ ਹੈ, ਉਹਨੂੰ ਉਹ ਸੱਚ ਜਿਹੜਾ ਆ ਉਹ ਆਪਣੇ ਮਾਂ-ਬਾਪ ਨੂੰ ਜੋ ਦੱਸਣਾ ਚਾਹੀਦਾ ਹੈ ਕਿ ਵੇਖੋ ਜੀ ਮੈਂ ਭਾਂਡੇ ਵੀ ਆਪ ਧੋਣਾ, ਮੈਂ ਸਟਰਗਲ ਵੀ ਕਰਦਾ ਆ, ਮੈਨੂੰ ਜੌਬ ਦੀ ਵੀ ਸਿਕਿਉਰਿਟੀ ਹੈ ਨਹੀਂ, ਮੇਰੇ ਉੱਤੇ ਮੌਰਗੇਜ ਲੋਨ ਇੰਨਾ ਆ, ਸੋ ਮੇਰੇ ਆ ਵੀ ਜ਼ਿੰਮੇਵਾਰੀਆਂ ਹੈਗੀਆਂ। ਤੇ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਮੈਂ ਜੋ ਸਮਝ ਰਿਹਾ ਉਹ ਇਹ ਹੈ ਕਿ ਕਿਤੇ ਨਾ ਕਿਤੇ ਅਸੀਂ ਇੱਕ ਐਸੀ ਚੀਜ਼ ਪ੍ਰੈਜ਼ੈਂਟ ਕਰਦੇ ਆ ਕਿ ਅਸੀਂ ਜੀ ਕੈਨੇਡਾ ਆ ਗਏ ਆ, ਕਿ ਸ਼ਾਇਦ ਇੱਥੇ ਸਾਰਾ ਕੁਝ ਜਿਹੜਾ ਆ ਉਹ ਜਿਸ ਤਰ੍ਹਾਂ ਲੋਕੀ ਕਹਿੰਦੇ ਵੀ ਇੱਥੇ ਡਾਲਰ ਦਰਖਤਾਂ ਤੇ ਲੱਥਦੇ ਆ, ਉਹ ਮਾਂ-ਬਾਪ ਦੀ ਜਿਹੜੀ ਜਾਂ ਕਿਸੇ ਦੀ ਵੀ ਜਿਹੜੀ ਉਹ ਐਕਸਪੈਕਟੇਸ਼ਨ ਹੈਗੀ ਆ ਕਿ ਕਈ ਵਾਰ ਲੋਕ ਇਸ ਚੀਜ਼ ਦੀ ਵੀ ਸਟ੍ਰੈਸ ਲੈਂਦੇ ਆ ਜਦੋਂ ਅਸੀਂ ਇੰਟਰੈਕਟ ਕਰਦੇ ਆ ਕਿ ਉੱਥੇ ਕੋਈ ਹੋਰ ਰਿਸ਼ਤੇਦਾਰ ਨੇ, ਉਹਨਾਂ ਨੂੰ ਇਹ ਲੱਗਦਾ ਵੀ ਜੇ ਪੈਸੇ ਮੰਗਾਉਣੇ ਆ ਤੇ ਕੈਨੇਡਾ ਵਾਲਿਆਂ ਨੂੰ ਕਹਿ ਦਿਓ, ਰਾਈਟ। ਸੋ ਕਈ ਵਾਰ ਉੱਥੇ ਬੈਠਾ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ 'ਚ ਜਾਂ ਬੰਗਲਾਦੇਸ਼ 'ਚ ਬੰਦਾ, ਉਹਦੇ ਕੋਲ ਜ਼ਿਆਦਾ ਪੈਸੇ ਹੁੰਦੇ ਆ, ਮਗਰ ਸਭ ਤੋਂ ਪਹਿਲਾਂ ਨਾਂ ਕਿਹਦਾ ਆਏਗਾ ਜੀ, ਇਹ ਕੈਨੇਡਾ। ਉਹ ਬੰਦੇ ਦੀ ਰਿਐਲਿਟੀ ਜਿਹੜੀ ਆ, ਸਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਸੱਚ ਬੋਲਣਾ ਜਾਂ ਰਾਈਟ ਪਿਕਚਰ ਜਿਹੜੀ ਹੈਗੀ ਉਹ ਜਿਹੜੀ ਆ ਆਪਣੇ ਘਰ 'ਚ ਬੱਚਿਆਂ ਨੂੰ ਵੀ ਦੱਸਣੀ ਜ਼ਰੂਰੀ ਹੈ ਤੇ ਆਪਣੇ ਮਾਂ-ਬਾਪ ਨੂੰ ਦੱਸਣੀ ਜ਼ਰੂਰੀ ਹੈ। ਆਈ ਥਿੰਕ ਦੈਟ ਵੇ ਉਹਦੇ ਨਾਲ ਐਕਸਪੈਕਟੇਸ਼ਨ ਜਿਹੜੀਆਂ ਨੇ ਉਹ ਨੈਚੁਰਲ ਤੇ ਥੋੜ੍ਹੀਆਂ ਜਿਹੜੀਆਂ ਪ੍ਰੈਕਟੀਕਲ ਹੋ ਜਾਣਗੀਆਂ। ਤੇ ਅੱਗੇ ਵੇਖੋ ਕਿਸੇ ਦੀ ਬਦਕਿਸਮਤੀ ਹੈ ਜੇ ਫਿਰ ਵੀ ਮਾਂ-ਬਾਪ ਜਿਹੜਾ ਆ ਜਾਂ ਕੋਈ ਵੀ ਨਹੀਂ ਸਮਝਦਾ, ਤਾਂ ਆਈ ਥਿੰਕ ਦੈਟਸ ਦ ਫਰਸਟ ਸਟੈਪ। ਨਹੀਂ, ਇੱਥੇ ਮੈਂ ਥੋੜਾ ਜਿਹਾ ਐਡ ਕਰੂੰਗੀ, ਜਿਹੜਾ ਆਪਾਂ ਕਹਿੰਦੇ ਨੇ ਨਹੀਂ ਸਮਝੂਗਾ, ਨਹੀਂ ਸਮਝਦਾ, ਉਹ ਕਿਉਂ ਨਹੀਂ ਸਮਝ ਪਾਉਂਦਾ? ਕਿਉਂਕਿ ਸਾਡੇ ਅੰਦਰ ਸਾਡੀ ਜਿਹੜੀ ਬੋਲਚਾਲ ਹੈ ਨਾ, ਉਹੀ ਬਹੁਤ ਫੇਕ ਹੋ ਜਾਂਦੀ ਹੈ। ਕਿਉਂਕਿ ਜਦੋਂ ਮੈਂ ਰਿਐਲਿਟੀ ਦੇ ਵਿੱਚ ਨਹੀਂ ਹੈ, ਜਦੋਂ ਮੈਂ ਸਟੇਬਲ ਨਹੀਂ ਹੈ, ਤੇ ਮੈਂ ਉਹਨਾਂ ਨੂੰ ਥੋੜਾ ਜਿਹਾ ਦੱਸਦਾ, ਮੰਮੀ ਐ ਕੀਤਾ, ਮੈਨੂੰ ਐ ਹੋ ਗਿਆ, ਮੈਨੂੰ ਇਹ ਹੋ ਗਿਆ। ਦੇਖੋ, ਤੁਸੀਂ ਅਗਰ ਆਪਣੇ ਆਪ ਨੂੰ ਬੱਚੇ ਸਮਝਿਆ ਤੇ ਬੱਚਿਆਂ ਵਾਂਗੂ ਹੀ ਗੱਲਾਂ ਕਰਨੀਆਂ ਪੈਣੀਆਂ, ਸਾਰਾ ਕੁਝ ਦੱਸਣਾ ਪੈਣਾ। ਮੰਮੀ 8 ਤੋਂ ਲੈ ਕੇ ਇੰਨੇ ਵਜੇ ਤੱਕ ਮੇਰਾ ਕੰਮ ਹੈ, ਉਸ ਤੋਂ ਬਾਅਦ ਮੈਂ ਇਹ ਹੈ। ਤੁਸੀਂ ਯਾਦ ਕਰੋ ਜਦੋਂ ਤੁਸੀਂ ਉੱਥੇ ਸੀ, ਉੱਥੇ ਵੀ ਤੁਸੀਂ ਆਪਣੇ ਮਾਂ-ਬਾਪ ਦੇ ਸਾਹਮਣੇ ਕੰਮ ਕਰਨ ਵੀ ਜਾਂਦੇ ਸੀ, ਘਰੇ ਵੀ ਆਉਂਦੇ ਸੀ, ਥੱਕਦੇ ਵੀ ਸੀ, ਫਿਰ ਤੁਹਾਨੂੰ ਇਹ ਕਰਨਾ ਸੀ, ਇਹ ਕਰਨਾ। ਤੁਸੀਂ ਕਿਵੇਂ ਬੋਲਦੇ ਸੀ? ਤੁਸੀਂ ਆਪਣੀ ਬੋਲੀ ਨੂੰ ਬਿਲਕੁਲ ਉਹੀ ਨੈਚੁਰਲ, ਉਹੀ ਆਪਣੇ ਬੱਚਿਆਂ ਵਾਂਗੂ ਹੀ ਰੱਖਣਾ ਹੈ, ਜਿਹਦੇ ਨਾਲ ਤੁਹਾਡੇ ਮਾਂ-ਬਾਪ ਤੁਹਾਡੇ ਸ਼ਬਦਾਂ ਨੂੰ ਸਮਝ ਸਕਣ ਕਿ ਮੇਰਾ ਬੱਚਾ ਕੀ ਕਹਿ ਰਿਹਾ। ਕੈਨੇਡਾ ਦੀ ਲਾਈਫ ਨੂੰ ਅਸੀਂ ਉੱਥੇ ਪ੍ਰਮੋਟ ਕੀਤਾ ਜਾਂ ਅਸੀਂ ਹੀ ਉਹਨਾਂ ਨੂੰ ਅਵੇਅਰ ਕਰਾਇਆ, ਅਸੀਂ ਉਹਨਾਂ ਨੂੰ ਦੱਸਿਆ ਉੱਥੇ ਐ ਹੁੰਦਾ, ਉੱਥੇ ਐ ਹੁੰਦਾ। ਅਸੀਂ ਮੋਟੇ-ਮੋਟੇ ਕੜੇ ਪਾ ਕੇ, ਕੈਂਠੇ ਪਾ ਕੇ, ਚੇਨਾਂ ਪਾ ਕੇ, ਸ਼ਾਇਦ ਇੱਥੋਂ ਤੱਕ ਵੀ ਚੀਜ਼ਾਂ ਲੈ ਕੇ ਉਦੋਂ ਜਾਂਦੇ ਆ, ਅਸੀਂ ਟੈਕਸੀਆਂ ਲੈ ਕੇ ਫਿਰਦੇ ਆ, ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇਹੀ ਰੀਅਲ ਲਾਈਫ ਆ। ਆਈ ਥਿੰਕ ਸਾਨੂੰ ਕਿਤੇ ਨਾ ਕਿਤੇ ਉਹ ਚੀਜ਼ਾਂ ਜਿਹੜੀਆਂ ਨੇ ਨਾ ਰਿਐਲਿਟੀ 'ਚ ਉਹ ਕਰਨੀਆਂ ਪੈਣਗੀਆਂ। ਜੇ ਕੜਾ ਨਹੀਂ ਅਫੋਰਡ ਕਰ ਸਕਦੇ ਤੇ ਬਿਨਾਂ ਖਾਲੀ ਹੱਥ ਵੀ ਜਾਣਾ ਚਾਹੀਦਾ, ਤਾਂ ਕਿ ਉਹ ਉਮੀਦ ਹੀ ਜਿਹੜੀ ਆ ਉਹ ਪ੍ਰੈਕਟੀਕਲ ਰਹੇ। ਨਹੀਂ, ਇੱਥੇ ਮੈਂ ਕਹੂੰਗੀ ਅਗਰ ਤੁਹਾਡੇ ਕੋਲ ਕੜਾ ਹੈ, ਅਗਰ ਤੁਸੀਂ ਵਾਕਈ ਪੈਸੇ ਕਮਾਏ ਹੈ, ਤਾਂ ਤੁਸੀਂ ਕੜਾ ਪਾਇਆ ਹੈ, तो क्यों छुपाना है? I am saying about show off. हाँ, नहीं बिल्कुल शो ऑफ नहीं, मैं ये कह रही हूँ कि ਤੁਸੀਂ ਕੜਾ ਪਾਇਆ ਤਾਂ ਫਿਰ ਤੁਸੀਂ ਜਦੋਂ ਦੱਸ ਰਹੇ ਹੋ ਮੰਮੀ ਮੈਂ 8 ਘੰਟੇ ਕੰਮ ਕੀਤਾ, ਇੱਥੋਂ ਦੀ ਲਾਈਫ ਉੱਥੋਂ ਦੀ ਲਾਈਫ ਦੇ ਵਿੱਚ ਡਿਫਰੈਂਟ ਕੀ ਹੈਗਾ? ਹੁਣ ਜਿਵੇਂ ਇੱਥੇ ਠੰਡ ਹੈ ਤਾਂ ਆਪਾਂ ਨੂੰ ਜੈਕਟਾਂ ਪਾਣੀਆਂ ਪੈਣੀਆਂ, ਸੋਹਣੀਆਂ ਜੈਕਟਾਂ ਵੀ ਪਾਣੀਆਂ ਪੈਣੀਆਂ, ਬਿਕੋਜ਼ ਅਕੋਰਡਿੰਗ ਟੂ ਦ ਵਿੰਟਰ ਇਹੋ ਜਿਹਾ ਖਾਣਾ ਵੀ ਇੱਥੋਂ ਤੇ ਖਾਣਾ ਪੈਣਾ। ਜੋ ਇੱਥੋਂ ਦਾ ਲਾਈਫ ਸਟਾਈਲ ਹੈ ਉਹਨਾਂ ਨੂੰ ਨਹੀਂ ਪਤਾ, ਚਾਹੇ ਉਹ ਪਿੰਡ ਦੇ ਵਿੱਚ ਰਹਿੰਦੇ, ਚਾਹੇ ਉਹ ਸ਼ਹਿਰ ਦੇ ਵਿੱਚ ਰਹਿੰਦੇ, ਪਰ ਉਹ ਰਹਿੰਦੇ ਹੈ ਕੰਟਰੀ ਇੰਡੀਆ ਦੇ ਵਿੱਚ। ਸੋ ਇੰਡੀਆ ਲੈ ਲਓ ਜਾਂ ਪਾਕਿਸਤਾਨ, ਵਟਐਵਰ ਜਿਹੜੇ ਵੀ ਸ਼ਹਿਰ ਹੈਗੇ, ਸੋ ਉਹਨਾਂ ਨੂੰ ਅਵੇਅਰ ਕਰਾਉਣਾ ਬਹੁਤ ਜ਼ਰੂਰੀ ਹੈ। ਔਰ ਪਲੀਜ਼ ਅਵੇਅਰਨੈਸ ਦੇ ਟਾਈਮ ਤੇ ਇਹ ਯਾਦ ਰੱਖਣਾ, ਮੈਂ ਉਹੀ ਬੱਚਾ ਹਾਂ ਜੋ ਮੈਂ ਔਰ ਉਹਨਾਂ ਨੂੰ, ਅਸੀਂ ਦੋਨਾਂ ਨੇ ਖੁਸ਼ ਰਹਿਣਾ ਹੈ। ਗੋਲ ਇੱਕ ਹੀ ਹੈ। ਜਦੋਂ ਗੋਲ ਇੱਕ ਹੋਗਾ ਨਾ, ਤੁਸੀਂ ਦੇਖੋਗੇ ਕਿ ਤੁਹਾਡੀ ਲਾਈਫ ਦੇ ਵਿੱਚ ਬੈਲੈਂਸ ਆਉਣਾ ਸ਼ੁਰੂ ਹੋ ਜਾਊਗਾ। ਮੈਂ ਸਿੰਧੂ ਜੀ ਇੱਥੇ ਇੱਕ ਬਹੁਤ ਮੇਜਰ ਕੁਐਸਚਨ ਪੁੱਛ ਰਿਹਾ, ਕਿਉਂਕਿ ਮੈਂ ਹੈਵਿੰਗ ਬੀਨ ਡਾਇਰੈਕਟਰ ਕ੍ਰਾਈਮ ਸਟਾਪਰਸ, ਬੜੇ ਕੇਸ ਆਉਂਦੇ ਆ, ਕਿਉਂਕਿ ਹੁਣ ਇਵਨ COVID-19 ਦੇ ਵਿੱਚ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਕੇਸਿਸ ਆ ਬਹੁਤ ਵਧੇ ਆ। ਓਕੇ, ਇੱਕ ਤੇ ਇਹ ਤਾਂ ਅਸੀਂ ਗੱਲ ਕੀਤੀ ਆ ਵੀ ਜਿਹੜੇ ਉੱਥੇ ਲੋਕ ਨੇ ਜਾਂ ਮਾਂ-ਬਾਪ ਨੇ, ਇੱਥੇ ਵੀ ਅਕਸਰ ਵੇਖਿਆ ਗਿਆ ਕਿ ਖਾਸ ਤੌਰ ਤੇ ਜਿਹੜੇ ਇਮੀਗ੍ਰੈਂਟਸ ਆਉਂਦੇ ਆ, ਪਹਿਲੇ 2-3 ਸਾਲ ਉਹਨਾਂ ਲਈ ਬਹੁਤ ਚੈਲੰਜਿੰਗ ਨੇ, ਰਾਈਟ, ਕਿਉਂਕਿ ਸਟ੍ਰੈਸ ਜਿਹੜੀ ਆ ਉਹ ਹਸਬੈਂਡ ਵਾਈਫ ਦੋਵਾਂ ਤੇ ਵੱਧਦੀ ਹੈ, ਔਰ ਬੱਚਿਆਂ ਦੀਆਂ ਉਹਨਾਂ ਸਾਰਾ ਕੁਝ ਨਵਾਂ ਲਾਈਫ ਸਟਾਈਲ ਹੁੰਦਾ। ਇਹੋ ਜਿਹੇ ਕਿੰਨੇ ਕੁ ਤੁਹਾਡੇ ਕੋਲ ਕੇਸ ਆਉਂਦੇ ਆ ਔਰ ਉਹਨਾਂ ਨੂੰ ਤੁਸੀਂ ਕਿਵੇਂ ਹੈਂਡਲ ਕਰਦੇ ਹੋ, ਜਿੱਥੇ ਕਿ ਅਕਸਰ ਵੇਖਿਆ ਗਿਆ ਕਿ ਪਹਿਲੇ 2-3 ਸਾਲ ਦੇ ਵਿੱਚ ਹੀ ਜਿਹੜੇ ਆ ਬਹੁਤ ਜ਼ਿਆਦਾ ਬ੍ਰੇਕਡਾਊਨਸ ਆਉਂਦੇ ਆ। ਕਿਉਂਕਿ ਸਟ੍ਰੈਸ ਜਿਹੜੀ ਆ ਉਹਦੀ ਮੈਨੇਜਮੈਂਟ, ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਸਟ੍ਰੈਸ ਹੈਂਡਲਿੰਗ ਜਿਹੜੀ ਆ ਉਹ ਨਹੀਂ ਹੁੰਦੀ, ਪੈਸੇ ਦੀ ਖਿੱਚ ਕਰਕੇ ਇੱਕ ਦੂਜੇ ਤੇ ਕੋਈ ਪ੍ਰਿੰਸੀਪਲ ਐਪਲੀਕੈਂਟ ਹੈ ਜੋ ਕੋਈ ਹੈ ਜਿਹੜਾ ਲੈ ਕੇ ਆਓ, ਤੁਸੀਂ ਇੱਕ ਦੂਜੇ ਨੂੰ ਕਿਹਾ ਜਾਂਦਾ ਵੀ ਤੂੰ ਮੈਨੂੰ ਕੈਨੇਡਾ ਲੈ ਕੇ ਆ ਗਿਆ ਜਾਂ ਲੈ ਕੇ ਆਈ, ਉੱਥੇ ਵਧੀਆ ਸੀਗਾ, ਉਹ ਸਾਰਾ ਚੱਲਦਾ।
ਇਹਨਾਂ ਨੂੰ ਕਿਵੇਂ ਤੁਸੀਂ ਹੈਂਡਲ ਕਰੋਗੇ ਕਿ ਬਈ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਨੇ ਉਹ ਇਸ ਚੀਜ਼ ਨੂੰ ਵੀ ਚੈਲੰਜ ਕਰਦੇ ਆ। ਔਰ ਦੂਸਰਾ, ਬੜੀ ਉਮੀਦ ਦੇ ਨਾਲ ਉਹ ਕੈਨੇਡਾ ਆਏ ਹੁੰਦੇ ਆ, ਮਾਂ-ਬਾਪ ਆਪਣੇ ਹਰ ਇੱਕ ਨੂੰ ਉੱਥੇ ਖੁਸ਼ੀ ਨਾਲ ਦੱਸ ਕੇ ਆਇਆ, ਹਰ ਇੱਕ ਨੇ ਸੋਚਿਆ ਕਿ ਵੇਖੋ ਜੀ ਇਹਦੀ ਤਾਂ ਲੋਟਰੀ ਲੱਗ ਗਈ, ਕੈਨੇਡਾ ਆ ਰਿਹਾ, ਠੀਕ ਹੈ, ਪਰਮਾਨੈਂਟ ਪੱਕੇ ਹੋ ਕੇ ਜਾ ਰਿਹਾ ਜੀ, ਇਹਨਾਂ ਨੂੰ ਗ੍ਰੀਨ ਕਾਰਡ ਮਿਲ ਜਾਣਾ। ਸੋ ਇੱਕ ਪਾਸੇ ਦਾ ਐਕਸਪੈਕਟ ਇੱਥੇ ਉਹ ਪਹੁੰਚ ਜਾਂਦਾ ਬੰਦਾ, ਵੇਅਰ ਰਿਐਲਿਟੀ ਜਿਹੜੀ ਆ ਉਹਨੂੰ ਜੌਬ ਨਹੀਂ ਮਿਲਦੀ, ਉਹਨੂੰ ਮਿਨੀਮਮ ਵੇਜ ਦੀ ਜੌਬਸ ਕਰਨੀਆਂ ਪੈਂਦੀਆਂ। ਬਹੁਤ ਸਾਰੇ ਐਸੇ ਚੈਲੰਜਸ ਨੇ, ਹਰ ਇੱਕ ਪਾਸੇ ਕ੍ਰੈਡਿਟ ਲੋ ਹੈ, ਲੋਨ ਨਹੀਂ ਮਿਲ ਰਿਹਾ, ਮੌਰਗੇਜ ਨਹੀਂ ਹੋ ਰਹੀ, ਕਿਤੇ ਬੇਸਮੈਂਟ ਨਹੀਂ ਮਿਲ ਰਹੀ। ਸੋ ਹੁਣ ਖਾਸ ਤੌਰ 'ਤੇ ਹੁਣ ਕੋਵਿਡ-19 ਹੈ, ਜੌਬ ਦੀ ਸਿਕਿਉਰਿਟੀ ਹੈ ਨਹੀਂ, ਰਾਈਟ। ਰਾਤ ਨੂੰ ਬੰਦਾ ਊਬਰ ਚਲਾ ਰਿਹਾ, ਕੋਈ ਦਿਨੇ ਕੰਮ ਕਰ ਰਿਹਾ, ਲਾਈਫ ਸਟਾਈਲ ਹੀ ਬੜਾ ਡਿਫਰੈਂਟ ਹੋ ਗਿਆ। ਉੱਥੇ ਨੌਕਰ ਚਾਕਰ ਸੀਗੇ, ਕੋਈ ਰੋਟੀ ਕੋਈ ਭਾਂਡੇ ਮਾਂਜਦਾ ਸੀ, ਇੱਥੇ ਤੁਸੀਂ ਸਾਰੇ ਕੰਮ ਆਪ ਕਰ ਦਿਓ, ਠੀਕ ਹੈ। ਅਤੇ ਭੱਜ ਦੌੜ ਜਿਹੜੀ ਆ ਉਹ ਵਧੀ ਆ ਰਹੀ ਹੈ। ਐਂਡ ਉਹ ਜਿਹੜੀ ਉੱਥੇ ਜਿਹੜੀ ਸਾਰਿਆਂ ਨੇ ਉਮੀਦ ਜਤਾਈ ਦੱਸਿਆ ਹੁੰਦਾ, ਉਹ ਅਸੀਂ ਉਸੇ ਤਰ੍ਹਾਂ ਉੱਥੇ ਵੀ ਇਹ ਪ੍ਰੈਜ਼ੈਂਟ ਕਰਦੇ ਹਾਂ, ਨਹੀਂ ਜੀ ਅਸੀਂ ਬਹੁਤ ਖੁਸ਼ ਹਾਂ, ਕੈਨੇਡਾ ਬਹੁਤ ਵਧੀਆ, ਰਾਈਟ। ਇਹ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਕਿ ਇਹ ਜਿਹੜੇ ਲੋਕ ਆਉਂਦੇ ਆ ਨਵੇਂ, ਜਿਹੜੇ ਪਹਿਲੇ 2-3 ਸਾਲ, ਉਹਨਾਂ ਨੂੰ ਕਿਵੇਂ ਹੈਂਡਲ ਕਰਨਾ ਚਾਹੀਦਾ ਕਿ ਤਾਂ ਕਿ ਉਹ ਇਹ ਜਿਹੜੀ ਇਹ ਚੀਜ਼ ਹੈ, ਜਿਹੜਾ ਉਹਨਾਂ ਦੀ ਮੈਂਟਲ ਹੈਲਥ 'ਤੇ ਅਸਰ ਹੁੰਦਾ, ਉਹ ਆਪਣੇ ਆਪ ਨੂੰ ਜਿਹੜਾ ਆ ਉਹ ਬੈਟਰ ਕਰ ਸਕਣ। ਯੈਸ, ਬਹੁਤ ਅੱਛਾ ਕੁਐਸਚਨ ਪੁੱਛਿਆ ਤੁਸੀਂ। ਕਹਿੰਦੇ ਹੋ ਕਿ ਪਹਿਲੇ ਦੇ 2 ਸਾਲ 3 ਸਾਲ, ਮੈਂ ਤਾਂ ਕਹਿੰਦੀ ਹਾਂ ਕਿ ਜਿੰਨੀ ਵੀ ਲਾਈਫ ਅਸੀਂ ਇੱਥੇ ਬਿਤਾਉਂਦੇ ਹਾਂ, ਔਰ ਜਿੰਨੀ ਵੀ ਲਾਈਫ ਪ੍ਰੋਫੈਸ਼ਨਲੀ ਕਹਿ ਦਿਓ ਜਾਂ ਸਟਾਰਟ ਕੀਤੀ ਹੈ, ਜਦੋਂ ਤੁਸੀਂ ਇੱਥੇ ਆਏ ਤੁਸੀਂ ਕੀ ਸੋਚ ਕੇ ਆਏ? ਯੈਸ, ਅਗਰ ਤੁਹਾਡੇ ਕੋਲ ਅਵੇਅਰਨੈਸ ਹੈਗੀ ਸੀ, ਕਿਹੜੀ ਅਵੇਅਰਨੈਸ ਤੁਹਾਡੇ ਕੋਲ ਸੀ? ਕਿਉਂਕਿ ਦੇਖੋ ਅਸੀਂ ਕਹਿੰਦੇ ਹਾਂ ਇੱਕ ਹੈ ਬੁਕਿਸ਼ ਨੌਲੇਜ, ਇੱਕ ਹੈ ਪ੍ਰੈਕਟੀਕਲ ਨੌਲੇਜ ਜੀ। ਸੋ ਪ੍ਰੈਕਟੀਕਲ ਨੌਲੇਜ ਕੀ ਹੋਈ ਜਦੋਂ ਤੁਸੀਂ ਇੱਥੇ ਸਟੈਪ ਇਨ ਕੀਤਾ। ਜਿਵੇਂ ਤੁਹਾਡਾ ਸਟੈਪ ਇਨ ਹੋ ਗਿਆ, ਸਭ ਤੋਂ ਪਹਿਲਾਂ ਮੈਂ ਕਰਨਾ ਕੀ ਹੈ, ਅਸੀਂ ਕੀ ਕਰਦੇ ਹਾਂ, ਅੱਖ ਬੰਦ ਕਰਕੇ ਪੈਸੇ ਦੇ ਪਿੱਛੇ ਭੱਜਦੇ ਹਾਂ। ਬਿਲਕੁਲ ਅੰਡਰਸਟੈਂਡ ਕਰਦੀ ਹਾਂ ਕਿ ਪੈਸੇ ਦੇ ਬਗੈਰ ਸਾਡੀ ਸਰਵਾਈਵਲ ਨਹੀਂ ਹੈ, ਪਰ ਇਹ ਕੀ ਨੇ ਕਹਿਤਾ, ਅਸੀਂ ਜਿਹੜਾ ਪਿਆਰ ਦੀ ਗੱਲ ਕਰਦੇ ਹਾਂ, ਜਿਹੜੇ ਅਸੀਂ ਆਪਣੇ ਸਰੀਰ ਨੂੰ ਮਨ ਨੂੰ ਖੁਸ਼ ਰੱਖਣ ਦੀ ਗੱਲ ਕਰਦੇ ਹਾਂ, ਇਹ ਪੈਸੇ ਨਾਲ ਕਿਵੇਂ ਆਊਗਾ? ਯੈਸ, ਪੈਸਾ ਚਾਹੀਦਾ, ਮੈਨੂੰ ਪੈਸਾ ਕਿੰਨਾ ਚਾਹੀਦਾ, ਮੇਰੀ ਸ਼ੁਰੂਆਤ ਕਿਵੇਂ ਹੋ? ਇਹ ਕੀ ਹੋ ਜਾਂਦਾ ਹੈ ਕਿ 24 ਘੰਟੇ ਜਦੋਂ ਅਸੀਂ ਭੱਜਣ ਲੱਗਾਂਗੇ ਤੇ ਸਾਡੇ ਅੰਦਰ ਸਟ੍ਰੈਸ ਆਣਾ। ਵਾਟ ਇਜ਼ ਸਟ੍ਰੈਸ? ਜਦੋਂ ਮੇਰੀ ਕੇਅਰ ਨਹੀਂ ਹੋ ਰਹੀ, ਜਦੋਂ ਮੈਂ ਆਪਣੀ ਫਿਜ਼ੀਕਲ ਕੇਅਰ ਕਰਨੀ ਬੰਦ ਕਰਤੀ, ਮੈਂ 8 ਘੰਟੇ ਸੋਣਾ ਬੰਦ ਕਰਤਾ, ਮੈਂ ਪ੍ਰੋਪਰ ਟਾਈਮ ਤੇ ਖਾਣਾ ਬੰਦ ਕਰਤਾ, ਮੇਰੀ ਐਕਸਰਸਾਈਜ਼ ਬੰਦ ਹੋ ਗਈ। ਇਹ ਸਿੰਪਲ ਬੇਸਿਕ ਚੀਜ਼ਾਂ ਜਿਹੜੀਆਂ ਫਿਜ਼ੀਕਲ ਹੈਲਥ ਵਾਸਤੇ ਐਂਡ ਅੱਗੇ ਮੈਂਟਲ ਹੈਲਥ ਵਾਸਤੇ। ਬਿਕੋਜ਼ ਹੁੰਦਾ ਕੀ ਸੀ, ਹੁਣ ਚਾਹੇ ਪਿੱਛੇ ਲਾਈਫ ਦੇ ਵਿੱਚ ਚਲੇ ਜਾਓ, ਭੱਜ ਕੇ ਜਾਣਾ, ਦੌੜ ਕੇ ਜਾਣਾ, ਵਾਕ ਬਹੁਤ ਕਰਨੀ ਹੈ ਨਾ, ਬਾਕੀ ਘਰ ਦੇ ਕੰਮ ਸਾਰੇ ਕਰਨੇ, ਕੰਮ ਤਾਂ ਉੱਥੇ ਵੀ ਕਰਦੇ ਸੀ, ਪਰ ਇੱਥੇ ਆ ਕੇ ਅਸੀਂ ਹਾਏ ਐ ਕਰਨਾ ਪਊਗਾ, ਹਾਏ ਦਿਸ ਹਾਈ ਇਜ਼ ਆਈ ਐਮ ਕ੍ਰੀਏਟਿੰਗ ਅ ਸਟ੍ਰੈਸ। ਐਜ਼ ਸੂਨ ਐਜ਼ ਆਈ ਸੈਡ ਹਾਏ, ਉਹਨੇ ਮੇਰੇ ਅੰਦਰ ਸਟ੍ਰੈਸ ਕੀਤਾ। ਕੰਮ ਤਾਂ ਮੈਨੂੰ ਕਰਨਾ ਪੈਣਾ, ਕੰਮ ਮੈਨੂੰ ਕਰਨੇ ਪੈਣੇ, ਪਰ ਹਾਊ ਆਈ ਕੈਨ ਮੇਕ ਅ ਪ੍ਰੋਪਰ ਸਕੈਜੂਲ ਐਂਡ ਰੂਟੀਨ ਐਂਡ ਪ੍ਰੋਪਰ ਕੀ ਹੋ ਸਕਦਾ, ਉਹ ਪ੍ਰੋਪਰ ਅਸੀਂ ਕਰ ਸਕਦੇ ਹਾਂ। ਬੱਚੇ ਜਿੰਨੇ ਵੀ ਆ, ਜੋ ਵੀ ਇੱਥੇ ਆਇਆ, ਉਹ ਆਇਆ ਤਾਂ ਪੜ੍ਹਾ ਲਿਖਿਆ ਹੈ, ਬਿਲਕੁਲ ਪੜ੍ਹਿਆ ਲਿਖਿਆ ਇੱਥੇ ਆਏ, ਚਲੋ ਕੋਈ ਕਵਾਂਗੇ ਨਹੀਂ, ਪਰ ਪੜ੍ਹੇ ਲਿਖੇ ਹੀ ਆਏ ਹੈ। ਉਹ ਪੜ੍ਹੇ ਲਿਖੇ ਦਾ ਮਤਲਬ ਕੀ ਹੋਇਆ? ਪੈਸੇ ਦੇ ਪਿੱਛੇ ਭੱਜਣਾ। ਪਲੀਜ਼ ਤੁਸੀਂ ਆਪਣਾ ਰੂਟੀਨ ਬਣਾ ਸਕਦੇ ਹੋ, ਤੁਸੀਂ ਆਪਣਾ ਸਕੈਜੂਲ ਬਣਾ ਸਕਦੇ ਹੋ। ਆਈ ਕੈਨ ਅੰਡਰਸਟੈਂਡ ਕਿ ਜਿਹੜੇ ਆਏ ਉਹਨਾਂ ਨੂੰ ਡਾਲਰ ਤੇ ਰੁਪੀਸ ਦੇ ਵਿੱਚ ਕਾਫੀ ਚੀਜ਼ਾਂ ਸਮਝ ਨਹੀਂ ਆਉਂਦਾ, ਇਸ ਲਈ ਮੈਂ ਬੋਲਿਆ ਇਸ ਕੰਟਰੀ ਦੇ ਵਿੱਚ ਬਹੁਤ ਅਵੇਅਰਨੈਸ ਪ੍ਰੋਗਰਾਮਸ ਕਹਿ ਦੋ, ਅਵੇਅਰਨੈਸ ਪਲੇਸਿਸ ਹੈਗੇ ਜਿੱਥੇ ਤੁਸੀਂ ਆਪਣੇ ਆਪ ਨੂੰ ਅਵੇਅਰ ਕਰ ਸਕਦੇ ਹੋ ਜੀ। ਸੋ ਇਹ ਬੈਲੈਂਸ ਸਟ੍ਰੈਸ ਮੈਂ ਲਿੱਤਾ, ਸਟ੍ਰੈਸ ਬਾਹਰੋਂ ਨਹੀਂ ਆਇਆ। ਪਰ ਮੈਂ ਤੁਹਾਨੂੰ ਸਤਿੰਦਰ ਜੀ ਪੁੱਛਣਾ ਚਾਹੁੰਦਾ, ਵੇਖੋ ਕੀ ਹੁੰਦਾ ਆ ਕਿ ਉਹੋ ਹੀ ਬੰਦਾ ਜਾਂ ਭੈਣ ਜਾਂ ਭਰਾ ਕੋਈ ਵੀ ਹੈ ਸਾਡੇ ਚੋਂ, ਉਹ ਬਾਹਰ ਆਪਣੀ ਪਰਫੈਕਟ ਰਿਸਪੌਂਸਿਬਿਲਿਟੀ ਨਿਭਾ ਰਿਹਾ, ਕੰਮ ਬਹੁਤ ਵਧੀਆ ਕਰ ਰਿਹਾ ਆ, ਉਹ ਸਾਰਾ ਕੁਝ ਕਰ ਰਿਹਾ, ਮਗਰ ਘਰ ਆ ਕੇ ਉਹ ਟੁੱਟ ਜਾਂਦਾ ਨਹੀਂ। ਤੇ ਕੀ ਇਹ ਕਰਨਾ ਚਾਹੀਦਾ ਸਾਡੀ ਕਮਿਊਨਿਟੀ ਨੂੰ ਕਿ ਯਾਰਾ ਕਿ ਜਿੱਥੇ ਘਰ ਦੇ ਵਿੱਚ ਉਹਨੂੰ ਸਭ ਤੋਂ ਜ਼ਿਆਦਾ ਸਪੋਰਟ ਮਿਲਣੀ ਚਾਹੀਦੀ ਹੈ, ਦੋਵਾਂ ਨੂੰ ਮਿਲਣੀ ਚਾਹੀਦੀ ਹੈ, ਚਾਹੇ ਹਸਬੈਂਡ ਆ, ਚਾਹੇ ਵਾਈਫ ਆ, ਚਾਹੇ ਕੋਈ ਵੀ ਮੇਲ ਫੀਮੇਲ ਜੋ ਵੀ ਹੈਗੇ, ਕਿਉਂਕਿ ਹਰ ਇੱਕ ਬੰਦਾ ਉਹੋ ਸਟ੍ਰੈਸ ਨਾਲ ਲੰਘ ਰਿਹਾ। ਤੇ ਵਾਟ ਇਜ਼ ਤੁਹਾਡੀ ਕੀ ਰਿਕਮੈਂਡੇਸ਼ਨ ਹੈਗੀ ਹੈ ਕਿ ਵੇਖੋ ਇਹ ਚੀਜ਼ ਜਿਹੜੀ ਹੈ ਕਿ ਉਹਨਾਂ ਨੂੰ ਆਹ ਕਰਨਾ ਚਾਹੀਦਾ, ਦੈਟਸ ਵਨ ਥਿੰਗ, ਪਰ ਫਿਰ ਕਰ ਕਿਉਂ ਨਹੀਂ ਰਹੇ? ਬਿਲਕੁਲ ਕਰਨਾ ਚਾਹੀਦਾ ਹੈ, ਔਰ ਕਰ ਕਿਉਂ ਨਹੀਂ ਰਹੇ? ਕਰਨਾ ਕੀ ਚਾਹੀਦਾ ਹੈ, ਜਿਵੇਂ ਮੈਂ ਪਹਿਲਾਂ ਦੱਸਿਆ, ਮੇਰੇ ਕੋਲ 24 ਘੰਟੇ ਹੈ, ਦਿਮਾਗ ਦੇ ਵਿੱਚ ਇਹ ਗੱਲ ਪਾ ਲਓ, 24 ਘੰਟੇ ਨੂੰ ਮੈਂ ਕਿਵੇਂ ਡਿਜ਼ਾਈਨ ਕਰਨਾ ਹੈ। ਕਿਉਂਕਿ ਤੁਸੀਂ ਬੋਲਿਆ ਕੰਮ ਕਰਕੇ, ਜਦੋਂ ਕੰਮ ਤੇ ਸੀ ਅਸੀਂ ਫੇਕ ਸਮਾਈਲ ਕਰ ਰਹੇ ਸੀ, ਦੇਰ ਆਰ ਮੈਨੀ ਪੀਪਲ ਗੋਲੀਆਂ ਖਾ ਕੇ ਘੁੰਮੀ ਜਾਂਦੇ ਆ, ਯੈਸ ਅਸੀਂ ਫੇਕ ਕਰ ਰਹੇ ਸੀ। ਪਰ ਅਗਰ ਮੈਂ ਕੰਮ ਤੇ ਖੁਸ਼ ਹਾਂ ਔਰ ਘਰੇ ਆ ਕੇ ਮੈਂ ਖੁਸ਼ ਨਹੀਂ ਹੈ, ਤੇ ਮੇਰੀ ਚੋਇਸ ਹੈ। ਕਿਉਂਕਿ ਜਿਵੇਂ ਮੈਂ ਘਰ ਦੇ ਵਿੱਚ ਆਇਆ, ਮੇਰੀ ਐਕਸਪੈਕਟੇਸ਼ਨ ਹੋਈ, ਮੇਰੀ ਵਾਈਫ ਕਿਉਂ ਨਹੀਂ ਪੁੱਛ ਰਹੀ, ਮੇਰੇ ਬੱਚੇ ਨੇ ਮੈਨੂੰ ਪਾਣੀ ਕਾਹਤੋਂ ਨਹੀਂ ਪੁੱਛਿਆ, ਵਾਈ, ਜਾਂ ਵਾਈਫਾਈ ਤਾਂ ਉਹਨੇ ਕਿਹਾ ਮੇਰੇ ਹਸਬੈਂਡ ਨੇ ਕਿਉਂ ਨਹੀਂ ਪੁੱਛਿਆ, ਅਸੀਂ ਕੰਮ ਕਰਕੇ, ਦੈਟ ਇਜ਼ ਕੰਮ, ਵਾਈ 24 ਘੰਟੇ ਹੀ ਕੰਮ ਹੈ।
ਇਸ ਲਈ ਅਗਰ ਪੁਰਾਣੀ ਲਾਈਫ ਦੀ ਜਾਂ ਪਿੱਛੋਂ ਦੀ ਲਾਈਫ ਦੀ ਗੱਲ ਆਪਾਂ ਕਰਦੇ ਹਾਂ, ਹਮ। ਉੱਥੇ ਵੀ ਅਸੀਂ 24 ਘੰਟੇ ਐਕਚੁਅਲੀ ਕੰਮ ਹੀ ਕਰਦੇ ਸੀ। ਹੁਣ ਜੀ। ਕਿਉਂ ਮਾਂ-ਬਾਪ ਨਹੀਂ ਸਮਝ ਪਾਉਂਦੇ, ਮਾਂ ਮੈਂ 8 ਘੰਟੇ ਕੰਮ ਕਰਕੇ ਆਇਆ, ਉਹ ਕਹਿੰਦਾ ਤੂੰ ਇੱਥੇ ਵੀ ਤਾਂ ਕਰਦੇ ਸੀ ਕੰਮ। ਆਪਾਂ ਹਿਊਮਨ ਬੀਇੰਗਸ ਹੈ ਜਿਹੜਾ ਨੂੰ ਕੰਮ ਤਾਂ ਕਰਨਾ ਪੈਣਾ ਹੈ। ਹਮ। ਮੈਂ 8 ਘੰਟੇ ਕੰਮ ਕਰਕੇ ਆਇਆ, ਇਸ ਲਈ ਮੈਂ ਕਹਿੰਦੀ ਹਾਂ ਕਿ 24 ਘੰਟੇ ਨੂੰ ਪਲੀਜ਼ ਅਗਰ ਆਪਾਂ ਉਹਨੂੰ ਡਿਵਾਈਡ ਕਰੀਏ 8 8 ਤੇ 8 ਦੇ ਵਿੱਚ, ਇਹ ਫਿਗਰ ਨੂੰ ਹਮੇਸ਼ਾ ਯਾਦ ਰੱਖਣਾ ਹੈ। 8 ਘੰਟੇ ਅਗਰ ਮੈਂ ਚੰਗਾ ਸੁੱਤਾ ਤੇ ਮੈਂ ਸਵੇਰੇ ਕੰਮ ਤੇ ਬੜਾ ਫਰੈਸ਼ ਜਾਊਂਗਾ। ਹਮ। ਇਹ ਕਹਿਣ ਨੂੰ ਲੱਗਦਾ ਹੈ ਕਿ ਪੋਸੀਬਲ ਨਹੀਂ ਹੈ, ਪਰ ਇਟ ਇਜ਼ ਪੋਸੀਬਲ। ਇਹ ਬਹੁਤ ਪਿਆਰੀ ਕੈਲਕੂਲੇਸ਼ਨ ਹੈ, ਮੈਥ ਹੈ। ਇਹਨੂੰ ਅਗਰ ਦਿਮਾਗ 'ਚ ਬਿਠਾ ਲਿਆ ਤਾਂ ਤੁਸੀਂ ਦੇਖੋਗੇ ਤੁਸੀਂ ਸਵੇਰੇ ਵੀ ਫਰੈਸ਼, ਤੁਸੀਂ ਕੰਮ ਤੇ ਫਰੈਸ਼। ਹੁਣ ਕੰਮ ਤੋਂ ਤੁਸੀਂ ਘਰੇ ਆਏ ਹੋ ਤਾਂ ਤੁਸੀਂ ਫੈਮਿਲੀ ਦੇ ਨਾਲ ਫਰੈਸ਼, ਕਿਉਂਕਿ ਨੋ ਕਮਿਟਮੈਂਟ, ਨੋ ਐਕਸਪੈਕਟੇਸ਼ਨ। ਜਦੋਂ ਤੁਸੀਂ ਘਰੇ ਆਏ ਹੋ, ਤੁਸੀਂ ਪਾਣੀ ਦਾ ਗਲਾਸ ਪਿੱਛੇ, ਅੱਛਾ ਤੂੰ ਵੀ ਲੈਣਾ ਮੈਂ ਵੀ ਲੈਣਾ, ਕਿਉਂ ਨਹੀਂ? ਇਹ ਅਸੀਂ ਚੁਆਇਸ ਬਣਾਈ। ਪਰ ਇੱਥੇ ਗੱਲ ਇਹ ਆ, ਵੇਖੋ ਇਹ ਕਹਿਣਾ ਵੀ 8 ਘੰਟੇ ਸੌਣਾ, ਇਹ ਤੇ ਸਾਰਿਆਂ ਨੂੰ ਪਤਾ, ਪਰ ਮੈਂ ਇਹ ਪੁੱਛਣਾ ਚਾਹੁੰਦਾ ਵੀ ਇੱਥੇ ਅਕਸਰ ਜੋ ਚੀਜ਼ਾਂ ਉੱਥੇ ਇੰਡੀਆ ਦੇ ਵਿੱਚ ਇੰਨੀਆਂ ਨਹੀਂ ਫੇਸ ਕੀਤੀਆਂ ਜਾਂਦੀਆਂ ਸੀ, ਇੱਥੇ 8 ਘੰਟੇ ਨੀਂਦ ਨਹੀਂ ਮਿਲਦੀ ਕਿਸੇ ਨੂੰ, ਡਿਸਟਰਬਡ ਸਲੀਪ ਹੈਗੀ ਆ, ਮਾਹੌਲ ਹੀ ਐਸਾ ਹੈ, ਠੀਕ ਹੈ, ਕਿ ਜਿੱਥੇ ਬੰਦਾ ਉਹ ਕੰਪਲੇਨ ਕਰ ਰਿਹਾ ਬੰਦਾ ਕਿ ਮੈਨੂੰ ਨੀਂਦ ਨਹੀਂ ਆ ਰਹੀ, ਰਾਈਟ। ਸੋ ਉਹ ਸਿਚੁਏਸ਼ਨ ਤੱਕ ਉਹ ਨਾ ਪਹੁੰਚੇ, ਠੀਕ ਹੈ। ਤੁਹਾਡੇ ਕੀ ਐਜ਼ ਐਨ ਐਕਸਪਰਟ ਟਿਪਸ ਨੇ ਸਾਰਿਆਂ ਨੂੰ ਕਿ ਵੀ ਤੁਸੀਂ ਉਹ ਸਿਚੁਏਸ਼ਨ ਤੱਕ ਪਹੁੰਚੋ ਹੀ ਨਾ, ਤਾਂ ਕਿ ਤੁਸੀਂ ਫਰੈਸ਼ ਹੋ ਸਕੋ, ਤੁਸੀਂ 8 ਘੰਟੇ ਆਪਣੀ ਨੀਂਦ ਪੂਰੀ ਕਰ ਸਕੋ। ਤੇ ਕੀ ਕਰਨਾ ਚਾਹੀਦਾ, ਮਤਲਬ ਤਾਂ ਕਿ ਉਸ ਲੈਵਲ ਤੱਕ ਅਸੀਂ ਆਈਏ ਹੀ ਨਾ ਕਿ ਸਾਡੀ ਨੀਂਦ ਜਿਹੜੀ ਆ ਉਹ ਹੀ ਸਾਨੂੰ ਪੂਰੀ ਨਾ ਹੋ ਰਹੀ ਹੋਵੇ। ਯੈਸ ਤਾਂ ਪਹਿਲਾਂ ਤਾਂ ਆਪਣੇ ਦਿਮਾਗ ਦੇ ਵਿੱਚ, ਆਪਣੇ ਫ੍ਰਿਜ ਦੇ ਵਿੱਚ, ਆਪਣੇ ਟੇਬਲ ਤੇ, ਡਾਈਨਿੰਗ ਟੇਬਲ ਤੇ ਬੈਠ ਕੇ ਪਹਿਲਾਂ ਤਾਂ ਇਹ ਡਿਜ਼ਾਈਨ ਕਰੋ ਕਿ ਮੈਨੂੰ ਕਿੰਨਾ ਪੈਸਾ ਚਾਹੀਦਾ। ਇੱਕ ਬਜਟਿੰਗ, ਜੋ ਅਸੀਂ ਪੈਸਾ ਆਪਾਂ ਪੈਸੇ ਦੀ ਬਜਟਿੰਗ ਕਰਦੇ ਹਾਂ, ਉਸੇ ਤਰੀਕੇ ਨਾਲ ਆਪਾਂ ਆਪਣੇ ਰੂਟੀਨ ਨੂੰ ਪ੍ਰੋਪਰ ਮੈਨੇਜ ਕਰਨਾ ਹੈ। ਰੂਟੀਨ ਨੂੰ ਮੈਂ ਲਿਖਣਾ ਹੈ, ਮੈਂ ਕਿੰਨੇ ਤੋਂ ਕਿੰਨੇ ਵਜੇ ਤੱਕ ਕੰਮ ਤੇ ਗਿਆ, ਮੈਂ ਕਿੰਨੇ ਤੋਂ ਕਿੰਨੇ ਵਜੇ ਤੱਕ ਐਕਸਰਸਾਈਜ਼ ਕਰਨੀ ਹੈ। ਇਹ ਛੋਟੀ ਚੀਜ਼ਾਂ ਮੈਂ ਐਕਸਰਸਾਈਜ਼ ਕਰਨੀ ਹੈ ਰੋਜ਼ ਦੀ, ਐਟਲੀਸਟ 30 ਤੋਂ 45 ਮਿੰਟਸ ਮੈਨੂੰ ਫਿਜ਼ੀਕਲ ਐਕਸਰਸਾਈਜ਼ ਵਾਸਤੇ ਦੇਣਾ ਪੈਣਾ। ਜਿਵੇਂ ਕਿ ਮੈਨੂੰ ਜਿਉਣ ਵਾਸਤੇ ਖਾਣਾ ਪੈਣਾ, ਜਿਵੇਂ ਕਿ ਮੈਨੂੰ ਪਿਆਸ ਮੈਨੂੰ ਪਾਣੀ ਲੋੜ ਹੈ, ਇਹਨੂੰ ਇਸੇ ਤਰੀਕੇ ਨਾਲ ਬਣਾਏ। ਮੈਨੂੰ ਫਿਜ਼ੀਕਲ ਐਕਸਰਸਾਈਜ਼ ਕਰਨੀ ਹੈ। ਮੇਰੇ ਕੋਲ ਕਿੰਨੇ ਕਲਾਇੰਟ ਹੋਏ ਕਹਿੰਦੇ ਉਹ ਭੈਣ ਜੀ ਸਾਡੀ ਤਾਂ ਸਾਰੀ ਜਿਮ ਸਭ ਖਤਮ ਹੋ ਗਿਆ। ਮੈਂ ਕਿਹਾ ਖਤਮ ਨਹੀਂ ਹੋਇਆ, ਖਤਮ ਕੀਤਾ। ਕਿਉਂ ਖਤਮ ਕੀਤਾ? ਜਦੋਂ ਅਸੀਂ ਕੰਮ ਤੇ ਗਏ ਸੀਟ ਤੋਂ ਹੀ ਨਹੀਂ ਉੱਠੇ, ਚਲ ਕੋਈ ਨਾ ਇਹ ਕਲਾਇੰਟ ਨੂੰ ਦੇਖ ਲਾਂ, ਚਲ ਕੋਈ ਨਾ ਬਾਅਦ ਚ ਖਾਣਾ ਖਾ ਲੂੰਗਾ, ਚਲ ਕੋਈ ਨਾ। ਇਹ ਜਿਹੜਾ ਚਲ ਕੋਈ ਨਾ ਸੀ, ਤੁਹਾਨੂੰ ਕੀ ਪਤਾ ਤੁਹਾਡਾ ਸਰੀਰ ਤਾਂ ਬੋਲ ਨਹੀਂ ਰਿਹਾ ਨਾ, ਉਹ ਮੈਂਟਲੀ ਬੋਲਣਾ ਸ਼ੁਰੂ ਹੋਏ। ਬਿਕੋਜ਼ ਐਸ ਸੁਣਾ ਫੂਡ ਸਰੀਰ ਦੇ ਅੰਦਰ ਨਹੀਂ ਗਿਆ ਤਾਂ ਇਰੀਟੇਸ਼ਨ ਆਉਗੀ, ਉਹ ਆਣੀ ਹੈ। ਜਿਵੇਂ ਉਹ ਇਰੀਟੇਸ਼ਨ ਆਈ ਮੈਂ ਉਸਨੂੰ ਇਗਨੋਰ ਕੀਤਾ, ਕਿਉਂਕਿ ਮੈਂ ਤਾਂ ਮਾਈਂਡ ਨੂੰ ਸੁਣ ਹੀ ਨਹੀਂ ਰਿਹਾ। ਮੈਨੂੰ ਲੱਗਿਆ ਇਰੀਟੇਸ਼ਨ ਆਈ ਹੈ, ਇਸ ਕਲਾਇੰਟ ਨੇ ਮੈਨੂੰ ਦਿੱਤੀ ਹੈ, ਪਰ ਉਹ ਇਰੀਟੇਸ਼ਨ ਮੇਰੀ ਹੈ ਕਿਉਂਕਿ ਮੈਂ ਕੇਅਰ ਨਹੀਂ ਕਰ ਰਹੀ। ਮੈਂ ਪ੍ਰੋਪਰ ਟਾਈਮ ਤੇ ਖਾਣਾ ਨਹੀਂ ਖਾਦਾ। ਜਦੋਂ ਮੈਂ ਖਾਣਾ ਨਹੀਂ ਖਾਦਾ ਫਿਰ ਕਿੰਨੇ ਟਾਈਮ ਤੋਂ ਲੋਕੀ ਉੱਠ ਕੇ ਬ੍ਰੇਕ ਨਹੀਂ ਲੈਂਦੇ। ਵਾਸ਼ਰੂਮ ਜਾਣਾ, ਪਾਣੀ ਪੀਣਾ, ਇੱਕ ਬ੍ਰੇਕ ਲੈ ਕੇ ਆਉਣੀ, ਬਾਹਰ ਜਾ ਕੇ ਥੋੜੀ ਜਿਹੀ ਡੀਪ ਬ੍ਰੈਥ ਕਰਕੇ ਆਉਣੀ, ਥੋੜਾ ਜਿਹਾ ਹੱਸ ਕੇ ਆਉਣਾ, ਥੋੜਾ ਇਹਨੂੰ ਹੈਲੋ ਹਾਈ ਕਰਕੇ ਆਉਣਾ। ਤੁਸੀਂ ਦੇਖੋਗੇ ਕਿ ਰੂਟੀਨ ਚੇਂਜ ਹੋਇਆ, ਤੁਸੀਂ ਵਾਪਸ ਆਏ ਫਿਰ ਤੋਂ ਬੈਠੇ, ਯੂ ਵਿਲ ਫੀਲ ਗੁੱਡ। ਮੈਂ ਇੱਥੇ ਇੱਕ ਜਿਹੜੀ ਮੇਰੀ ਆਪਣੀ ਆਬਜ਼ਰਵੇਸ਼ਨ ਹੈ ਸਤਿੰਦਰ ਜੀ, ਉਹ ਇਹ ਹੈ ਕਿ ਕਿਤੇ ਨਾ ਅਸੀਂ ਵੇਖੋ, ਕਿਉਂਕਿ ਡਿਫਰੈਂਟ ਟੈਂਪਰੇਚਰ 'ਚੋਂ ਆਏ ਆ, ਵੈਦਰ ਕੰਡੀਸ਼ਨ 'ਚੋਂ ਆਏ ਆ। ਮੈਂ ਇਹ ਵੀ ਵੇਖਿਆ ਕਿ ਇੱਥੇ ਆ ਕੇ ਖਾਸ ਤੌਰ 'ਤੇ ਜਿਹੜੇ ਆਪਣੀ ਕਮਿਊਨਿਟੀ ਹੈ, ਜਾਂ ਇੰਡੀਆ ਤੋਂ ਲੋਕ ਆਉਂਦੇ ਆ, ਪਾਕਿਸਤਾਨ ਤੋਂ ਆਉਂਦੇ ਆ, ਜਾਂ ਤਾਂ ਉਹ ਜਦੋਂ ਧੁੱਪ ਲੱਗਦੀ ਹੈ ਉਹ ਕਹਿੰਦੇ ਜੀ ਗਰਮੀ ਬਹੁਤ ਹੈ, ਉਦੋਂ ਅਸੀਂ ਖਿੜਕੀਆਂ ਉੱਪਰ ਰੋਲ ਕਰਕੇ ਏਸੀ ਔਨ ਕਰ ਲੈਂਦੇ ਘਰ 'ਚ, ਅਤੇ ਜਾਂ ਫਿਰ ਸਾਨੂੰ ਸਰਦੀ ਲੱਗਣ ਲੱਗ ਪੈਂਦੀ ਹੈ, ਫਿਰ ਅਸੀਂ ਹੀਟ ਔਨ ਕਰ ਲੈਂਦੇ ਹਾਂ। ਘਰਾਂ ਦੇ ਵਿੱਚ ਵੀ ਖਿੜਕੀਆਂ ਬੰਦ ਨੇ, ਏਸੀ ਔਨ ਆ ਜਾਂ ਹੀਟ ਔਨ ਆ, ਠੀਕ ਹੈ, ਆਫਿਸ ਵੀ ਬੰਦ ਨੇ, ਅਤੇ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਅਸੀਂ ਆਊਟਡੋਰ ਐਕਟੀਵਿਟੀ, ਸਾਡੀ ਕਮਿਊਨਿਟੀ ਜਿਹੜੀ ਹੈ ਓਵਰਆਲ, ਠੀਕ ਹੈ, ਉਹ ਬਹੁਤ ਘੱਟ ਕਰਦੀ ਹੈ। ਤੇ ਉਸ ਆਊਟਡੋਰ ਐਕਟੀਵਿਟੀ ਦੀ, ਕਿਉਂਕਿ ਜੇ ਅਸੀਂ ਜਿਮ ਜਾਣਾ ਵੀ ਹੈ, ਅਸੀਂ ਡੋਲੇ ਬਣਾਉਣੇ ਆ, ਅਸੀਂ ਜਾ ਕੇ ਜਿਮ ਫਿਰ ਬਹਿ ਜਾਣਾ, ਉੱਥੇ ਫਿਰ ਉਹ ਸੇਮ ਸਰਕੂਲੇਟਡ ਏਅਰ ਹੈਗੀ, ਠੀਕ ਹੈ। ਤੇ ਜਦੋਂ ਤੁਸੀਂ ਬਾਹਰ ਸੜਕਾਂ ਤੇ ਵੇਖੋ, ਤੁਹਾਨੂੰ ਸ਼ਾਇਦ ਹੀ ਕੋਈ ਆਪਣੀ ਕਮਿਊਨਿਟੀ ਦਾ ਬੰਦਾ ਕੋਈ ਭੱਜਦਾ ਦਿਖਦਾ, ਕੋਈ ਵਾਕ ਕਰਦਾ ਦਿਖਦਾ, ਜਾਂ ਕਿਤੇ ਕੋਈ ਕੋਈ ਐਕਸਰਸਾਈਜ਼ ਕਰਦਾ ਦਿਖਦਾ ਕਿਸੇ ਪਾਰਕ ਵਿੱਚ, ਰਾਈਟ। ਸੋ ਇਹ ਵੀ ਇੱਕ ਕਾਰਨ ਹੈ ਸਾਡੀ ਕਮਿਊਨਿਟੀ ਦਾ, ਕਿ ਜਿਹੜਾ ਅਸੀਂ ਆਊਟਡੋਰ ਐਕਟੀਵਿਟੀ ਜਿਹੜੀ ਆ ਨਾ ਬੱਚਿਆਂ 'ਚ ਇਨਕਲਕੇਟ ਕਰਦੇ ਹਾਂ, ਠੀਕ ਹੈ, ਅਸੀਂ ਫਿਟਨੈਸ ਨੂੰ ਜਿਮ ਨਾਲ ਜੋੜਤਾ, ਠੀਕ ਹੈ। ਉੱਥੇ ਵੀ ਤੁਹਾਨੂੰ ਲੱਗਦਾ ਵੀ ਜਿੱਥੇ ਤੁਹਾਨੂੰ ਫਰੈਸ਼ ਆਕਸੀਜਨ ਨਹੀਂ ਮਿਲ ਰਹੀ, ਕਿ ਇਹ ਵੀ ਇੱਕ ਰੀਜ਼ਨ ਹੈ ਕਿ ਵੀ ਉਸ ਜੇ ਕੋਈ ਇਹੋ ਜਿਹਾ ਲਾਈਫ ਸਟਾਈਲ ਜੀਂਦਾ, ਉਹਨੂੰ ਜ਼ਿਆਦਾ ਸਟ੍ਰੈਸ ਹੁੰਦੀ ਹੈ ਦੂਜੇ ਬੰਦੇ ਨਾਲ ਜਿਹੜਾ ਆਊਟਡੋਰ ਜ਼ਿੰਦਗੀ ਜੀਂਦਾ। ਦੇਖਿਏ ਡੇ ਲਾਈਟ ਜਿਹੜੀ ਹੈਗੀ ਹੈ ਉਹ ਆਪਾਂ ਸਾਰਿਆਂ ਨੂੰ ਚਾਹੀਦੀ ਹੈ, ਬਿਕੋਜ਼ ਆਪਾਂ ਹਿਊਮਨ ਬੀਇੰਗ ਜਿਹੜੇ ਹੈਗੇ ਹੈ, ਉਹ ਡੇ ਲਾਈਟ ਤੋਂ ਬਗੈਰ ਅਸੀਂ ਇੱਕ ਟਾਈਮ ਤੋਂ ਬਾਅਦ ਮੁਰਝਾ ਜਾਵਾਂਗੇ। ਜਿਵੇਂ ਕਿ ਫੁੱਲ ਹੈ ਨਾ, ਜਿਵੇਂ ਕਿ ਪੇੜ ਹੈ, ਇਹ ਮੁਰਝਾ ਜਾਂਦੇ ਅਗਰ ਇਹਨੂੰ ਡੇ ਲਾਈਟ ਨਾ ਮਿਲੇ। ਤੁਸੀਂ ਦੇਖਿਆ ਹੋਣਾ ਪੌਦੇ ਖਰਾਬ ਹੋ ਜਾਂਦੇ ਆ, ਫਿਰ ਆਪਾਂ ਢੂੰਡਦੇ ਕਿਹੜੇ ਪੌਦੇ, ਪਰ ਇਹ ਜਿਹੜੇ ਪੌਦੇ ਅੰਦਰ ਰੱਖੇ ਜਾ ਰਹੇ ਉਹ ਆਰਟੀਫਿਸ਼ੀਅਲ ਬਣਾਏ ਗਏ, ਉਹਨਾਂ ਨੂੰ ਇਹੋ ਜਿਹੀ ਚੀਜ਼ ਪਾ ਕੇ ਬਣਾਏ ਗਏ।
ਸੋ ਡੇ ਲਾਈਟ ਇਜ਼ ਇੰਪੋਰਟੈਂਟ ਹੈ, ਪਰ ਇੱਥੇ ਮੈਂ ਹਸਬੈਂਡ ਵਾਈਫ ਨੂੰ ਜਿਨ੍ਹਾਂ ਦੇ ਕੋਲ ਠੀਕ ਹੈ ਬਹੁਤ ਟਾਈਮ ਨਹੀਂ, ਸੋ ਉਹਨਾਂ ਨੂੰ ਸ਼ੁਰੂਆਤ ਕੀਤੀ ਜਾਂਦੀ ਹੈ 10 ਮਿੰਟ ਬਿਲਕੁਲ ਆਪਣੀ ਸਟਰੀਟ ਦੇ ਅੱਗੇ। ਜਸਟ ਤੁਸੀਂ ਉਹਨੂੰ ਕਾਊਂਟ ਹੀ ਕਰ ਲਓ ਆਪਣੇ ਕੁਝ ਲਾਈਕ ਯੂ نو ਤਾਂ ਤੁਹਾਡੇ ਅੰਦਰ ਕਾਊਂਟਿੰਗ ਹੋ ਜੇ, ਜਾਂ ਤੁਸੀਂ ਇਹ ਸੋਚਣਾ ਮੈਂ ਅਲਾਰਮ ਲਾ ਕੇ 10 ਮਿੰਟ ਜਾ ਕੇ ਆਉਣਾ, 5 ਮਿੰਟ ਜਾ ਕੇ ਆਉਣਾ। ਤੁਸੀਂ ਮੰਨੋਗੇ ਨਹੀਂ, ਮੈਂ ਕਲਾਇੰਟ ਤੋਂ 5 ਮਿੰਟ ਤੋਂ ਸ਼ੁਰੂ ਕੀਤਾ, ਉਹ 5 ਮਿੰਟ ਸ਼ੁਰੂ ਕਰਦੇ ਕਦੋਂ ਉਹਨੂੰ ਮਜ਼ਾ ਆਉਣ ਲੱਗ ਗਿਆ, ਉਹਨੂੰ ਚੰਗਾ ਲੱਗਣ ਲੱਗ ਗਿਆ। ਕਹਿੰਦਾ ਟਾਈਮ ਪਹਿਲਾਂ ਮੈਂ ਕੱਢਦਾ ਨਹੀਂ ਸੀ। ਮੈਂ ਕਿਹਾ ਪਹਿਲਾਂ ਟਾਈਮ ਕਿਉਂ ਨਹੀਂ ਕੱਢਿਆ ਜਾ ਰਿਹਾ ਸੀ? ਕਿਉਂਕਿ ਨੈਗੇਟਿਵਿਟੀ, ਵਾਟ ਇਜ਼ ਮੈਂਟਲ ਹੈਲਥ, ਮੈਂ ਸਿਰਫ ਥਿੰਕ ਕਰ ਰਹੀ ਹਾਂ ਮੈਥੋਂ ਇਹ ਹੋ ਨਹੀਂ ਰਿਹਾ, ਉਹਨੇ ਮੈਨੂੰ ਐ ਕਾਹਤੋਂ ਕਹਿਤਾ, ਹੁਣ ਮੈਂ ਕੀ ਕਰੂੰਗਾ। ਸੋ ਆਪਾਂ ਕਿੰਨਾ ਸਾਰਾ ਟਾਈਮ ਇਹਦੇ ਵਿੱਚ ਵੇਸਟ ਕਰਤਾ। ਵਾਟ ਮੈਂਟਲ ਹੈਲਥ ਸੇਜ਼ ਕਿ ਜਦੋਂ ਇਹ ਸੁਣਾ ਤੁਹਾਡੇ ਅੰਦਰ ਇੱਕ ਨੈਗੇਟਿਵਿਟੀ ਦਾ ਇੱਕ ਵੀ ਥਾਟ ਆਏ, ਉਹਨੂੰ ਜਰਾ ਜਿਹਾ ਚੈੱਕ ਕਰਕੇ ਐਕਸ਼ਨ ਲੈ ਲੈਣਾ। ਜਦੋਂ ਤੁਸੀਂ ਐਕਸ਼ਨ ਲੈ ਲਿਆ, ਤੁਸੀਂ ਦੇਖੋਗੇ ਕਿ 5 ਮਿੰਟ ਦੀ ਵਾਕ ਨੇ ਮੈਨੂੰ ਬਿਲਕੁਲ ਰਿਫਰੈਸ਼ ਕਰਤਾ। ਸੋ ਘਰ ਦੇ ਵਿੱਚ ਕਿਉਂ ਕਹਿੰਦੇ ਗਾਰਡਨਿੰਗ ਕਰੋ, ਹਸਬੈਂਡ ਵਾਈਫ ਬੱਚੇ ਮਿਲ ਕੇ ਆਪਣੀ ਬੈਕ ਯਾਰਡ ਦੇ ਵਿੱਚ ਫਰੰਟ ਯਾਰਡ ਦੇ ਵਿੱਚ ਬੈਠੋ, ਗੱਲਾਂ ਮਾਰੋ, ਹੱਸੋ ਖੇਡੋ। ਇਹ ਮਾਹੌਲ ਇੱਥੇ ਕਿਉਂ ਨਹੀਂ ਬਣ ਸਕਦਾ? ਬਣਾ ਸਕਦੇ ਹਾਂ, ਇਹ ਆਪਾਂ ਬਣਾ ਨਹੀਂ ਰਹੇ। ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਇਹਨੂੰ ਬੈਕ ਯਾਰਡਾਂ ਸਾਰੀਆਂ ਵਧੀਆ ਰੱਖੀਆਂ ਆਏ ਗਏ ਲਈ, ਠੀਕ ਹੈ। ਅਸੀਂ ਆਪ ਚਾਹ ਜਿਹੜੀ ਆ ਉਹ ਅੰਦਰ ਹੀ ਬਹਿ ਕੇ ਪੀਣੀ ਹੈ, ਠੀਕ ਹੈ। ਹਾਂਜੀ, ਇੱਕ ਦਰਵਾਜ਼ਾ ਖੋਲ ਕੇ ਮਿੰਟ 2 ਲੱਗਦੇ ਆ, ਬਾਹਰ ਜਾ ਕੇ ਬਹਿ ਕੇ ਵੀ ਚਾਹ ਪੀਤੀ ਜਾ ਸਕਦੀ ਹੈ। ਬਿਲਕੁਲ ਪੀਤੀ। ਪਰ ਅਸੀਂ ਆਈ ਥਿੰਕ ਕਿਤੇ ਨਾ ਕਿਤੇ ਆਪਣੇ ਆਪ ਨੂੰ ਇਹ ਕਹਿਣਾ ਸ਼ੁਰੂ ਕਰਤਾ ਕਿ ਵੀ ਅਸੀਂ ਬਿਜ਼ੀ ਬਹੁਤ ਆ, ਉਹਦੇ ਨਾਲ ਸ਼ਾਇਦ ਸਾਨੂੰ ਲੱਗਦਾ ਵੀ ਟਾਈਮ ਬਹੁਤ ਬਚ ਰਿਹਾ। ਵੇਅਰ ਐਕਚੁਅਲੀ ਜੇ ਤੁਸੀਂ ਸਵੇਰੇ ਚਾਹ ਪੀਣ ਲੱਗਿਆ ਵੀ ਬਾਹਰ ਬਹਿ ਜਾਓ ਬੈਕਯਾਰਡ 'ਚ, ਜਾਂ ਘਰ ਦੇ ਬਾਹਰ ਕੁਰਸੀ ਸਾਹਮਣੇ ਪਈ ਉੱਥੇ ਬਹਿ ਕੇ ਪੀ ਲਓ, ਤੇ ਕਿਤੇ ਨਾ ਕਿਤੇ ਤਾਜ਼ੀ ਹਵਾ ਜਿਹੜੀ ਆ ਤੁਹਾਨੂੰ ਜ਼ਰੂਰ ਇਹਨਾਂ ਚੀਜ਼ਾਂ ਨੂੰ ਮੈਟਰ ਕਰਦੀ ਆ। ਪਲੱਸ ਜਿਵੇਂ ਤੁਸੀਂ ਗੱਲ ਕੀਤੀ, ਧੁੱਪ ਲੱਗਣੀ ਚਾਹੀਦੀ ਆ। ਅਕਸਰ ਜਿਹਨੂੰ ਅੱਖਾਂ ਮੀਟ ਕੇ ਜਿਹੜੇ ਇੱਥੇ ਡਾਕਟਰ ਆ ਉਹ ਕਹਿ ਦਿੰਦੇ ਆ ਜੀ ਤੁਸੀਂ ਵਿਟਾਮਿਨ ਡੀ ਦਾ ਟੈਸਟ ਕਰਾਓ, ਤੁਹਾਡਾ ਵਿਟਾਮਿਨ ਡੀ ਘਟਿਆ। ਔਰ ਸਾਨੂੰ ਇਹ ਵੀ ਪਤਾ ਹੈ ਕਿ ਜਾਂ ਸ਼ਾਇਦ ਸਾਡੀ ਕਮਿਊਨਿਟੀ ਨੂੰ ਇਸ ਚੀਜ਼ ਦੀ ਅਵੇਅਰਨੈਸ ਘੱਟ ਹੈ ਕਿ ਜੇ ਵਿਟਾਮਿਨ ਡੀ ਤੁਹਾਡਾ ਘਟਿਆ ਹੋਇਆ ਤੇ ਤੁਹਾਡੇ ਇਰੀਟੇਸ਼ਨ ਆਏਗੀ, ਤੁਹਾਨੂੰ ਡਿਪਰੈਸ਼ਨ ਵੀ ਹੋ ਸਕਦਾ, ਤੁਹਾਡਾ ਮੂਡ ਖਰਾਬ ਹੋਏਗਾ, ਤੁਹਾਨੂੰ ਮੂਡ ਸਵਿੰਗਸ ਹੋਣਗੇ। ਐਕਚੁਅਲੀ ਚਾਹੀਦੀ ਸੀ ਕਿ ਧੁੱਪ ਜਾਂ ਵਿਟਾਮਿਨ ਡੀ ਪ੍ਰੋਪਰ, ਰਾਈਟ। ਮਗਰ ਅਸੀਂ ਉਹਨੂੰ ਇਗਨੋਰ ਕੀਤਾ, ਪਰ ਅਸੀਂ ਜਿਹੜੇ ਉਹਦੇ ਨਾਲ ਰਿਜ਼ਲਟੈਂਟ ਜਿਹੜੀਆਂ ਚੀਜ਼ਾਂ ਹੋ ਰਹੀਆਂ ਉਹ ਸਾਨੂੰ ਤੰਗ ਕਰਨੀਆਂ ਸ਼ੁਰੂ ਕਰਦੀਆਂ ਸਾਡੀ ਰੋਜ਼ਮਰਾ ਜ਼ਿੰਦਗੀ 'ਚ। ਇਲਾਜ ਉਹਦਾ ਸਿੰਪਲ ਇੱਕ ਧੁੱਪ ਲੈਣਾ, ਠੀਕ ਹੈ, ਰਾਈਟ। ਜਦੋਂ ਡਾਕਟਰਸ ਵੀ ਕਹਿੰਦੇ ਆ ਵੀ ਤੁਹਾਨੂੰ 60,000 IU ਹਫ਼ਤੇ ਦੀ ਧੁੱਪ ਵਿਟਾਮਿਨ ਡੀ ਚਾਹੀਦਾ, ਠੀਕ ਹੈ। ਤੇ ਫਿਰ ਦੂਸਰਾ ਇਹ ਹੈ ਕਿ ਕਦੀ ਇਹ ਵੀ ਕਰਦੇ ਆ ਕਿ ਅਸੀਂ ਇਹ ਬੋਦਰ ਹੀ ਨਹੀਂ ਕਰਦੇ ਵੀ ਟੈਸਟ ਕਰਾ ਲਈਏ, ਰਾਈਟ। ਤਾਂ ਅਸੀਂ ਜਾਂਦੇ ਆ ਕਾਸਕੋ ਤੋਂ ਵਿਟਾਮਿਨ ਡੀ ਦੀਆਂ ਗੋਲੀਆਂ ਚੁੱਕੀਆਂ, ਫਿਰ ਆਪਣੀ ਮਰਜ਼ੀ ਨਾਲ ਖਾਈ ਜਾਂਦੇ, ਉਹਦਾ ਵੀ ਨੁਕਸਾਨ ਹੈ। ਸੋ ਐਜ਼ ਐਨ ਐਕਸਪਰਟ ਤੁਹਾਨੂੰ ਲੱਗਦਾ ਵੀ ਸਾਡਾ ਫੂਡ ਹੈਬਿਟ ਜਿਹੜੀਆਂ ਨੇ ਉਹ ਵੀ ਸਾਡੀ ਸਟ੍ਰੈਸ ਕਿਤੇ ਵਧਾ ਰਹੀਆਂ, ਜਾਂ ਸਾਡੀਆਂ ਆਦਤਾਂ ਹੀ ਸਾਨੂੰ ਹੋ ਸਕਦਾ ਘਰ 'ਚ ਕਲੇਸ਼ ਪਾ ਰਹੀਆਂ ਹੋਣ? ਬਿਲਕੁਲ ਸਹੀ। ਜਿਹੜੀ ਮੈਂ ਕਹੀ ਕਿ ਜਿਵੇਂ ਫਿਜ਼ੀਕਲ ਹੈਲਥ ਵਾਸਤੇ ਬੇਸਿਕ 3 ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਸਲੀਪ, ਫੂਡ ਐਂਡ ਐਕਸਰਸਾਈਜ਼। ਬੇਸਿਕ, ਪਰ ਇਹ ਬੇਸਿਕ ਜਿਹੜੀਆਂ ਹੈ ਇਹੀ ਸਭ ਤੋਂ ਜ਼ਿਆਦਾ ਪ੍ਰਾਇਮਰੀ ਐਂਡ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਹੁਣ ਇੰਪੋਰਟੈਂਟ ਤਾਂ ਕਹਤਾ, ਲੇਕਿਨ ਕਰਨਾ ਕਿਵੇਂ? ਜਿਵੇਂ ਆਮ ਕਹਿਣ ਦਾ ਮਤਲਬ ਹੈ ਵੀ ਜੇ ਤੁਸੀਂ ਸੌ ਲਓ ਚੱਜ ਨਾਲ, ਖਾ ਲਓ ਚੱਜ ਨਾਲ ਤੇ ਐਕਸਰਸਾਈਜ਼ ਕਰ ਲਓ ਤੇ ਤੁਹਾਡੇ ਕਲਾ ਕਲੇਸ਼ ਘਟ ਜਾਏਗੀ। ਪਰ ਤੁਸੀਂ ਹੁਣ ਦੇਖੋ, ਅਗਰ ਕੋਈ ਕਹਿੰਦਾ ਹੈ ਕਿ ਨਹੀਂ ਮੈਨੂੰ ਇਹ ਨਹੀਂ ਹੋ ਰਿਹਾ, ਅਗਰ ਮੈਂ ਕਹਾਂ ਨੀਂਦ, ਤੁਹਾਨੂੰ ਨੀਂਦ ਚੰਗੀ ਚਾਹੀਦੀ ਹੈ, ਸਭ ਤੋਂ ਪਹਿਲਾਂ ਸ਼ੁਰੂਆਤ ਕਰਨੀ ਹੈ ਸਵੇਰੇ ਦੀ ਐਕਸਰਸਾਈਜ਼। ਉਹ ਕਹਿੰਦੇ ਹੁੰਦੀ ਨਹੀਂ। ਓਕੇ ਜੀ, ਆਪਾਂ ਪਹਿਲਾਂ ਕਰੀਏ ਕਿ ਜਿਵੇਂ ਤੁਹਾਡੀ ਨੀਂਦ ਖੁੱਲੀ, ਤੁਹਾਡੀ ਅੱਖ ਖੁੱਲੀ, ਤਾਂ ਸਭ ਤੋਂ ਪਹਿਲਾਂ ਇੱਕ ਚੀਜ਼ ਤਾਂ ਕਰ ਲੈਣੀ ਹੈ ਕਿ ਜਰਾ ਜਿਹਾ ਛੋਟਾ ਜਿਹਾ ਸਟ੍ਰੈਚ ਕਰਨਾ ਹੈ। ਜੋ ਯਾਦ ਕਰੋ ਪੁਰਾਣੇ ਦਿਨ ਸੀ ਜਦੋਂ ਆਪਾਂ ਲਾਈਕ ਅੰਗੜਾਈਆਂ ਲੈਂਦੇ ਸੀ, ਸਟ੍ਰੈਚ ਕਰਦੇ ਸੀ। ਐਕਚੁਅਲੀ ਦੈਟ ਸਟ੍ਰੈਚਿੰਗ ਇਜ਼ ਅ ਵੈਰੀ ਇੰਪੋਰਟੈਂਟ। ਐਸ ਸੂਨ ਤੁਸੀਂ ਸਟ੍ਰੈਚ ਕੀਤਾ, ਤੁਸੀਂ ਖੁਦ ਦੇਖੋਗੇ ਕਿ ਤੁਹਾਡੀ ਵਾਈਬ੍ਰੇਸ਼ਨ ਹੀ ਚੇਂਜ ਹੋਗੀ ਜੀ। ਤੁਹਾਨੂੰ ਸ਼ੁਰੂ ਹੋ ਗਿਆ ਕਿ ਮੈਂ ਹੁਣ ਇਹ ਕੰਮ ਕਰਾਂ, ਮੈਂ ਦੂਜਾ ਕੰਮ ਕਰਾਂ। ਸੋ ਪਹਿਲੀ ਮੈਂ ਇੱਕ ਚੀਜ਼ ਹੋਰ ਕਹਿੰਦੀ ਹੈ, ਉੱਠਦੇ ਸਾਰ ਸਟ੍ਰੈਚਿੰਗ ਐਂਡ ਆਪਣਾ ਬੈੱਡ ਬਣਾਓ। ਦੇਰ ਆਰ ਸਮਾਲ ਲਿਟਲ ਥਿੰਗ, ਪਰ ਮੈਂ ਦੱਸਣਾ ਚਾਹੂੰਗੀ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ। ਪਰ ਬੱਚਿਆਂ ਦੇ ਅੱਜ ਕੱਲ੍ਹ ਰਿਵਾਜ ਬਣ ਗਿਆ, ਉਹ ਕਹਿੰਦੇ ਜੀ ਇਹ ਵੇਸਟੇਜ ਆਫ ਟਾਈਮ ਹੈ ਕਿ ਰਾਤ ਨੂੰ ਫਿਰ ਸੌਣਾ, ਠੀਕ ਹੈ, ਤੇ ਸਵੇਰੇ ਬੈਸਟ ਬੈੱਡ ਬਣਾਉਣ ਦੀ ਕੀ ਲੋੜ ਹੈ? ਕਿਤੇ ਲੱਗਦਾ ਵੀ ਮਾਂ-ਬਾਪ ਨੂੰ ਉਹਨਾਂ ਨੂੰ ਇਹ ਨਹੀਂ ਦੱਸਣਾ ਚਾਹੀਦਾ ਵੀ ਬੈੱਡ ਬਣਾਉਣਾ ਸਾਫ਼ ਲੱਗਦਾ। ਇਹ ਦੱਸਣਾ ਚਾਹੀਦਾ ਕਿ ਜੇ ਤੁਸੀਂ ਬੈੱਡ ਬਣਾਓਗੇ ਤੇ ਤੁਹਾਡਾ ਮੈਂਟਲ ਹੈਲਥ ਜਿਹੜੀ ਆ ਉਹ ਬੈਟਰ ਹੋਏਗੀ। ਮੈਂਟਲ ਹੈਲਥ ਹੀ ਨਹੀਂ, ਫਿਜ਼ੀਕਲ ਹੈਲਥ ਆਲਸੋ ਬੈਟਰ ਹੋਗੀ ਜਦੋਂ ਤੁਸੀਂ ਉੱਠਦੇ ਹੋ, ਤੜਦੇ ਹੋ। ਔਰ ਦੂਜੀ ਗੱਲ ਹੈ, ਤੁਹਾਡੇ ਅੰਦਰ ਗ੍ਰੈਟੀਟਿਊਡ ਆਉਂਦਾ। ਦੇਰ ਆਰ ਸੋ ਮੈਨੀ ਥਿੰਗ ਤੁਹਾਡੇ ਅੰਦਰ, ਤੁਸੀਂ ਰਿਸਪੈਕਟ ਕਰਦੇ ਹੋ ਆਪਣੇ ਬੈੱਡ ਦੀ, ਆਪਣੀਆਂ ਚੀਜ਼ਾਂ ਦੀ ਜੋ ਮਾਂ-ਬਾਪ ਨੇ ਪ੍ਰੋਵਾਈਡ ਕੀਤੀਆਂ। ਦੀਜ਼ ਆਰ ਦਾ ਵੈਲਿਊਜ਼। ਇਹ ਵੈਲਿਊਜ਼ ਆਪਾਂ ਨੂੰ ਪਿੱਛੋਂ ਮਿਲਦੀਆਂ ਸੀ ਜਦੋਂ ਮਾਂ-ਬਾਪ ਸਾਡੇ ਤੋਂ ਕੰਮ ਵੀ ਕਰਾਉਂਦੇ ਸੀ, ਸਿਖਾਉਂਦੇ ਵੀ ਸੀ। ਉਹ ਕੰਮ ਕਰਕੇ ਤਾਂ ਆਪਾਂ ਅੱਗੇ ਵਧੇ। ਜੀ ਜੀ। ਤੇ ਦਿੰਦਾ ਜੀ, ਮੈਂ ਅਗਲਾ ਜਿਹੜੀ ਗੱਲ ਆਪਾਂ ਕਰਨ ਲੱਗੇ ਆ, ਵੇਖੋ ਬਹੁਤ ਵਾਰੀ ਜਿਹੜਾ ਆ ਇਹ ਤੁਹਾਨੂੰ ਵੀ ਸ਼ਾਇਦ ਇੰਨੇ ਐਕਸਪੀਰੀਅੰਸ ਵਿੱਚ ਲੋਕ ਐਸੇ ਮਿਲੇ ਹੋਣਗੇ। ਬੜੀ ਵਾਰੀ ਜਿਹੜੀ ਆ ਆਈ ਥਿੰਕ ਕਿਤੇ ਨਾ ਕਿਤੇ ਇਹ ਵੀ ਸਾਡੇ 'ਚ ਕਮੀ ਹੈ ਕਿ ਜੇ ਕੋਈ ਬੰਦਾ ਪਹਿਲਾਂ ਤਾਂ ਕੋਈ ਆ ਕੇ ਤੁਹਾਡੇ ਨਾਲ ਗੱਲ ਹੀ ਨਹੀਂ ਕਰਦਾ ਕਿ ਮੈਨੂੰ ਪ੍ਰੋਬਲਮ ਹੈਗੀ ਹੈ, ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸਾਡਾ ਰਵੱਈਆ ਇਹੋ ਜਿਹਾ ਬਣ ਗਿਆ ਕਿਉਂਕਿ ਸਾਨੂੰ ਅਵੇਅਰਨੈਸ ਨਹੀਂ ਹੈਗੀ ਕਿ ਜੇ ਸਾਡੇ ਨਾਲ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ ਜਾਂ ਕੁਝ ਵੀ, ਅਸੀਂ ਕਹਿ ਦਿੰਦੇ ਹਾਂ ਜੀ ਇਹ ਅਟੈਂਸ਼ਨ ਸੀਕ ਕਰ ਰਿਹਾ, ਠੀਕ ਹੈ, ਬਜਾਏ ਕਿ ਤੁਸੀਂ ਉਹਨੂੰ ਸੁਣੋ। ਕਈ ਵਾਰ ਉਸ ਬੰਦੇ ਨੂੰ ਸਿਰਫ
5 ਮਿੰਟ ਸੁਣਨ ਦੀ ਲੋੜ ਹੁੰਦੀ ਹੈ, ਭੜਾਸ ਨਿਕਲ ਜਾਂਦੀ ਹੈ। ਜਿਵੇਂ ਨਾ ਕੁੱਕਰ ਦੇ ਵਿੱਚ ਸਟੀਮ ਵਿਸਲ ਵੱਜ ਗਈ ਤੇ ਸਟੀਮ ਇੱਕ ਪ੍ਰੈਸ਼ਰ ਇਕੁਲਾਈਜ਼ ਹੋ ਜਾਂਦਾ ਹੈ। ਇਹ ਕੀ ਵਜ੍ਹਾ ਹੈ ਕਿ ਅਸੀਂ ਇੱਕ ਪਾਸੇ ਤਾਂ ਅਸੀਂ ਬਹੁਤ ਦਾਨ ਪੁੰਨ ਕਰਦੇ ਹਾਂ ਗੁਰਦੁਆਰਿਆਂ 'ਚ। ਮੈਂ ਇਹ ਚੀਜ਼ ਨਹੀਂ ਕਦੀ ਸਮਝ ਸਕਿਆ, ਤੇ ਮੈਂ ਤਾਂ ਤੁਹਾਨੂੰ ਪੁੱਛਣਾ ਚਾਹੁੰਦਾ ਕਿਉਂਕਿ ਤੁਸੀਂ ਇੰਨੇ ਪੇਸ਼ੈਂਟ ਵੇਖੇ ਆ। ਗੁਰਦੁਆਰਿਆਂ 'ਚ ਅਸੀਂ ਦਾਨ ਪੁੰਨ ਬਹੁਤ ਕਰਦੇ ਹਾਂ, ਗੁਰਦੁਆਰਿਆਂ 'ਚ ਅਸੀਂ ਭਾਂਡੇ ਵੀ ਦੂਜਿਆਂ 'ਚ ਚੁੱਕਾਂਗੇ, ਸਾਰਾ ਕੁਝ ਕਰਦੇ ਦੂਜਿਆਂ ਲਈ, ਠੀਕ ਹੈ। ਅਸੀਂ ਛਬੀਲਾਂ ਲਾਉਂਦੇ ਹਾਂ, ਪਰ ਸਾਡੀ ਇੱਕ ਪਾਸੇ ਇਹ ਰਿਵਾਜ ਆ ਵੀ ਜੇ ਸਾਡੇ ਲਾਗੇ ਆ ਕੇ ਬੰਦਾ ਕੋਈ ਮਾੜਾ ਜਿਹਾ ਆਪਣਾ ਦੁੱਖ ਬੋਲਣ ਲੱਗੇ, ਅਸੀਂ ਕਹਿੰਦੇ ਆ ਸਾਡੇ ਆ ਕੇ ਰੋਈ ਜਾਂਦਾ, ਇਹ ਅਟੈਂਸ਼ਨ ਸੀਕ ਕਰਦਾ। ਇਹ ਕੀ, ਇਹ ਦੋ ਫੇਸ ਨੇ, ਰਾਈਟ। ਇੱਕ ਪਾਸੇ ਸਿਰਫ 5 ਮਿੰਟ ਕਿਸੇ ਦੀ ਗੱਲ ਸੁਣਿਆ, ਉਹ ਬੰਦੇ ਦਾ ਇੱਥੋਂ ਤੱਕ ਕਿ ਕਈ ਵਾਰ ਸੁਣਿਆ ਗਿਆ ਜਿਹੜੀਆਂ ਸੁਸਾਈਡ ਪ੍ਰੀਵੈਂਸ਼ਨ ਲਾਈਨਸ ਨੇ ਕਿ ਵੀ ਬੰਦੇ ਨੂੰ 5 ਮਿੰਟ ਸੁਣ ਲਓ ਤੇ ਬੰਦੇ ਦੀ ਜਾਨ ਬਚ ਸਕਦੀ ਹੈ, ਰਾਈਟ। ਬਿਲਕੁਲ ਤੇ ਇਹ ਕੀ ਵਜ੍ਹਾ ਹੈ, ਤੁਹਾਨੂੰ ਕਦੀ ਸਮਝ ਆਈ ਹੈ ਸਾਡੀ ਪਰਸਨੈਲਿਟੀ ਦੀ, ਆਪੋ 'ਚ ਕਮਿਊਨਿਟੀ ਦੀ, ਕਿ ਬਈ ਛਬੀਲਾਂ ਲਾਉਣੀਆਂ, ਦੂਜਿਆਂ ਲਈ ਰੋਟੀਆਂ ਚੁੱਕਣੀਆਂ, ਉਹਨਾਂ ਨੇ ਭਾਂਡੇ ਚੁੱਕਣੇ, ਉਹਨਾਂ ਨੇ ਜੁੱਤੀਆਂ ਜੋੜੇ ਝਾੜਨੇ, ਤੇ ਦੂਜੇ ਪਾਸੇ ਜੇ ਬੰਦਾ 2 ਮਿੰਟ ਗੱਲ ਕਰਨਾ ਚਾਹੇ ਤਾਂ ਅਸੀਂ ਉਹਨੂੰ ਮਾਰਦੇ ਹਾਂ ਵਗਾ ਕੇ ਵੀ ਵੀ ਤੂੰ ਯਾਰ ਤੂੰ ਇਹ ਅਟੈਂਸ਼ਨ ਸੀਕ ਕਰ ਰਿਹਾ। ਵਾਈ ਡੂ ਵੀ ਡੂ ਦਿਸ? ਓਕੇ, ਪਹਿਲੀ ਗੱਲ ਹੈ ਸਾਨੂੰ ਇੱਥੇ ਅਸੀਂ ਐਕਚੁਅਲੀ ਆਪਣੇ ਆਪ ਨੂੰ ਪਿਆਰ ਹੀ ਨਹੀਂ ਕਰਦੇ। ਵਾਟ ਇਜ਼ ਪਿਆਰ, ਵਾਟ ਇਜ਼ ਅਵੇਅਰਨੈਸ। ਜਿਹੜੀ ਅਸੀਂ ਮੈਂਟਲ ਹੈਲਥ ਦੀ ਗੱਲ ਕਰ ਰਹੇ ਹਾਂ, ਸਾਨੂੰ ਅਸੀਂ ਆਪਣੀ ਫਿਜ਼ੀਕਲ ਹੈਲਥ ਦਾ ਵੀ ਧਿਆਨ ਨਹੀਂ ਰੱਖਿਆ। ਯੈਸ, ਜਿਹਦੇ ਵਿੱਚ ਸਾਨੂੰ ਅਗਰ ਦਰਦ ਵੀ ਹੋ ਰਿਹਾ ਨਾ, ਅਸੀਂ ਇਗਨੋਰ ਕਰਕੇ ਗੋਲੀ ਖਾ ਕੇ ਕੰਮ ਕਰਨਾ ਪਸੰਦ ਕਰਦੇ ਹਾਂ। ਸੋ ਇੱਥੇ ਵੀ ਇਹ ਮੈਂਟਲ ਹੈਲਥ ਲੈ ਲਓ ਜਾਂ ਇਹ ਕਹਿ ਦੋ ਕਿ ਦੂਜਾ ਮੇਰੀ ਅਟੈਂਸ਼ਨ ਸੀ ਕਰ ਰਿਹਾ ਜਾਂ ਮੈਨੂੰ ਸਟ੍ਰੈਸ ਦੇ ਰਿਹਾ ਹੈ, ਇਹ ਸਾਰੀਆਂ ਚੀਜ਼ਾਂ ਇੱਥੋਂ ਸ਼ੁਰੂਆਤ ਹੁੰਦੀ ਹੈ ਕਿ ਮੈਂ ਕਦੇ ਆਪਣੇ ਆਪ ਨੂੰ ਨਹੀਂ ਪਿਆਰ ਕੀਤਾ, ਮੈਂ ਕਦੇ ਆਪਣੇ ਆਪ ਹੀ ਨੂੰ ਫੀਲ ਨਹੀਂ ਕੀਤਾ, ਤੇ ਮੈਂ ਦੂਜੇ ਦੀ ਫੀਲਿੰਗ ਕਿਵੇਂ ਸਮਝੂੰਗਾ ਜੀ। ਇਹ ਜਿਹੜਾ ਬਾਹਰ ਕਰਨਾ ਹੈ ਉਹ ਐਕਚੁਅਲੀ ਕੋਈ ਫੀਲ ਕਰਕੇ ਨਹੀਂ, ਇਹ ਸਿਰਫ ਇਹ ਦਿਖਾਉਣ ਵਾਸਤੇ ਕਿ ਮੈਂ ਲਾਈਕ ਕਹਿ ਦੋ ਪੈਸਾ ਜਾਂ ਦਿਖਾਉਣਾ ਹੈ, ਕਿਉਂ, ਜਾਂ ਇਹ ਕਹਿ ਦੋ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਕਰਨਾ ਜਿਹੜਾ ਹੈ ਇਹ ਸਿੱਖਿਆ, ਚਾਹੇ ਪਿੱਛੋਂ ਕਹਿ ਲਓ ਇਹ ਸਿੱਖਿਆ, ਮੈਂ ਜਦੋਂ ਬਾਹਰ ਜਾ ਕੇ ਕੁਝ ਦਊਂਗਾ, ਮੈਂ ਬਾਹਰ ਜਾ ਕੇ ਪੈਸਾ ਦਊਂਗਾ, ਮੈਂ ਕੁਝ ਕਰੂੰਗਾ, ਡੋਨੇਟ ਕਰੂੰਗਾ, ਜਾਂ ਲਾਈਕ ਆਪਣੇ ਕਹਿੰਦੇ ਨਾ ਜੁੱਤੀਆਂ ਵਗੈਰਾ ਸਾਫ਼ ਕਰਨੀਆਂ, ਗੁਰਦੁਆਰੇ ਵਿੱਚ ਜਾ ਕੇ ਸਾਫ਼ ਕਰਨਾ, ਇਹ ਸਾਰੀ ਚੀਜ਼ਾਂ ਬੁਰੀਆਂ ਨਹੀਂ ਹੈ ਬਿਲਕੁਲ। ਅਗਰ ਤੁਹਾਡੇ ਕੋਲ ਪੈਸਾ ਹੈ ਬਿਲਕੁਲ ਤੁਸੀਂ ਹੈਲਪ ਕਰੋ, ਅਗਰ ਤੁਹਾਡੇ ਕੋਲ ਟਾਈਮ ਹੈ ਤਾਂ ਬਿਲਕੁਲ ਕਰੋ, ਪਰ ਇਸ ਲਈ ਨਹੀਂ ਕਿ ਮੈਂ ਉੱਥੇ ਇੱਕ ਸ਼ੋਅ ਕਰਨਾ ਹੈ, ਇਸ ਲਈ ਕਿ ਮੈਂ ਪਿਆਰ ਕਰਦਾ ਆਪਣੇ ਆਪ ਨੂੰ ਔਰ ਆਪਣੀ ਕਮਿਊਨਿਟੀ ਨੂੰ। ਪਰ ਨਾਲ ਹੀ ਮੇਰਾ ਇੱਥੇ ਹਮੇਸ਼ਾ ਸਵਾਲ ਰਿਹਾ ਆਪਣੀ ਕਮਿਊਨਿਟੀ ਦੇ ਉੱਤੇ ਕਿ ਸਾਡੇ ਵੇਖੋ ਕਿੰਨੇ ਇਮੀਗ੍ਰੈਂਟਸ ਆ ਰਹੇ ਨੇ, ਅਸੀਂ ਮੰਦਿਰ ਜਿਹੜੇ ਆ ਉਹ ਬਣਾਈ ਜਾ ਰਹੇ, ਗੁਰਦੁਆਰੇ ਬਹੁਤ ਬਣਾ ਰਹੇ ਆ, ਅਸੀਂ ਬਹੁਤ ਕੰਮ ਇਹੋ ਜਿਹੇ ਕਰਦੇ ਹਾਂ ਚੈਰਿਟੀ ਵਾਲੇ, ਔਰ ਕਰਨੇ ਵੀ ਚਾਹੀਦੇ। ਪਰ ਕਿਤੇ ਵੀ ਇੱਕ ਅੱਧੀ ਸੰਸਥਾ ਨੂੰ, ਜਿੱਥੇ ਕਈ ਵਾਰ ਹੋ ਸਕਦਾ ਕਈ ਵਾਰ ਲੋਕੀ ਉਹਨਾਂ ਸੰਸਥਾਵਾਂ ਦਾ ਉਹਨਾਂ ਦਾ ਵਿਸ਼ਵਾਸ ਹੀ ਲੋਕਾਂ ਦਾ ਉੱਠ ਗਿਆ ਹੁੰਦਾ, ਸਾਨੂੰ ਲੱਗਦਾ ਨਹੀਂ ਵੀ ਕਿਤੇ ਮੰਦਿਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਕਿਤੇ ਇਹ ਸੈਂਟਰ ਬਣਨੇ ਚਾਹੀਦੇ ਆ ਜਿੱਥੇ ਜਾ ਕੇ ਬੰਦਾ ਆਪਦੀ, ਜਿਸ ਤਰ੍ਹਾਂ ਵੇਖੋ ਜੀ ਮੈਂ ਕਿਸੇ ਦੀ ਤਾਰੀਫ ਨਹੀਂ ਕਰ ਰਿਹਾ, ਪਰ ਐਟਲੀਸਟ ਦੇਖੋ ਕ੍ਰਿਸਚੈਨਿਟੀ 'ਚ ਕੀ ਹੈਗਾ, ਉੱਥੇ ਕਨਫੈਸ਼ਨ ਬਾਕਸ ਆ, ਉੱਥੇ ਤੁਸੀਂ ਜਾ ਕੇ ਆਪਣੀ ਭੜਾਸ ਕੱਢ ਲਓ, ਕਨਫੈਸ ਕਰ ਲਓ ਮੇਰੇ ਤੋਂ ਆਹ ਹੋਇਆ ਜਾਂ ਮੈਨੂੰ ਆਹ ਹੋ ਰਿਹਾ, ਮੈਂ ਰੋਣ ਨੂੰ ਜੀ ਕਰ ਰਿਹਾ। ਸਾਡੇ ਤੇ ਗੁਰਦੁਆਰੇ ਜਾ ਕੇ ਵੀ ਹੱਸਣਾ ਪੈਂਦਾ, ਦੇਖੋ ਮੰਦਿਰ ਜਾ ਕੇ ਵੀ ਤੁਹਾਨੂੰ ਖੁਸ਼ ਹੋ ਕੇ ਗੱਲ ਕਰਨੀ ਪੈਂਦੀ ਆ, ਤੁਹਾਡੇ ਕੋਲ ਰੋਣ ਨੂੰ ਥਾਂ ਹੀ ਨਹੀਂ। ਪਰ ਅੱਜ ਦੇ ਦਿਨ 'ਚ ਜੇ ਐਕਚੁਅਲੀ ਵੇਖਿਆ ਜਾਏ ਤੇ ਮੈਨੂੰ ਲੱਗਦਾ ਵੀ ਇਹ ਵੀ ਬਿਜ਼ਨਸ ਬਹੁਤ ਚੱਲ ਸਕਦਾ ਜੇ ਕਿਤੇ ਮੈਂ ਰੋਣ ਦੀ ਥਾਂ ਬਣਾਦਾ, ਇੱਥੇ ਆ ਕੇ ਬੰਦੇ ਜਿਹੜੇ ਆ ਜੀ ਇੱਥੇ ਤੁਸੀਂ ਰੋ ਸਕਦੇ ਹੋ। ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਸ ਵੇਲੇ ਕਮੀ ਹੈ ਕਿ ਸਾਡੀ ਜਿੱਥੇ ਅਸੀਂ ਸਾਨੂੰ ਕੋਈ ਸੁਣ ਸਕੇ ਬਿਨਾਂ ਜੱਜ ਕੀਤਿਆਂ, ਜਾਂ ਅਸੀਂ ਆਪਣੀ ਦਿਲ ਦੀ ਗੁਬਾਰ ਜਿਹੜੇ ਉਹ ਕੱਢ ਸਕੀਏ, ਕਿਤੇ ਅਸੀਂ ਐਜ਼ ਅ ਕਮਿਊਨਿਟੀ ਫੇਲ ਹੋ ਰਹੇ ਕਿ ਅਸੀਂ ਗੁਰਦੁਆਰੇ ਪੁਰਾਣੇ ਜ਼ਮਾਨੇ ਦੇ ਹਿਸਾਬ ਨਾਲ ਚੱਲੀ ਜਾ ਰਹੇ ਹਾਂ, ਜਦੋਂ ਕਿ ਇਹ ਜੁਆਇੰਟ ਫੈਮਿਲੀ ਸੀਗੀ, ਰਾਈਟ, ਸੱਥਾਂ ਸੀਗੀਆਂ, ਬੋਰਡ ਥੱਲੇ ਬਹਿ ਕੇ ਲੋਕ ਗੱਲਬਾਤ ਕਰ ਲੈਂਦੇ ਸੀ, ਉਹ ਚੀਜ਼ ਅਸੀਂ ਅੱਗੇ ਕੰਟੀਨਿਊ ਕਰੀ ਜਾ ਰਹੇ ਹਾਂ। ਓਕੇ, ਜਿਹੜੀਆਂ ਤੁਸੀਂ ਪੁਰਾਣੀ ਵਾਲੀ ਗੱਲ ਕਰ ਰਹੇ ਹੋ ਉਹਦੇ ਵਿੱਚ ਕਮਿਟਮੈਂਟ, ਐਕਸਪੈਕਟੇਸ਼ਨ ਇਹ ਸ਼ਬਦ ਨਹੀਂ ਸੀਗੇ, ਉੱਥੇ ਲੋਕੀ ਬਸ ਕੰਮ ਕਰ ਰਹੇ ਸੀ, ਚਾਹੇ ਉਹ ਜੁਆਇੰਟ ਫੈਮਿਲੀ 'ਚ 10 ਲੋਕੀ ਰਹਿ ਰਹੇ ਸੀ, 20 ਲੋਕੀ ਰਹਿ ਸੀ, ਜਿਹਨੇ ਦੇਖਿਆ ਜੋ ਕੰਮ ਸਾਹਮਣੇ ਉਹ ਕਰਨ ਲੱਗਿਆ, ਉਹਦੇ ਅੰਦਰ ਇਹ ਗੱਲ ਨਹੀਂ ਆਈ ਕਿ ਮੈਨੂੰ ਇਹਨੂੰ ਖੁਸ਼ ਕਰਨ ਵਾਸਤੇ ਕਰਨਾ ਪੈਣਾ। ਹੁਣ ਜਿਹੜੀ ਗੱਲ ਦੂਜੀ ਤੁਸੀਂ ਕੀਤੀ ਕਿ ਗੁਰਦੁਆਰਿਆਂ ਦੇ ਵਿੱਚ, ਚਰਚ ਦੇ ਵਿੱਚ, ਮੈਂ ਮੈਨੂੰ ਅਗਰੀ ਨਹੀਂ ਕਰ ਰਹੀ, ਕਿਉਂਕਿ ਜਿਹੜੀ ਪਹਿਲੀ ਵਾਲੀ ਗੱਲ ਹੈ ਉੱਤੇ ਮੈਂ ਕਹਿ ਰਹੀ ਹਾਂ ਕਿ ਸੈਲਫ ਲਵ, ਤੁਸੀਂ ਜਦੋਂ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰਦੇ ਹੋ ਨਾ, ਤੁਸੀਂ ਆਪਣੇ ਆਪ ਨੂੰ ਫੀਲ ਕਰਨਾ ਸ਼ੁਰੂ ਕਰਦੇ ਹੋ, ਆਪਣੇ ਆਪ ਨੂੰ ਸੁਣਨਾ ਸ਼ੁਰੂ ਕਰਦੇ ਹੋ। ਪਲੀਜ਼ ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗੀ, ਜਦੋਂ ਮੈਨੂੰ ਪੇਨ ਹੁੰਦਾ ਹੈ, ਕੋਈ ਬਾਡੀ ਪੇਨ, ਕੋਈ ਹੈਡੇਕ, ਐਨੀਥਿੰਗ, ਤੇ ਮੈਂ ਫਟਾਫਟ ਭੱਜਦੀ ਹਾਂ, ਮੈਨੂੰ ਲੱਗਦਾ ਮੈਨੂੰ ਗੋਲੀ ਲੈਣੀ ਚਾਹੀਦੀ, ਮੈਨੂੰ ਕੁਝ ਕਰਨਾ ਚਾਹੀਦਾ। ਲੇਕਿਨ ਇੱਥੇ ਵੀ ਅੱਜ ਤੋਂ ਇੱਕ ਬੁੱਕ ਸ਼ੁਰੂ ਕਰ ਲਓ ਜਿਹਦੇ ਵਿੱਚ ਮੈਨੂੰ ਜਰਾ ਜਿਹੀ ਵੀ ਇਰੀਟੇਸ਼ਨ ਫੀਲਿੰਗ ਹੋਈ ਤੇ ਮੈਂ ਲਿਖਣਾ ਹੈ, ਇਹ ਮੈਨੂੰ ਇਰੀਟੇਟ ਫੀਲ ਹੋ ਰਿਹਾ, ਮੈਨੂੰ ਇਸ ਬੰਦੇ ਤੇ ਗੁੱਸਾ ਆ ਰਿਹਾ, ਮੈਨੂੰ ਐ ਹੋ ਰਿਹਾ, ਠੀਕ ਹੈ। ਔਰ ਉਸ ਤੋਂ ਬਾਅਦ ਫਟਾਫਟ ਜਦੋਂ ਤੁਸੀਂ ਸਟੇਬਲ ਹੋਏ ਛੋਟਾ ਜਿਹਾ, ਉਦੋਂ ਇਹ ਪਤਾ ਕਰਨਾ ਕਿ ਮੈਨੂੰ ਹੋ ਕਿਉਂ ਰਿਹਾ, ਕਿਉਂਕਿ ਉਹ ਕਿਸੇ ਹੋਰ ਨੇ ਨਹੀਂ ਦਿੱਤਾ, ਉਹ ਮੈਂ ਲਿੱਤਾ। ਔਰ ਜਿਹੜੀ ਗੱਲ ਤੁਸੀਂ ਹੋਰ ਕਰ ਰਹੇ ਹੋ ਕਿ ਕਮਿਊਨਿਟੀ ਬਾਹਰ ਜਾ ਕੇ, ਘਰ ਕੀ ਹੁੰਦਾ ਹੈ, ਵਾਟ ਇਜ਼ ਘਰ?
ਘਰ ਵਿੱਚ ਜਾ ਕੇ ਆਪਾਂ ਰੋਟੀ ਖਾਣੀ ਆ, ਬਹੁਤ ਵੱਡਾ ਸਾਰਾ ਘਰ ਬਣਾਇਆ, ਬਹੁਤ ਸੋਹਣੇ ਸੋਹਣੇ ਬੈੱਡ ਲਾਏ ਆ ਤੇ ਬਹੁਤ ਸੋਹਣੇ ਸੋਫੇ ਹੈ, ਹਾਂ। ਇੰਨਾ ਪੈਸਾ ਉਸ ਘਰ ਦੇ ਉੱਤੇ ਲਾਇਆ ਹੈ, ਅਗਰ ਉਹਦੇ ਵਿੱਚ ਹੀ ਨਹੀਂ ਬੈਠ ਕੇ ਰੋਵਾਂਗੇ ਕਿ ਦੂਜੇ ਦੇ ਨਾਲ ਲੜਾਂਗੇ ਭਿੜਾਂਗੇ ਨਹੀਂ, ਤਾਂ ਹੋਰ ਕੀ ਕਰਨਾ? ਲੜਾਈ, ਵਾਟ ਇਜ਼ ਲੜਾਈ? ਮੈਂ ਦੱਸਣਾ ਚਾਹੁੰਦੀ ਹਾਂ ਮੇਰੇ ਅੰਦਰ ਕੀ ਚੱਲ ਰਿਹਾ, ਉਹ ਚਾਹੇ ਕਿਸੇ ਵੀ ਟੋਨ ਦੇ ਵਿੱਚ ਨਿਕਲੇ। ਵਾਟ ਇਜ਼ ਜਜਮੈਂਟ? ਵਾਈ ਜਜਮੈਂਟ ਆਊਗੀ? ਕਿਉਂਕਿ ਮੈਂ ਇੱਕ ਪਰਿਵਾਰ ਦੇ ਵਿੱਚ ਹੈ, ਹਸਬੈਂਡ ਵਾਈਫ ਦਾ ਰਿਸ਼ਤਾ ਕਹਿ ਦੋ, ਪੇਰੈਂਟਸ ਦਾ ਕਹਿ ਲਓ, ਇਹ ਕਿਉਂ ਨਹੀਂ? ਕਿਉਂ ਸਾਨੂੰ ਬਾਹਰ ਜਾਣਾ ਚਾਹੀਦਾ ਹੈ? ਕਿਉਂ ਘਰ ਨਹੀਂ? ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਵੇਖੋ ਸਾਨੂੰ ਐਜੂਕੇਟ ਕਰਨ ਦੀ ਲੋੜ ਆ, ਕਿਉਂਕਿ ਅਸੀਂ ਇਹ ਵੇਖਦੇ ਆ ਵੀ ਇਹ ਬੰਦਾ ਮੇਰੇ ਤੇ ਗੁੱਸੇ ਹੋਇਆ, ਠੀਕ ਹੈ। ਸਾਨੂੰ ਜੇ ਇਹ ਜਿਹੜੀ ਅਵੇਅਰਨੈਸ ਆਏ ਕਿ ਸਾਨੂੰ ਇਹ ਲੱਗੇ ਕਿ ਯਾਰ ਇਹ ਬੰਦਾ ਗੁੱਸੇ ਕਿਉਂ ਹੋਇਆ, ਸ਼ਾਇਦ ਉਹ ਫਿਰ ਅਸੀਂ ਉਹਦੀ ਡੈਪਥ ਵੱਲ ਜਾਵਾਂਗੇ ਕਿ ਬਈ ਇਹ ਕਿਉਂ ਇਰੀਟੇਟਡ ਆ, ਕਿਉਂ ਇਹ ਬੰਦਾ ਜਿਹੜਾ ਇਸ ਤਰ੍ਹਾਂ ਦਾ ਹੈਗਾ, ਜਾਂ ਇਹਨੂੰ ਕਿਉਂ ਇਹ ਅੱਜ ਕੱਲ ਰੋਟੀ ਨਹੀਂ ਖਾ ਰਿਹਾ, ਜਾਂ ਕਿਤੇ ਨਾ ਕਿਤੇ ਸਾਡੇ ਦਿਮਾਗ ਸ਼ਾਇਦ ਇਹ ਕੁਐਸਚਨ ਆਉਂਦਾ ਹੀ ਨਹੀਂ ਵੀ ਹੋ ਸਕਦਾ ਇਹ ਡਿਪਰੈਸ ਹੋਏ, ਹੋ ਸਕਦਾ ਇਹ ਕਿਤੇ ਨਾ ਕਿਤੇ ਇਹ ਗਿਵ ਅਪ ਕਰ ਰਿਹਾ, ਕਿਤੇ ਨਾ ਕਿਤੇ ਇਹ ਕੋਲੈਪਸ ਹੋ ਰਿਹਾ ਜੋ ਸਾਨੂੰ ਨਜ਼ਰ ਨਹੀਂ ਆ ਰਿਹਾ। ਆਈ ਥਿੰਕ ਸਾਡੀ ਓਵਰਆਲ ਜਿਹੜੀ ਆ ਇਹ ਬੱਚਿਆਂ ਨੂੰ ਵੀ ਐਜ਼ ਪੇਰੈਂਟਸ ਟਰੂ ਪਿਕਚਰ ਦੇਣੀ ਚਾਹੀਦੀ ਹੈ। ਆਈ ਥਿੰਕ ਇਹਦੇ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ ਜੇ ਮੈਂ ਐਜ਼ ਅ ਪੇਰੈਂਟ ਆਪਣੇ ਬੱਚੇ ਨੂੰ ਇਹ ਕਹਿ ਸਕਾਂ ਕਿ ਯਾਰ ਹੋ ਸਕਦਾ ਤੁਹਾਡਾ ਬੱਚਾ ਹੀ ਤੁਹਾਡੀ ਸਪੋਰਟ ਹੋਏ, ਵੀ ਮੈਂ ਅੱਜ ਲੋ ਫੀਲ ਕਰ ਰਿਹਾ, ਠੀਕ ਹੈ, ਮੈਨੂੰ ਆਈ ਐਮ ਫੀਲਿੰਗ ਸੈਡ। ਅਸੀਂ ਇਹ ਵਰਡ ਯੂਜ਼ ਕਰਨ ਤੋਂ ਡਰਦੇ ਹੁੰਦੇ, ਅਸੀਂ ਵੇਖੋ ਹੁੰਦੇ ਅਸੀਂ ਸੈਡ ਆ, ਪਰ ਅਸੀਂ ਇਹ ਕਹਿ ਨਹੀਂ ਸਕਦੇ ਕਿ ਅੱਜ ਮੈਂ ਉਦਾਸ ਹੈਗਾ। ਕਿਉਂ? ਕਿਉਂਕਿ ਇਹ ਸਾਡੇ ਉਹ ਸਵਾਲ ਲੱਗ ਗਿਆ ਵੀ ਤੂੰ ਸੈਡ ਕਿਵੇਂ ਹੋ ਗਿਆ, ਰਾਈਟ? ਸੋ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਸ਼ੁਰੂਆਤ ਜਿਹੜੀ ਹੈ ਉਹ ਇਸੇ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਕਿ ਅਸੀਂ ਕੀ ਯਾਰ ਇਹ ਵੀ ਨਹੀਂ ਸੋਚਦੇ ਕਿ ਸ਼ਾਇਦ ਬੱਚੇ ਨਾਲ ਗੱਲ ਕੀਤੀ ਸਾਨੂੰ ਫਰਕ ਪਏਗਾ। ਬਿਲਕੁਲ, ਇਹ ਰਿਲੇਸ਼ਨਸ਼ਿਪ ਜਿਹੜਾ ਹੈ ਨਾ ਉਹ ਐਕਚੁਅਲੀ ਹੈ ਹੀ ਸੀ ਰਿਲੇਟ। ਮੈਂ ਆਪਣੇ ਆਪ ਨੂੰ ਰਿਲੇਟ ਕਰਨਾ ਦੂਜੇ ਦੇ ਨਾਲ, ਮੈਂ ਦੂਜੇ ਦਾ ਸੋਚਾਂ ਇਹ ਮੈਨੂੰ ਕਾਹਤੋਂ ਨਹੀਂ ਸੁਣਦਾ, ਇਹ ਮੈਨੂੰ ਇਹ ਕਿਉਂ ਦੇਖ ਰਿਹਾ, ਇਹ ਮੈਨੂੰ ਜੱਜ ਕਿਉਂ ਕਰ ਰਿਹਾ। ਐਕਚੁਅਲੀ ਸਾਨੂੰ ਇਹ ਚੀਜ਼ਾਂ ਤੋਂ ਬਾਹਰ ਨਿਕਲਣਾ। ਫਿਰ ਤੋਂ ਅਗਰ ਆਪਣੀ ਪੁਰਾਣੀ ਲਾਈਫ ਔਰ ਪਿੱਛੇ ਵਾਲੀ ਲਾਈਫ ਔਰ ਅਸੀਂ ਐਂ ਕਰਦੇ ਸੀ ਉਸ ਟਾਈਮ ਦੇ ਵਿੱਚ ਯਾਦ ਕਰੋ ਕਿ ਕਦੇ ਸੋਚਿਆ ਸੀ ਐਂ ਕਾਹਤੋਂ ਕਰਦਾ? ਨਹੀਂ, ਅਸੀਂ ਸਿਰਫ ਬੱਕ ਕਰਦੇ ਸੀ, ਅਸੀਂ ਸਾਰਾ ਬੋਲ ਦਿੰਦੇ ਸੀ। ਕਿਉਂ? ਅਸੀਂ ਸਿਰਫ ਆਪਣੇ ਆਪ ਨੂੰ ਫੀਲ ਕਰਦੇ ਸੀ। ਵਾਟ ਇਜ਼ ਰੱਬ, ਵਾਟ ਇਜ਼ ਗੁਰਦੁਆਰਾ, ਵਾਟ ਇਜ਼ ਰੱਬ? ਅਗਰ ਆਪਾਂ ਇੱਥੇ ਟੌਪਿਕ ਛੋਟਾ ਜਿਹਾ ਲਈਏ, ਰੱਬ ਕੀ ਹੈ? ਉਹਨੇ ਇੱਕ ਸੰਸਥਾ ਹੈ ਜਿੱਥੇ ਜਾ ਕੇ ਤੁਸੀਂ ਉਹ ਕਿਤਾਬ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਨੂੰ ਸਮਝਣਾ ਹੈ। ਉਹ ਕੀ ਕਹਿ ਰਿਹਾ? ਅੱਜ ਵਿੱਚ ਰਹੋ, ਬੀ ਇਨ ਯੋਰ ਪ੍ਰੈਜ਼ੈਂਟ। ਜਦੋਂ ਤੁਸੀਂ ਮੂਮੈਂਟ ਨੂੰ ਫੀਲ ਕਰਦੇ ਹੋ ਨਾ, ਤੁਸੀਂ ਫੀਲ ਕਰੋਗੇ ਤੁਸੀਂ ਆਪਣੇ ਆਪ ਨੂੰ ਮਹਿਸੂਸ ਕਰ ਪਾ ਰਹੇ ਹੋ। ਜਿਵੇਂ ਤੁਸੀਂ ਆਪਣੇ ਆਪ ਨੂੰ ਮਹਿਸੂਸ ਕੀਤਾ, ਤੁਸੀਂ ਇਹ ਦੇਖਣਾ ਹੀ ਨਹੀਂ ਦੂਜਾ ਮੈਨੂੰ ਕੀ ਮਹਿਸੂਸ ਕਰ ਰਿਹਾ ਨਹੀਂ ਕਰ ਰਿਹਾ, ਤੁਸੀਂ ਤਾਂ ਆਪਣੇ ਵਿੱਚੋਂ। ਔਰ ਇਹ ਇੱਕ ਟੈਕਨੀਕ ਹੈ ਜਿਹਨੂੰ ਤੁਸੀਂ ਡਿਵੈਲਪ ਕਰ ਸਕਦੇ ਹੋ। ਸੋ ਮੈਂ ਜਿਹੜੀ ਸਿੱਧਾ ਜੀ ਗੱਲ ਕੀਤੀ ਹੈ, ਕਿਉਂਕਿ ਸਮਾਂ ਸਾਡੇ ਕੋਲ, ਅਸੀਂ ਵੇਖੋ ਗੱਲ ਕੀਤਿਆਂ ਅਸੀਂ ਬ੍ਰੇਕ ਵੀ ਨਹੀਂ ਲਈ। ਸੋ ਇਹ ਏਮ ਸੀਗਾ ਕਿ ਸਾਰੇ ਜਿੰਨੇ ਵੀ ਸਾਡੇ ਸੁਣਨ ਵਾਲੇ ਆ ਉਹਨਾਂ ਨੂੰ ਕੋਈ ਨਾ ਕੋਈ ਇਸ ਚੀਜ਼ ਦਾ ਫਾਇਦਾ ਹੋਏ, ਕਿਉਂਕਿ ਇਹ ਇੱਕ ਐਸਾ ਟੌਪਿਕ ਆ ਜਿਹਦੀ ਗੱਲ ਜਿਹੜੀ ਆ ਖਾਸ ਤੌਰ ਤੇ ਆਪਣੀ ਕਮਿਊਨਿਟੀ ਹੁੰਦੀ ਨਹੀਂ। ਤੇ ਮੈਨੂੰ ਜੋ ਚੀਜ਼ ਸਮਝ ਆਈ ਆ ਉਹ ਇਹ ਹੈ ਕਿ ਸਾਡੀ ਸ਼ੁਰੂਆਤ ਜਿਹੜੀ ਆ ਉਹ ਤਿੰਨ ਚੀਜ਼ਾਂ ਤੇ ਹੈ, ਤੇ ਸਹੀ ਸੌਣਾ, ਤੇ ਸਹੀ ਖਾਣਾ, ਤੇ ਸਹੀ ਐਕਸਰਸਾਈਜ਼ ਕਰਨੀ। ਆਈ ਥਿੰਕ ਕਿਤੇ ਨਾ ਕਿਤੇ ਉਹ ਸਾਨੂੰ ਐਕਚੁਅਲੀ ਬਹੁਤ ਜ਼ਰੂਰੀ ਹੈ। ਵਿਟਾਮਿਨ ਡੀ ਦਾ ਟੈਸਟ ਕਰਾਉਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਹੋ ਸਕਦਾ ਉਹਦੀ ਕਮੀ ਕਰਕੇ ਹੀ ਅਸੀਂ ਖਿਝ ਰਹੀ ਹੋਈਏ, ਉਹਦੇ ਨਾਲ ਸਾਡਾ ਮੂਡ ਅਪਸੈਟ ਹੋ ਰਿਹਾ ਹੋਏ। ਸੋ ਇਹ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਵੀ ਇਹ ਸਾਡੇ ਟੇਕ ਅਵੇ ਪੁਆਇੰਟ ਹੈਗੇ ਆ ਸਾਰਿਆਂ ਲਈ। ਦੂਸਰਾ ਜਿਹੜਾ ਆ, ਜਿਹੜੇ ਮਾਂ-ਬਾਪ ਜਿਹੜੇ ਜਾਂ ਕੋਈ ਭੈਣ ਭਰਾ ਇੰਡੀਆ 'ਚ ਬੈਠੇ ਆ, ਉਹਨਾਂ ਨੂੰ ਆਪਣੀ ਲਾਈਫ ਸਹੀ ਦੱਸਣੀ, ਉਹਨੂੰ ਗਲੋਰੀ ਕਰਕੇ ਜੋ ਫੇਕ ਇੱਕ ਇਮੇਜ ਹੈਗੀ ਆ ਉਹ ਨਹੀਂ ਦੇਣੀ ਚਾਹੀਦੀ, ਉਹਨੂੰ ਆਪਣੀ ਹਾਰਡਸ਼ਿਪ ਜਿਹੜੀਆਂ ਨੇ ਉਹ ਦੱਸਣੀਆਂ ਚਾਹੀਦੀਆਂ, ਠੀਕ ਹੈ। ਇਹਦੇ ਇਲਾਵਾ ਕੋਈ ਤੁਸੀਂ ਜਾਂਦਿਆਂ ਸਾਡੇ ਸੁਣਨ ਵਾਲਿਆਂ ਨੂੰ ਕੋਈ ਐਸਾ ਟਿਪ ਕਿ ਜਿਹਦੇ ਨਾਲ ਸਾਡੀ ਖਾਸ ਤੌਰ ਤੇ ਕਮਿਊਨਿਟੀ ਜਿਹੜੀ ਆ ਉਹਨੂੰ ਡਿਪਰੈਸ਼ਨ ਜਾਂ ਜਿਹੜੇ ਮੈਂਟਲ ਹੈਲਥ ਹੈਗੀ ਉਹ ਕਿਵੇਂ ਆਪਣੀ ਬੈਟਰ ਕਰ ਸਕਦੇ ਆ? ਐਨੀ ਲਾਸਟ ਫਿਊ ਟਿਪਸ? ਬਿਲਕੁਲ ਤਿੰਨ ਚੀਜ਼ਾਂ ਦਾ ਤੁਸੀਂ ਬਹੁਤ ਅੱਛੀ ਤਰੀਕੇ ਨਾਲ ਬੋਲੀਆਂ ਹੈ ਕਿ ਅਗਰ ਮੈਨੂੰ ਨੀਂਦ ਚੰਗੀ ਚਾਹੀਦੀ ਹੈ ਤੇ ਮੈਨੂੰ ਚੰਗਾ ਖਾਣਾ ਪੈਣਾ, ਔਰ ਮੈਨੂੰ ਚੰਗਾ ਖਾਣ ਵਾਸਤੇ ਮੇਰੇ ਅੰਦਰ ਜਾਊਗਾ ਫੂਡ ਕਿਵੇਂ, ਜਦੋਂ ਤੱਕ ਮੈਂ ਐਕਸਰਸਾਈਜ਼ ਨਹੀਂ ਕਰੂੰਗੀ। ਉਹ ਖਾਣਾ ਵੀ ਛੇਤੀ ਦੱਸ ਦਿਓ ਵੀ ਕਿਹੋ ਜਿਹਾ ਖਾਣਾ ਜਿਹੜਾ ਆ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਮੈਂਟਲ ਹੈਲਥ ਲਈ। ਬਿਲਕੁਲ ਸਹੀ ਗੱਲ ਹੈ। ਜਿਵੇਂ ਤੁਸੀਂ ਬੋਲਿਆ ਕਿ ਮੈਂ ਤੁਹਾਨੂੰ ਸਟਾਰਟਿੰਗ ਕੀਤੀ ਕਿ ਪੇਪਰ ਪੈਨ ਲੈ ਕੇ ਬਹਿਣਾ, ਇਹਨੂੰ ਵਰਬਲੀ ਨਹੀਂ ਕਰਨਾ, ਇਹਨੂੰ ਪੇਪਰ ਪੈਨ ਲੈ ਕੇ। ਸਾਰਿਆਂ ਨੂੰ ਮੈਂ ਰਿਕੁਐਸਟ ਕਰਦੀ ਹਾਂ ਅੱਜ ਤੋਂ ਇੱਕ ਐਟਲੀਸਟ ਸਾਰੇ ਜਾਣੇ ਇੱਕ ਜਰਨਲ ਤਾਂ ਸ਼ੁਰੂ ਕਰ ਸਕਦੇ, ਔਰ ਉਹ ਜਰਨਲ ਜ਼ਿਆਦਾ ਮਹਿੰਗੀ ਨਹੀਂ ਆਉਗੀ ਅਗਰ ਇੱਕ ਕਿਤਾਬ ਸ਼ੁਰੂ ਕੀਤੀ ਜਾਵੇ। ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਲਿਖਣਾ ਹੈ ਕਿ ਮੇਰਾ ਰੂਟੀਨ ਕੀ ਹੈ। ਉਸ ਰੂਟੀਨ ਦੇ ਵਿੱਚ ਇਹ ਧਿਆਨ ਰੱਖਣਾ ਹੈ ਕਿ ਜਿਵੇਂ ਨੀਂਦ ਵਾਸਤੇ ਡਿਫਾਈਨ ਕੀਤਾ ਗਿਆ ਕਿ 10 ਤੋਂ ਲੈ ਕੇ 6 ਵਜੇ ਤੱਕ ਜਿਹੜੀ ਇਹ 8 ਘੰਟੇ ਹੈ, ਥੀਸ ਆਰ ਦਾ ਬੈਸਟ ਘੰਟੇ। ਕਿਉਂ? ਕਿਉਂਕਿ ਇਹਦੇ ਵਿੱਚ ਸਾਡਾ ਜਿੰਨਾ ਵੀ ਅੰਦਰ ਦੇ ਸਿਸਟਮ ਹੈਗੇ ਹੈ, ਚਾਹੇ ਉਹ ਤੁਸੀਂ ਆਪਣੇ ਨਰਵਸ ਸਿਸਟਮ ਤੋਂ ਲੈ ਲਓ, ਰੈਸਪੀਰੇਟਰੀ ਸਿਸਟਮ ਲੈ ਲਓ, ਡਾਈਜੈਸਟਿਵ ਸਿਸਟਮ ਕਹਿ ਲਓ, ਇਹ ਤਿੰਨੋਂ ਸਿਸਟਮ ਉਸ ਡਿਊਰੇਸ਼ਨ ਆਫ ਜਿਹੜਾ 10 to 6 AM ਹੈ ਉਹਦੇ ਵਿੱਚ ਹੀ ਉਹਨੇ ਅੰਦਰੋਂ ਬੈਠ ਕੇ ਠੀਕ ਹੋਣਾ ਹੈ।
ਸੋ ਪਹਿਲੀ ਗੱਲ ਤਾਂ ਇਹ। ਹੁਣ ਖਾਣਾ ਜਿਹੜਾ ਹੈ ਉਹ ਐਟਲੀਸਟ ਸ਼ੁਰੂਆਤ ਜਿਹੜੀ ਹੈ ਬ੍ਰੇਕਫਾਸਟ, ਜਿਹੜੇ ਨਹੀਂ ਕਰਕੇ ਜਾਂਦੇ ਉਹਨਾਂ ਨੂੰ ਮੈਂਟਲ ਹੈਲਥ ਇਸ਼ੂ ਜਿਹੜੇ ਹੈਗੇ ਆ 100% ਹੈ, ਨੰਬਰ 1 ਜੀ। ਸੋ ਬ੍ਰੇਕਫਾਸਟ ਇਜ਼ ਵੈਰੀ ਇੰਪੋਰਟੈਂਟ। ਔਰ ਬ੍ਰੇਕਫਾਸਟ ਦੇ ਵਿੱਚ ਅਗਰ ਮੈਂ ਆਲਵੇਜ਼ ਕਹਿੰਦੀ ਹਾਂ ਜਿਹੜਾ ਡਾਇਬੀਟੀਜ਼ ਵਾਲਿਆਂ ਦਾ ਖਾਣਾ ਹੈ ਉਹ ਡਾਇਬੀਟੀਜ਼ ਦੀ ਜਾਂ ਕੈਨੇਡਾ ਹੈਲਥ ਲਾਈਨ ਲੈ ਲਓ ਜਾਂ ਡਾਇਬੀਟੀਜ਼ ਵਾਲਿਆਂ ਦੀ ਦੇ ਬਾਰੇ ਚ ਪਤਾ ਕਰ ਲਓ ਕਿ ਉਹ ਖਾਣਾ ਕੀ ਖਾਂਦੇ ਆ, ਕਿਉਂਕਿ ਉਹਨਾਂ ਦੀ ਜਿਹੜੀ ਡਾਈਟ ਹੈ ਦੈਟਸ ਅ ਨਾਰਮਲ ਗੁੱਡ, ਜਿਹਦੇ ਵਿੱਚ ਫਾਈਬਰ ਵੀ ਹੈ, ਜਿਹਦੇ ਵਿੱਚ ਪ੍ਰੋਟੀਨ ਵੀ ਹੈ, ਜਿਹਦੇ ਵਿੱਚ ਤੁਹਾਡਾ ਕਾਰਬ ਵੀ ਹੈਗਾ। ਸਾਰੇ ਫੂਡ ਜੋ ਆਪਾਂ ਖਾਂਦੇ ਆ ਜਿੰਨਾ ਵੀ ਘਰਾਂ ਦੇ ਵਿੱਚ ਉਹ ਬਿਲਕੁਲ ਚੰਗੇ ਫੂਡ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਇਹ ਮਹਿਸੂਸ ਕਰੋ ਕਿ ਤੁਹਾਨੂੰ ਡਾਇਬੀਟੀਜ਼ ਹੈ ਜਦ ਕਿ ਨਹੀਂ ਹੈਗੀ, ਤਾਂ ਕਿ ਤੁਸੀਂ ਤੰਦਰੁਸਤ ਰਹੋ। ਬਿਲਕੁਲ। ਤੇ ਨਾਲ ਇਹ ਜ਼ਰੂਰੀ ਹੈ ਕਿ ਬੰਦਾ ਥੋੜਾ ਬਹੁਤ ਮਿਊਜ਼ਿਕ, ਥੋੜਾ ਬਹੁਤ ਖੁਸ਼ ਰਹੇ, ਸੰਗੀਤ, ਨੱਚਣਾ ਗਾਉਣਾ, ਇਹ ਵੀ ਚੰਗਾ। ਇਹ ਆਪੇ ਆ ਜਾਣਾ ਨਾ। ਅਸੀਂ ਜਦੋਂ ਖਾਣਾ ਤੁਸੀਂ ਖਾਓਗੇ ਤੇ ਖੁਸ਼ ਹੋ ਕੇ ਅਸੀਂ ਖਾਣਾ। ਪ੍ਰੋਗਰਾਮ ਦਾ ਅੰਤ ਜਿਹੜਾ ਆ ਉਹ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦਾ ਅੰਤ ਜਿਹੜਾ ਹਮੇਸ਼ਾ ਐਸੇ ਗਾਣੇ ਨਾਲ ਕਰਦੇ ਆ ਜਿਹਦੇ ਨਾਲ ਸੁਣ ਕੇ ਸਾਡੇ ਜਿਹੜੇ ਸ਼ੋਤੇ ਆ ਉਹ ਬਹੁਤ ਸੀਰੀਅਸ ਟਾਪ ਸੁਣਦੇ ਆ ਤੇ ਉਹ ਖੁਸ਼ ਰਹਿਣ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਤੁਹਾਨੂੰ ਸਤਿੰਦਰ ਜੀ ਜਿਹੜੇ ਆ ਸੋਸ਼ਲ ਵਰਕਰ ਵੀ ਨੇ ਔਰ ਰਜਿਸਟਰਡ ਸਾਈਕੋਥੈਰੇਪਿਸਟ ਨੇ, ਔਰ ਇਹਨਾਂ ਦੇ ਤੁਸੀਂ ਫੇਸਬੁੱਕ ਤੇ ਸਤਿੰਦਰ ਖੁਰਮੇ, ਔਰ ਉਹਨਾਂ ਦਾ ਜਿਹੜਾ ਨੰਬਰ ਵੀ ਹੈ ਉਹ ਵੀ ਹੈਗਾ 647 291 4994 4954। ਤੇ ਇੱਥੇ ਤੁਸੀਂ ਉਹਨਾਂ ਨੂੰ ਕਾਲ ਕਰਕੇ ਵੀ ਆਪਣੀ ਹੈਲਪ ਲੈ ਸਕਦੇ ਹੋ। ਔਰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਔਰ ਖੂਬਸੂਰਤ ਗਾਣਾ ਜਿਹੜਾ ਉਹਨੂੰ ਸੁਣ ਕੇ ਤੁਸੀਂ ਆਪਣਾ ਮੂਡ ਜ਼ਰੂਰ ਬੈਟਰ ਕਰੋ, ਸਾਡਾ ਡੈਫੀਨਿਟਲੀ ਹੋਏਗਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ऐसे लहरा के तू रूबरू आ गई, ऐसे लहरा के तू रूबरू आ गई, धड़कने बेतहाशा तड़पने लगी, धड़कने बेतहाशा तड़पने लगी, तीर ऐसा लगा दर्द ऐसा जगा, तीर ऐसा लगा दर्द ऐसा जगा, चोट दिल पे वो खाई मजा आ गया, मेरे रश के कमर। I've already done it. Already done it. आगे तू जो समाई मजा आ गया, रेत ही रेत में भरी, रेत ही रेत थी मेरे दिल में भरी, प्यास ही प्यास थी जिंदगी ये मेरी, प्यास ही प्यास थी जिंदगी। The views expressed on the proceedings